ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 21ਵੀਂ ਸੈਂਚਰੀ ਵਿੱਚ ਵਿਚਰ ਰਹੇ ਹਾਂ। ਮੈਂ ਹਰ ਵਾਰੇ ਗੱਲ ਕਰਦਾ। ਪਹਿਲੇ ਲੈਕਚਰ ਵਿੱਚ IQ EQ ਅਤੇ SQ ਦੀ ਵੀ ਗੱਲ ਹੋ ਰਹੀ ਸੀ। IQ ਇੰਟੈਲੀਜੈਂਸ ਨਾਲ ਸੰਬੰਧਿਤ ਹੁੰਦਾ, EQ ਇਮੋਸ਼ਨਲ ਔਰ SQ ਸਪਿਰਚੁਅਲ। ਪਰ 500 ਸਾਲ ਪਹਿਲੇ ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਪਰਸਨੈਲਿਟੀ ਦੀ ਜਿਹੜੀ ਡਿਵੈਲਪਮੈਂਟ ਦੀ ਗੱਲ ਹੈ, ਉਹਦਾ ਮੰਤਰ ਜਿਹੜਾ ਹੈ ਉਹ ਜਪਜੀ ਸਾਹਿਬ ਵਿੱਚ ਸਾਨੂੰ ਪੂਰੀ ਮਨੁੱਖਤਾ ਨੂੰ ਦੱਸਿਆ ਗਿਆ। ਦੇਖੋ, ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਸਾਈਕੋਲੋਜੀਕਲ, ਇੱਕ ਸੋਸ਼ਲ ਅਸਪੈਕਟ, ਇੱਕ ਸਪਿਰਚੁਅਲ ਅਸਪੈਕਟ। ਤਾਂ ਇਹ ਜਿਹੜੇ ਤਿੰਨੋਂ ਸੰਕਲਪ ਨੇ, ਇਹਨਾਂ ਸੰਕਲਪਾਂ ਨਾਲ ਹੀ ਜਿਹੜੀ ਹੈ ਨਾ ਮੈਚਿਓਰਟੀ ਦੇ ਸਾਈਨ ਇਨਸਾਨ ਦੇ ਵਿੱਚ ਦਿਖਦੇ ਨੇ। ਸਾਈਕੋਲੋਜੀਕਲ ਮੀਨਿੰਗ ਆਲਵੇਜ਼ ਲਰਨਿੰਗ ਐਂਡ ਗਰੋਇੰਗ, ਹਮੇਸ਼ਾ ਜਿਹੜਾ ਹੈ ਉਹ ਸਿੱਖਣਾ ਅਤੇ ਆਪਣੇ ਆਪ ਨੂੰ ਅੱਗੇ ਵਧਾਉਣਾ ਜਾਂ ਗਰੋਇੰਗ ਦੀ ਗੱਲ। ਸੋਸ਼ਲ ਅਸਪੈਕਟ ਮੀਨਸ ਵਨ ਇਜ਼ ਏਬਲ ਟੂ ਹੈਂਡਲ ਆਲ ਰਿਲੇਸ਼ਨਸ, ਆਪਣੇ ਪਰਿਵਾਰਕ ਰਿਲੇਸ਼ਨਸ, ਪ੍ਰੋਫੈਸ਼ਨਲੀ ਰਿਲੇਸ਼ਨਸ ਔਰ ਸੁਸਾਇਟੀ ਦੇ ਵਿੱਚ ਸਮਾਜ ਨੂੰ ਜਿਹੜੀ ਆਦਰਸ਼ਤਾ ਦੀ ਗੱਲ ਹੈ। ਔਰ ਸਪਿਰਚੁਅਲ ਅਸਪੈਕਟ ਜਿਹੜਾ ਹੁੰਦਾ ਉਹ ਹੁੰਦਾ ਡਿਵਿਨਿਟੀ ਵਿਦਿਨ, ਖੁਦ ਨੂੰ ਖੁਦ ਨਾਲ ਜਾਣਨਾ ਜਾਂ ਖੁਦ ਪਛਾਣਨਾ ਆਪਣੇ ਆਪ ਨੂੰ। ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਸਪਿਰਚੁਅਲਿਟੀ ਦੀ, ਤਾਂ ਇਸ ਜਗਤ ਨੂੰ ਵੇਖਣ ਦੇ ਦੋ ਦ੍ਰਿਸ਼ਟੀਕੋਣ ਨੇ। ਇੱਕ ਹੈ ਮੈਟਰਲਿਜ਼ਮ, ਪਦਾਰਥਵਾਦੀ ਹੋਣਾ, ਇੱਕ ਹੈ ਸਪਿਰਚੁਅਲ, ਰੂਹਾਨੀਅਤ। ਤਾਂ ਇਸ ਜਗਤ ਵਿੱਚ ਮਨੁੱਖ ਨੇ ਕਿਵੇਂ ਵਿਚਰਨਾ ਅਤੇ ਰੂਹਾਨੀਅਤ ਦੀ ਮੰਜ਼ਿਲ ਤੱਕ ਦਾ ਸਫ਼ਰ ਸ਼ੁਰੂ ਕਿਵੇਂ ਕਰਨਾ, ਇਸ ਦੀ ਜਿਹੜੀ ਜੁਗਤ ਹੈ ਉਹ ਗੁਰੂ ਨਾਨਕ ਸਾਹਿਬ ਨੇ ਜਪ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਦੇਖੋ, ਤਿੰਨ ਗੱਲਾਂ ਹੁੰਦੀਆਂ ਨੇ, ਇੱਕ ਸਰੋਤ, ਇੱਕ ਸਾਧਨ ਅਤੇ ਇੱਕ ਪ੍ਰਾਪਤੀ। ਔਰ ਧਾਰਮਿਕ ਜੀਵਨ ਦੇ ਤਿੰਨ ਥੰਮ ਨੇ, ਜਾਂ ਕਹਿ ਲਈਏ ਕਿ ਇੱਕ ਬ੍ਰਹਮ ਜਿਹੜਾ ਸਰੋਤ ਹੈ, ਇੱਕ ਜਗਤ ਜਿਹੜਾ ਸਾਧਨ ਹੈ, ਅਤੇ ਤੀਸਰਾ ਜੀਵ ਜਿਹਨੇ ਪ੍ਰਾਪਤ ਕਰਨਾ। ਜਾਂ ਇੰਝ ਕਰ ਲਈਏ, ਜੀਵ, ਜਗਤ ਅਤੇ ਬ੍ਰਹਮ। ਜੀਵ ਨੇ ਜਗਤ ਰਾਹੀਂ ਬ੍ਰਹਮ ਤੱਕ ਪਹੁੰਚਣਾ। ਤਾਂ ਦੋਨਾਂ ਹਾਲਾਤਾਂ ਦੇ ਵਿੱਚ ਜਗਤ ਜਿਹੜਾ ਹੈ ਉਹ ਸੈਂਟਰ ਵਿੱਚ ਹੈ। ਉਸ ਜਗਤ ਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਧਰਮਸਾਲ ਕਿਹਾ। ਇੱਕ ਗੱਲ ਇਹ ਧਿਆਨ ਰੱਖਣਾ ਕਿ ਗੁਰੂ ਨਾਨਕ ਨੇ ਜਪ ਬਾਣੀ ਵਿੱਚ ਜਗਤ ਨੂੰ ਧਰਮਸਾਲ ਮੰਨਿਆ। ਇਸ ਜਗਤ ਤੇ ਇਹ ਜਗਤ ਹੀ ਜਿਹੜਾ ਮਨੁੱਖੀ ਮੁਕਤੀ ਦਾ ਸਥਾਨ ਹੈ, ਅਤੇ ਜਗਤ ਵਿੱਚ ਹੀ ਸੱਚਖੰਡ ਮਨੁੱਖ ਨੇ ਸਿਰਜਣਾ ਹੈ। ਮੈਂ ਅੱਗੇ ਜਾ ਕੇ ਸੱਚਖੰਡ ਬਾਰੇ ਗੱਲ ਕਰਾਂਗਾ। ਤਾਂ ਗੁਰੂ ਨਾਨਕ ਸਾਹਿਬ ਤ੍ਰੈ ਭਵਨ ਅਤੇ ਤ੍ਰੈ ਕਾਲਦਰਸੀ ਸਨ। ਇਹਦਾ ਮਤਲਬ ਇਹ ਹੁੰਦਾ ਸਪੈਕਟੇਟਰਸ ਆਫ ਆਲ ਟਾਈਮਸ ਐਂਡ ਆਲ ਐਗਜ਼ਿਸਟੈਂਸ, ਟੈਲੀਸਕੋਪਿਕ ਅਪਰੋਚ ਜਿਵੇਂ ਕਹਿੰਦੇ ਨੇ, ਜਿਨ੍ਹਾਂ ਨੇ ਸਾਰੇ ਬ੍ਰਹਮੰਡ ਨੂੰ ਜਪ ਬਾਣੀ ਵਿੱਚ ਮਨੁੱਖਤਾ ਦੀ ਭਲਾਈ ਲਈ ਆਪਣੇ ਅਨੁਭਵ ਰਾਹੀਂ ਪ੍ਰਗਟ ਕੀਤਾ। ਤੋ ਅਸੀਂ ਉਸ ਜਪ ਬਾਣੀ ਬਾਰੇ ਹੁਣ ਗੱਲ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਜਪ ਬਾਣੀ ਆਰੰਭ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਨੂੰ ਅਸੀਂ ਜੀ ਅਤੇ ਸਾਹਿਬ ਦਾ ਜਿਹੜਾ ਸਤਿਕਾਰ ਨਾਲ ਲਗਾਉਂਦੇ ਹਾਂ, ਲੇਕਿਨ ਗੁਰੂ ਗ੍ਰੰਥ ਸਾਹਿਬ ਵਿੱਚ ਜਪ ਹੈਡਿੰਗ ਹੈ। ਪਹਿਲੇ ਮੂਲ ਮੰਤਰ ਹੈ, ਸਲੋਕ ਹੈ, 38 ਪੌੜੀਆਂ ਨੇ, ਔਰ ਅੰਤ ਵਿੱਚ ਫਿਰ ਇੱਕ ਹੋਰ ਸਲੋਕ। ਥੋੜ੍ਹੇ ਦੇ ਵਿੱਚ ਸਾਰੇ ਧਰਮ ਦਾ ਸਾਰ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਰੱਖਤਾ। ਔਰ ਕੁਝ ਵਿਦਵਾਨਾਂ ਨੇ ਤਾਂ ਇਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਜੋ ਹੈ ਉਹ ਜਪਜੀ ਵਿੱਚ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜੁਗਤ ਹੈ ਰਹਾਉ ਦੀ, ਔਰ ਸਾਰਿਆਂ ਨੂੰ ਸਾਨੂੰ ਪਤਾ ਕਿ ਸ਼ਬਦ ਦਾ ਸਿਧਾਂਤ ਔਰ ਕੇਂਦਰੀ ਵਿਚਾਰ ਜਿਹੜਾ ਉਹ ਰਹਾਉ ਵਿੱਚ ਹੁੰਦਾ। ਤਾਂ ਇਸ ਦ੍ਰਿਸ਼ਟੀ ਤੋਂ ਅਗਰ ਜਪ ਬਾਣੀ ਨੂੰ ਦੇਖੀਏ ਤਾਂ ਜਪ ਬਾਣੀ ਵਿੱਚ ਕੋਈ ਰਹਾਉ ਨਹੀਂ ਹੈ। ਅਤੇ ਬੜੇ ਵਿਦਵਾਨ ਇਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਰਹਾਉ ਜਪ ਬਾਣੀ ਹੈ। ਇਸ ਨੂੰ ਜਿਹੜੀ ਗੱਲ ਇਹਨੂੰ ਸਮਝਣਾ, ਜਪ ਜੀ ਵਿਚਾਰਾਂ ਦੀ ਬਾਣੀ ਹੈ, ਸਮਝਣ ਵਾਲੀ ਬਾਣੀ ਹੈ, ਗਾਉਣ ਵਾਲੀ ਨਹੀਂ ਹੈ। ਇਸ ਲਈ ਇਸ ਦੇ ਉੱਤੇ ਕੋਈ ਰਾਗ ਮੈਂਸ਼ਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਹੈ ਇਹ ਜਪ ਬਾਣੀ ਜਿਹੜੀ ਸ਼ੁਰੂਆਤ ਤੋਂ ਮੈਂ ਪਹਿਲੇ ਦੱਸਿਆ, ਔਰ ਇਹ ਨਿਤਨੇਮ ਦੀ ਬਾਣੀ ਹੈ। ਹੁਣ ਮੈਂ ਦੱਸਣਾ ਇਹ ਚਾਹੁੰਦਾ ਕਿ ਕਿਸੇ ਵੀ ਮਨੁੱਖ ਨੇ ਜਦੋਂ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰਨਾ ਤਾਂ ਤਿੰਨ ਸਵਾਲ ਉਸ ਦੇ ਸਾਹਮਣੇ ਆਉਂਦੇ ਨੇ। ਉਹ ਹੈ ਕਿ ਵਟ ਇਜ਼ ਗੋਡ, ਪਰਮਾਤਮਾ ਕੀ ਹੈ। ਦੂਸਰਾ ਸਵਾਲ ਹੈ ਹਾਊ ਕੈਨ ਵੀ ਸੀ ਐਂਡ ਮੀਟ ਹਿਮ, ਅਸੀਂ ਉਸਨੂੰ ਕਿਵੇਂ ਦੇਖ ਸਕਦੇ ਹਾਂ। ਔਰ ਤੀਸਰਾ ਹਾਊ ਕੈਨ ਵੀ ਗੈਟ ਸਾਲਵੇਸ਼ਨ ਆਰ ਮਰਜ ਵਿਦ ਹਿਮ, ਇੱਕਮਿਕ ਕਿਵੇਂ ਹੋ ਸਕਦੇ ਹਾਂ ਪਰਮਾਤਮਾ ਨਾਲ। ਤਿੰਨਾਂ ਸਵਾਲਾਂ ਦੇ ਜਵਾਬ ਸਾਨੂੰ ਜਪ ਬਾਣੀ ਵਿੱਚ ਮਿਲਦੇ ਨੇ।
पहला सवाल जिहड़ा है वट इज़ गॉड, वो मूल मंत्र है। दूसरा सवाल पहलियां 5 पौड़ियां, हाउ कैन वी सी आर मीट हिम। और बाकी जिहड़ा सवाल है कि असीं किवें उस नाल मर्ज हो सकते हैं, एकमिक किवें हो सकते हैं, उसका जवाब जिहड़ा रिमेनिंग टैक्सट दे विच है। हुण जपजी विच सब तो पहलां गुरु नानक साहब ने परमात्मा की खोज ते सच की प्राप्ति वास्ते धार्मिक रूढ़ीवाद ते कर्म कांडां दा निखेध कीता कि ये जिहड़े तीरथ इशनान ने, जिहड़े अन्न दा त्याग है, मौन वर्त ने, ये चंगे मनुख नूं बनाउण विच या चंगे मनुख की सिरजना दे विच ये कोई लाभकारी नहीं, रता भी लाभकारी नहीं है। ये गल मनुख नूं पहले समझाइए जिहड़ी उस टाइम ग्राउंड रियलिटी विच चल रही सन। हुण सोचे सोचना होवे ही, ਇਹਦੇ ਦੋ ਵਿਚਾਰ ਨੇ, ਕਈ ਇਸ ਨੂੰ ਸੁੱਚ ਤੋਂ ਲੈਂਦੇ ਨੇ, ਕਈ ਇਸ ਨੂੰ ਥਿੰਕਿੰਗ ਤੋਂ ਲੈਂਦੇ ਨੇ, ਪਰ ਮੈਨੂੰ ਲੱਗਦਾ ਕਿ ਸੁੱਚਤਾ ਨਾਲ ਹੈ। ਤਾਂ ਉਹਨਾਂ ਦਾ ਗੁਰੂ ਨਾਨਕ ਸਾਹਿਬ ਦਾ ਇੱਥੇ ਕਹਿ ਰਿਹਾ ਕਿ ਜਿਹੜੀ ਸੁੱਚਤਾ ਹੈ, ਇਹ ਸੁੱਚਤਾ ਜਿਹੜੀ ਗੱਲ ਕਰ ਰਹੇ ਨੇ, ਉਹ ਸਰੀਰ ਦੀ ਸੁੱਚਤਾ ਦੀ ਗੱਲ ਨਹੀਂ ਕਰ ਰਹੇ, ਉਹ ਸੁੱਚਤਾ ਇੰਦਰੀਆਂ ਦੀਆਂ 5 ਸੈਂਸਿਸ ਦੀ ਜਿਹੜੀ ਗੱਲ ਕਰ ਰਹੇ ਨੇ ਡਾਕਟਰ। ਫਿਰ ਅੱਗੇ ਗੱਲ ਆਉਂਦੀ ਹੈ ਚੁੱਪੇ ਚੁੱਪ ਨਾ ਹੋਵੇ, ਇਹ ਵੀ ਜ਼ਬਾਨ ਦੀ ਚੁੱਪ ਨਹੀਂ ਕਹਿ ਰਹੇ, ਮਨ ਦੀ ਚੁੱਪ ਕਹਿ ਰਹੇ ਨੇ, ਅੰਦਰ ਦੀ ਚੁੱਪ ਕਹਿ ਰਹੇ ਨੇ। फिर आती है भुखिया भुख ना उतरी, अन्न का त्याग नहीं करते गुरु नानक साहब, अन्न के त्याग लिए नहीं कह रहे, ये भुख तृष्णा का नाम है, ये तृष्णावां कभी खत्म नहीं होंदियां। तो तृष्णा की त्यागन की गल कर रहे हैं गुरु नानक साहब। तो उन्हों का मनना है कि तृष्णा जिहड़ी है ये सब तो वड्डी मनुख की परसनैलिटी की बीमारी है, क्योंकि जिहड़ी तृष्णा है, मैं कल भी गल की सी कि तृष्णा ही एक ऐसी है जिहड़ी तुहानूं जो मिल जाता है उसनूं जो भुलन नहीं, याद नहीं करवाती, जो नहीं मिलता वो तुहानूं भुलन नहीं देंदी। तो जन्म जन्म तो गुरु नानक साहब का समझ जो समझा रहे हैं सानूं, वो मनुख नूं जिहड़ा है इस साडी जिहड़ी तृष्णावां जिहड़ियां डिजायरस ने, ये मनुख नूं मनुखता दे राह दे विच बड़ा वड्डा एक रोड़ा है। फिर कहते हैं सहन सियाणपा लख होए। हुण इत्थे सियाणपां जिहड़ियां ने चतुराइयां वालों कह रहे हैं कि जिहड़ियां चतुराइयां ने, जिहड़ियां ओवर जिहड़ियां दिखावे ने, इहदां नाल कुछ नहीं होना। चतुराई ना चतुर्भुज पाई, तो हज़ारां युक्तियां ते तर्कां रूपी हिकमतां भावें कोल होण तुहाडे, पर एक भी साडे नाल नहीं चलनी। तो ये सियाणपां ज्ञान दियां निपुणतां करदियां हन। तो फिर उस तो अगे एक सवाल करते हैं। देखो पूरी जप बाणी या पूरी गुरु ग्रंथ साहब जदों तुसीं ध्यान नाल पढ़दे हो, पहले सवाल ने, फिर उन्हां दे जवाब ने। हुण इत्थे सचियार बनन लई पहले उन्होंने सवाल किया, किव सचियारा होइए, किव कूड़े टुट्टे पाल। तो अनंत जन्मां तो संस्कार करके जीव जिहड़ियां डिजायरस की मैं गल कर रहा सी, इहदे अधीन कर्म करदा है। तां जो देखदा है, जो सुनदा है, जो कर्म करदा है, जो अपने अंतर रखदा है, ये सब कूड्स ने। गुरु नानक साहब ये कह रहे हैं कि मनुख की जीन्स दे विच ही जिहड़ा कूड़ है, इस जीन्स का कूड़ कढना है। तो ये कूड़ किवें निकलेगा, इसका जिहड़ा जुगत गुरु नानक साहब दस दिन किव सचियारा होइए कि कूड़े टुट्टे पाल। इनू ध्यान नाल जदों देखांगे तो लगदा तो है कि 2 सवाल ने, पर इहदे विच 3 सवाल जो जिहड़े ने पिछे तुहानूं दिखणगे। किहड़े 3 सवाल? पहला सवाल इहदे विच लगदा है कि हाउ टू एक्वायर नॉलेज ऑफ ट्रुथ, कि जिहड़ी सच्चाई सच है इहदी नॉलेज किवें आनी है, तुहानूं सच दा ज्ञान किवें मिल सकदा है। दूजा सवाल है हाउ टू ब्रेक द फीकेड ऑफ फॉल्स थ्योरीज, जिहड़े मीनिंगलैस रिचुअल्स ने या जिहड़े कर्म कांड ने, इन्हां तो निताज किवें मिले। और फिर इहदे विच तीसरा सवाल जिहड़ा है लगदा मैनूं, वो है हाउ टू मोल्ड लाइफ अकॉर्डिंग टू द लॉ ऑफ ट्रुथ। फिर अपनी जिंदगी जिहड़ी है ये सचियार बनन लई सानूं किस तरह अपना जीवन जिहड़ा सत अनुसार किवें ढालना है, ये 3 सवाल ने। तो ये सवाल का जिहड़ा संबंध है ये सोशल इंजीनियरिंग नाल है। सानूं सोसाइटी दे विच जिहड़ा विचरना असीं वो किस तरह विचरना है, इस सवाल दे नाल ये गल बनना है कि समाज नूं अगर आइडियल बनाना है या आइडियल बनाने की चाहत है इस मनुख दे विच, तां फिर सानूं इसदा जवाब गुरु नानक साहब ने एक लाइन विच ही दे दित्ता कि परमात्मा दे हुक्म नाल, परमात्मा दी रज़ा नाल, उस तो बाहर कोई जा नहीं सकता उसकी हुक्म ते रज़ा नाल। हुक्म परमात्मा दी रज़ा का सूचक है। हुक्म या रज़ा फारसी के शब्द ने और इसका अर्थ है रब्बी अनुशासन। इनू डिवाइन डिसिपलिन भी कहते हैं। अते ये अनुशासन, ये डिसिपलिन सारी सृष्टि उपर अते सारे ब्रह्मंड दे विच लागू है। देखो ये
जितने भी ये सूरज चंद हवा जो कुछ इस यूनीवर्स ਦੇ ਵਿੱਚ ਹੈ ਸਭ ਡਿਸਪਲਿਨ ਵਿੱਚ ਚੱਲ ਰਹੇ ਨੇ ਇਹ ਸਭ ਉਸ ਹੁਕਮ ਉਹਦੀ ਹੁਕਮ ਤੇ ਉਹਦੀ ਰਜ਼ਾ ਵਿੱਚ ਚੱਲ ਰਹੇ ਨੇ ਬਸ ਇਹ ਹੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇਹ ਹੀ ਡਿਸਪਲਿਨ ਜਿਵੇਂ ਇਹ ਡਿਸਪਲਿਨ ਵਿੱਚ ਚੱਲ ਰਹੇ ਨੇ ਮਨੁੱਖ ਨੂੰ ਉਹੀ ਡਿਸਪਲਿਨ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਫਿਰ ਇੱਕ ਇਹਦੇ ਵਿੱਚ ਆਉਂਦਾ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਮੈਂ ਇਸ 'ਤੇ ਇੱਕ ਮਿੰਟ ਤੁਹਾਨੂੰ ਜ਼ਰੂਰ ਇਹਦੇ 'ਚ ਬੜਾ ਸੂਖਮ ਦ੍ਰਿਸ਼ਟੀਕੋਣ ਹੈ ਜਿੰਨੀਆਂ ਵੀ ਜਿਹੜੀਆਂ ਲਿਵਿੰਗ ਬੀਇੰਗਸ ਨੇ ਇਸ ਯੂਨੀਵਰਸ ਦੇ ਵਿੱਚ ਸਭ ਉਹਦੇ ਹੁਕਮ ਦੇ ਨਾਲ ਪੈਦਾ ਹੋਈਆਂ ਨੇ ਔਰ ਉਹ ਇਹ ਜਿਹੜੀਆਂ ਲਿਵਿੰਗ ਬੀਇੰਗਸ ਨੇ ਇਹ ਅਲੱਗ-ਅਲੱਗ ਤਰੀਕਿਆਂ ਨਾਲ ਇਹ ਪੈਦਾ ਹੋਈਆਂ ਨੇ ਕੋਈ ਸਮ ਆਰ ਬੋਰਨ ਫਰੋਮ ਸੀਡ ਕੋਈ ਉਤਬਜ ਤੋਂ ਪੈਦਾ ਹੋਇਆ ਸਮ ਆਰ ਫਰੋਮ ਐਗ ਅੰਡਜ ਤੋਂ ਪੈਦਾ ਹੋਇਆ ਸਮ ਆਰ ਫਰੋਮ ਸਪਰਮ ਜੇਰਜ ਤੋਂ ਪੈਦਾ ਹੋਏ ਨੇ ਸਮ ਆਰ ਫਰੋਮ ਪਸੀਨੇ ਤੋਂ ਇਹਨਾਂ ਦੀ ਹਰ ਇੱਕ ਦੀ ਜਿਹੜੀ ਇਹ ਡਿਫਰੈਂਟ ਕੈਟੇਗਰੀਜ਼ ਆਫ ਲਿਵਿੰਗ ਬੀਇੰਗਸ ਆਰ ਬੋਰਨ ਇਨ ਡਿਫਰੈਂਟ ਵੇਜ਼ ਹਰ ਚੀਜ਼ ਆਪਣੇ ਤਰੀਕੇ ਨਾਲ ਪੈਦਾ ਹੋ ਰਹੀ ਹੈ ਹੁਕਮ ਮਿਲੇ ਵਡਿਆਈ ਹੁਣ ਇਸ ਨੂੰ ਬੜੀ ਸਮਝਣਾ ਹੈ ਕਿ ਐਵਰੀ ਕਲਾਸ ਆਫ ਲਿਵਿੰਗ ਬੀਇੰਗਸ ਹੈਜ਼ ਇਟਸ ਓਨ ਸਟੇਜਸ ਆਫ ਗਰੋਥ ਹਰ ਜੀ ਦਾ ਆਪਣਾ ਵਿਕਾਸ ਦਾ ਤਰੀਕਾ ਹੈ ਜਿਵੇਂ ਆਪਣੀ ਵਿਸ਼ੇਸ਼ਤਾ ਆਪਣਾ ਗੁਣ ਹੈ ਹਰ ਚੀਜ਼ ਦਾ ਜਿਵੇਂ ਜੇ ਅਸੀਂ ਜਾਨਵਰਾਂ ਵਿੱਚ ਦੇਖ ਲਈਏ ਤਾਂ ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕੁੱਤਾ ਬੜਾ ਵਫਾਦਾਰ ਹੁੰਦਾ ਸੱਪ ਬੜਾ ਜ਼ਹਿਰੀਲਾ ਹੁੰਦਾ ਗਾਂ ਜਿਹੜੀ ਹੈ ਇਹ ਬੜਾ ਭੋਲਾਪਨ ਹੈ ਇਹਦੇ ਵਿੱਚ ਲੋਮੜੀ ਬੜੀ ਚਲਾਕ ਹੁੰਦੀ ਹੈ ਬਨਸਪਤੀ ਵਿੱਚ ਲੈ ਲਈਏ ਤਾਂ ਕਈ ਫਲ ਮਿੱਠੇ ਨੇ ਕਈ ਖੱਟੇ ਨੇ ਕੋਈ ਕੌੜੇ ਨੇ ਹਰ ਇੱਕ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੈ ਤਾਂ ਇਸ ਲਿਵਿੰਗ ਬੀਇੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਇਹ ਕਹਿਣਾ ਚਾਹ ਰਹੇ ਨੇ ਕਿ ਜਿਹੜਾ ਮਨੁੱਖ ਤੂੰ ਇਸ ਦੀ ਕਰਾਉਨਿੰਗ ਪੋਜੀਸ਼ਨ ਦੇ ਵਿੱਚ ਹੈ ਸਿਰਮੌਰ ਹੈ ਤੂੰ ਕਿਸ ਕਰਕੇ ਬੁੱਧੀ ਕਰਕੇ ਤੂੰ ਬੁੱਧੀ ਕਰਕੇ ਸਿਰਮੌਰ ਹੈ ਤੂੰ ਗੁਨਾਹ ਕਰਕੇ ਅਲੱਗ ਔਰ ਸ੍ਰੇਸ਼ਟ ਵਿਸ਼ੇਸ਼ਤਾ ਰੱਖਦਾ ਦੂਸਰੀਆਂ ਲਿਵਿੰਗ ਬੀਇੰਗਸ ਤੋਂ ਇਸ ਦੀ ਵਡਿਆਈ ਜਿਹੜੀ ਹੈ ਇਹ ਜਿਹੜੀ ਵਡਿਆਈ ਤੈਨੂੰ ਮਿਲੀ ਹੋਈ ਹੈ ਕਿ ਤੈਨੂੰ ਰੱਬ ਨੇ ਤੇਰੇ ਅੰਦਰ ਦਿਮਾਗ ਪਾਤਾ ਸੋਚਣ ਦਾ ਆਪਣਾ ਭਲਾ ਬੁਰਾ ਸੋਚਣ ਦਾ ਇਹ ਉਸ ਰੱਬ ਦੀ ਵਡਿਆਈ ਦਿੱਤੀ ਹੋਈ ਹੈ ਇਸ ਨੂੰ ਸਮਝਣਾ ਇਹਦੇ 'ਚ ਇਹ ਹੈ ਕਿ ਹੰਕਾਰ ਨਹੀਂ ਆਉਣਾ ਚਾਹੀਦਾ ਮਨੁੱਖ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਇਸ ਨੂੰ ਹੋਰ ਕਲੀਅਰ ਜੇ ਮੈਂ ਕਰਾਂ ਤਾਂ 184 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਤੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਇਸ ਗੱਲ ਨੂੰ ਇਸ ਤਰ੍ਹਾਂ ਕਹਿੰਦੇ ਨੇ ਆਮ ਜ਼ਿੰਦਗੀ ਦੇ ਵਿੱਚ ਹੁਕਮ ਦੀ ਮਹੱਤਤਾ ਕੀ ਹੈ ਇਸ ਨੂੰ ਸਮਝੀਏ ਗੈਰ ਕੁਦਰਤੀ ਨਿਯਮਾਂ ਨੂੰ ਅਪਣਾਉਣ ਕਾਰਨ ਸਾਡਾ ਜੀਵਨ ਗੁੰਝਲਦਾਰ ਬਣ ਗਿਆ ਇਸੇ ਕਾਰਨ ਪੂਰੀ ਮਨੁੱਖਤਾ ਜਿਹੜੀ ਹੈ ਅੱਜ ਜਦੋਂ ਅਸੀਂ ਅੱਜ ਦੀ ਸੈਂਚੁਰੀ ਵਿੱਚ ਦੇਖਦੇ ਹਾਂ ਖਤਰਨਾਕ ਅਤੇ ਮਾਰੂ ਬਿਮਾਰੀਆਂ ਦੀ ਸ਼ਿਕਾਰ ਹੋ ਚੁੱਕੀ ਆ ਅਸੀਂ ਅਗਲੇ ਲੈਕਚਰ 'ਚ ਆਉਣਾ ਲੈਕਚਰ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਬੱਚਿਆਂ ਦੇ ਦਿਮਾਗ ਖੂਨ ਦੇ ਵਿੱਚ ਯੂਰੇਨੀਅਮ ਜੋ ਹੈ ਪੈਦਾ ਹੋਣਾ ਸ਼ੁਰੂ ਹੋ ਗਿਆ ਅਤੇ ਸਾਰੀਆਂ ਪ੍ਰੋਬਲਮ ਦਾ ਮੂਲ ਕਾਰਨ ਇਹ ਹੈ ਕਿ ਅਸੀਂ ਤੇਜ਼ੀ ਨਾਲ ਜਿਹੜਾ ਡਿਵਾਈਨ ਲਾ ਹੈ ਜਿਹੜੀ ਰਜ਼ਾ ਹੈ ਉਸ ਪਰਮਾਤਮਾ ਦੀ ਉਹਦੀ ਉਲੰਘਣਾ ਕਰ ਰਹੇ ਹਾਂ ਉਹਨੂੰ ਵਾਇਲੇਟ ਕਰ ਰਹੇ ਹਾਂ ਤਾਂ ਸਰਲਤਾ ਅਤੇ ਸਹਿਜਤਾ ਇਹ ਕੁਦਰਤੀ ਨਿਯਮ ਜਾਂ ਡਿਵਾਈਨ ਲਾਈਨ ਹਨ ਡਿਵਾਈਨ ਲਾ ਹੈ ਅਤੇ ਇਸ ਕਰਕੇ ਹਰ ਚੀਜ਼ ਨੂੰ ਆਪਣੀ ਜ਼ੋਰ ਜ਼ਬਰਦਸਤੀ ਨਾਲ ਹੱਠ ਨਾਲ ਤੇਜ਼ੀ ਨਾਲ ਪ੍ਰਾਪਤ ਕਰਨ ਦੀ ਜਿਹੜੀ ਚਾਹ ਹੈ ਉਹ ਅੱਜ ਮਨੁੱਖ ਵਿੱਚ ਜੋ ਜਿੰਨੀਆਂ ਪ੍ਰੋਬਲਮਸ ਆ ਰਹੀਆਂ ਨੇ ਉਸ ਦੇ ਕਾਰਨ ਹੈ ਜਿਸ ਕਾਰਨ ਇਤਨੀ ਬਦ ਇੰਤਜ਼ਾਮੀ ਬਦ ਅਮਨੀ ਫੈਲ ਰਹੀ ਹੈ ਕਿ ਹੁਕਮ ਅਤੇ ਰਜ਼ਾ ਨੂੰ ਅਸੀਂ ਸਮਝ ਨਹੀਂ ਸਕੇ ਗੁਰੂ ਨਾਨਕ ਸਾਹਿਬ ਇੱਥੇ ਸਾਨੂੰ ਸਮਝਾ ਰਹੇ ਨੇ ਔਰ ਗੁਰੂ ਅੰਗਦ ਸਾਹਿਬ ਬੜੀ ਕਮਾਲ ਦੀਆਂ ਲਾਈਨ ਦੇ ਵਿੱਚ ਸਮਝਾ ਦਿੱਤਾ ਹੈ ਕਿ ਸੋ ਕਿਉਂ ਅੰਧਾ ਆਖੀਏ ਜੇ ਹੁਕਮੋਂ ਅੰਧਾ ਹੋਏ ਬਈ ਜਿਹੜਾ ਪਰਮਾਤਮਾ ਨੇ ਅੰਧਾ ਪੈਦਾ ਕਰਤਾ ਉਹ ਅੰਧਾ ਨਹੀਂ ਹੈ ਨਾਨਕ ਹੁਕਮ ਨਾ ਬੂਝੇ ਅੰਧਾ ਕਹੀਏ ਸੋਏ ਜਿਹੜਾ ਉਸ ਪਰਮਾਤਮਾ ਦੀ ਹੁਕਮ ਅਤੇ ਰਜ਼ਾ ਨੂੰ ਨਹੀਂ ਸਮਝ ਰਿਹਾ ਅੰਧਾ ਉਹ ਹੈ ਇਹ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਦੇਖੋ ਦੋ ਢੰਗ ਨੇ ਜੀਵਨ ਜੀਣ ਦੇ ਇੱਕ ਢੰਗ ਹੈ ਸੰਘਰਸ਼ ਦਾ ਆਪਾਧਾਪੀ ਕਰਨੀ ਔਰ ਇੱਕ ਢੰਗ ਹੈ ਸਮਰਪਣ ਦਾ ਤੋ ਸੰਘਰਸ਼ ਮੀਨ ਕੀ ਹੋਇਆ ਆਈ ਮੀ ਮਾਈ ਕਲਚਰ ਅਤੇ ਸਮਰਪਣ ਮੀਨ ਉੱਥੇ ਆਈ ਮੀ ਮਾਈ ਦਾ ਸਵਾਲ ਹੀ ਨਹੀਂ ਹੈ ਜੋ ਸੰਘਰਸ਼ੀ ਹੈ ਉਹ ਸੰਸਾਰੀ ਹੈ ਜੋ ਸਮਰਪਣ ਕਰਦਾ ਉਹ ਧਾਰਮਿਕ ਹੈ ਕਿਵੇਂ ਛੋਟੀਆਂ ਛੋਟੀਆਂ ਲਾਈਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਮਰਪਣ ਹੁਕਮ ਨਾਲ ਸੰਬੰਧਿਤ ਹੈ ਅਤੇ ਜਿਹੜਾ ਸਚਿਆਰ ਦੀ ਗੱਲ ਕੀਤੀ ਹੈ ਸਚਿਆਰ ਉਹ ਹੀ ਬਣ ਸਕਦਾ ਹੈ ਜਿਹੜਾ ਉਹਦੀ ਰਜ਼ਾ ਅਤੇ ਜਿਹੜੇ ਉਹਦੇ ਹੁਕਮ ਨੂੰ ਪਛਾਣੇਗਾ ਔਰ ਉਸ ਨੂੰ ਸਮਰਪਣ ਕਰਕੇ ਉਸ ਨੂੰ ਮੰਨੇਗਾ ਹੁਣ ਅੱਗੇ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ
ਜਿੰਨੀਆਂ ਮਰਜ਼ੀ ਕਰ ਲਓ ਚੂ ਚਲਾਕੀਆਂ, ਜਿੰਨੇ ਮਰਜ਼ੀ ਹੱਠ ਕਰ ਲਓ, ਜ਼ੋਰ ਜ਼ਬਰਦਸਤੀਆਂ ਕਰ ਲਓ, ਹੋਣਾ ਉਹੀ ਹੈ ਜੋ ਉਹਦਾ ਹੁਕਮ ਹੈ, ਜੋ ਉਹਦੀ ਰਜ਼ਾ ਹੈ। ਤਾਂ ਚੰਗਾ ਹੈ ਕਿ ਅਸੀਂ ਉਸ ਦੀ ਹੁਕਮ ਤੇ ਰਜ਼ਾ ਨੂੰ ਸਮਝ ਕੇ ਫਿਰ ਅੱਗੇ ਕਹਿੰਦੇ ਨੇ ਕਿ ਹੁਕਮੇ ਅੰਦਰ ਸਭ ਕੋ ਵਾਲੀ ਗੱਲ ਹੋ ਗਈ, ਤਾਂ ਐਸੇ ਹੁਕਮੀ ਨੂੰ ਜਿਸ ਦੀ ਕਮਾਂਡ ਤੋਂ ਬਾਹਰ ਜਾਇਆ ਹੀ ਨਹੀਂ ਜਾ ਸਕਦਾ, ਫਿਰ ਉਸ ਨੂੰ ਕਿਵੇਂ ਅਸੀਂ ਖੁਸ਼ ਕਰ ਸਕਦੇ ਹਾਂ। ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ। ਤਾਂ ਉੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਦੋ ਤਰੀਕੇ ਨੇ ਕਿਸੇ ਨੂੰ ਖੁਸ਼ ਕਰਨ ਦੇ। ਇੱਕ ਤਰੀਕਾ ਤਾਂ ਇਹ ਹੈ ਕਿ ਆਪਣੇ ਜ਼ਬਾਨ ਨਾਲ, ਮਿਠਾਸ ਨਾਲ, ਸ਼ੁਭ ਗੁਣਾਂ ਨਾਲ, ਜਾਂ ਕੋਈ ਤੋਹਫਾ ਜਾਂ ਨਜ਼ਰਾਨਾ ਦੇ ਕੇ ਉਸ ਨੂੰ ਅਸੀਂ ਖੁਸ਼ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਸਭ ਦਾ ਦਿੱਤਾ ਹੀ, ਸਭ ਕੁਝ ਦਿੱਤਾ ਹੀ ਉਸ ਦਾ ਹੋਇਆ, ਤਾਂ ਫਿਰ ਕੀ ਉਹਦੇ ਅੱਗੇ ਰੱਖੇਗਾ? ਤੂੰ ਤੇਰਾ ਤਾਂ ਨਹੀਂ ਹੈ ਕੁਛ ਵੀ, ਤੂੰ ਆਪਣਾ ਕੀ ਦੇ ਸਕਦਾ? ਉੱਥੇ ਫਿਰ ਗੁਰੂ ਨਾਨਕ ਸਾਹਿਬ ਕਹਿ ਰਹੇਗੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੁਣ ਅੰਮ੍ਰਿਤ ਵੇਲੇ 'ਤੇ ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਵਿਚਾਰ ਕਰਨਾ ਚਾਹਾਂਗਾ ਕਿ ਆਮ ਤੌਰ 'ਤੇ ਅੰਮ੍ਰਿਤ ਵੇਲੇ ਨੂੰ ਅਸੀਂ ਅਰਲੀ ਮੋਰਨਿੰਗ ਨਾਲ ਕਹਿੰਦੇ ਹਾਂ, ਸਮਝਿਆ ਵੀ ਇਹੀ ਜਾਂਦਾ ਹੈ। ਤਾਂ ਮੈਨੂੰ ਅੰਮ੍ਰਿਤ ਵੇਲੇ 'ਤੇ ਮੈਂ 3 ਤਰੀਕੇ ਦੇ ਅੰਮ੍ਰਿਤ ਵੇਲੇ ਮੈਨੂੰ ਲੱਗਦਾ ਹੈ ਜੋ ਮੈਂ ਸਟੱਡੀ ਕੀਤੀ ਹੈ। ਦੇਖੋ ਜਿਤਨਾ ਗੁਰੂ ਗ੍ਰੰਥ ਸਾਹਿਬ ਹੈ, ਜਿਤਨੀ ਵਾਰ ਵੀ ਅਰਲੀ ਮੋਰਨਿੰਗ ਦੀਆਂ ਉਹਦੇ ਵਿੱਚ ਗੱਲਾਂ ਆਈਆਂ ਨੇ, ਉਹਦੇ 'ਚ 2-3 ਤਰੀਕੇ ਦੇ ਸ਼ਬਦ ਆਏ ਨੇ। ਇੱਕ ਆਇਆ ਪ੍ਰਭਾਤ, ਅਤੇ ਇੱਕ ਪ੍ਰਭਾਤ ਹੈ, ਦੂਸਰਾ ਵਰਡ ਮੇਰੇ ਜ਼ਹਿਨ ਵਿੱਚ ਨਹੀਂ ਆ ਰਿਹਾ, ਮੈਂ ਬਲਕੇ, ਇੱਕ ਬਲਕੇ, ਇੱਕ ਪ੍ਰਭਾਤ। ਹੁਣ ਅੰਮ੍ਰਿਤ ਵੇਲਾ ਇੱਕ ਤਾਂ ਮੈਨੂੰ ਲੱਗਦਾ ਉਹ ਹੈ ਜਦੋਂ ਅਸੀਂ ਸੰਗਤ ਰੂਪ ਦੇ ਵਿੱਚ, ਸੰਗਤੀ ਰੂਪ ਦੇ ਵਿੱਚ ਬੈਠਦੇ ਹਾਂ। ਇੱਕ ਤਾਂ ਅੰਮ੍ਰਿਤ ਵੇਲਾ ਉਹ ਹੈ। ਪ੍ਰਭਾਤ ਸਮੇਂ ਜੋ ਪਿਛਲੀ ਰਾਤ ਹੁੰਦਾ ਹੈ, ਅਰਲੀ ਮੋਰਨਿੰਗ, ਉਸ ਨੂੰ ਕਹਿੰਦੇ ਨੇ। ਔਰ ਇੱਕ ਜਿਹੜਾ ਤੀਸਰਾ ਚਿੱਤ ਦੀ ਇਕਾਗਰਤਾ, ਕੱਲ੍ਹ ਗੱਲ ਹੋ ਰਹੀ ਸੀ ਨਾ ਨਾਮ ਦੀ, ਕਿ ਦਾ ਫੀਲਿੰਗ ਆਫ ਦਾ ਐਗਜ਼ਿਸਟੈਂਸ ਆਫ ਗॉड ਇਨਟੂ ਯੂਅਰ ਸੈਲਫ, ਇਨ ਯੂਅਰ ਸੈਲਫ, ਮੈਨੂੰ ਇੱਕ ਉਹ ਵੀ ਅੰਮ੍ਰਿਤ ਵੇਲਾ ਲੱਗਦਾ। ਇਹ ਹੈ ਕਿ ਜਦੋਂ ਵੀ ਚਿੱਤ ਵਿੱਚ ਪਰਮਾਤਮਾ ਦਾ ਅਹਿਸਾਸ ਉਤਪੰਨ ਹੋਵੇ, ਉਹ ਅੰਮ੍ਰਿਤ ਵੇਲਾ। ਅੰਮ੍ਰਿਤ ਨਾਮ ਰਾਹੀਂ ਇਸ ਨੂੰ ਅਸੀਂ ਸਪਸ਼ਟ ਕਰਦੇ ਹਾਂ। ਪਰਮਾਤਮਾ ਵੱਲੋਂ ਇੱਕ ਤੋਹਫਾ ਦਿੱਤਾ ਅਰਲੀ ਮੋਰਨਿੰਗ ਦਾ ਜਿਹੜਾ ਸਮਾਂ ਸ਼ਾਂਤ ਹੁੰਦਾ, ਅਸੀਂ ਸੋ ਕੇ ਉੱਠਦੇ ਹਾਂ, ਸਾਡਾ ਦਿਮਾਗ ਫਰੈਸ਼ ਹੁੰਦਾ ਹੈ। ਆਫ ਕੋਰਸ ਉਹ ਸਮਾਂ ਬਹੁਤ ਹੀ ਜੋ ਹੈ ਮਾਕੂਲ ਹੈ ਉਸ ਪਰਮਾਤਮਾ ਨੂੰ ਜੋ ਹੈ ਦਾ ਸਿਮਰਨ ਕਰਨ ਦਾ। ਲੇਕਿਨ ਅੱਗੇ ਜਿਹੜੀ ਗੁਰੂ ਸਾਹਿਬ ਦੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਲਾਈਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲੇ ਭਗਤੀ ਹੋਏ। ਟਾਈਮ ਦੇ ਨਾਲ ਜਿਹੜੀ ਹੈ ਉਹ ਇਹ ਭਗਤੀ ਜਿਹੜੀ ਹੈ ਉਹ ਨਹੀਂ ਜੋੜੀ ਜਾ ਸਕਦੀ। ਅੰਨ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ, ਕਿ ਹਰ ਟਾਈਮ ਹੀ ਉਸ ਦੇ ਨਾਲ ਰਤਿਆ ਰਹਿਣਾ, ਤਾਂ ਫਿਰ ਅਰਲੀ ਮੋਰਨਿੰਗ ਹੀ ਸਿਰਫ ਨਹੀਂ ਹੋ ਸਕਦਾ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅੰਮ੍ਰਿਤ ਵੇਲਾ ਇੱਕ ਸਿਚੁਏਸ਼ਨ ਹੈ। ਉਹ ਸਿਚੁਏਸ਼ਨ ਕਿਸੇ ਟਾਈਮ ਵੀ ਐਫਰਟਸ ਨਾਲ, ਆਪਣੀ ਇੰਡੋਰ ਨਾਲ ਤੁਸੀਂ ਉਸ ਸਿਚੁਏਸ਼ਨ ਨੂੰ ਫੀਲ ਕਰ ਸਕਦੇ ਹੋ। ਜਿਵੇਂ ਕੱਲ੍ਹ ਨਾਮ ਦੀ ਗੱਲ ਹੋਈ ਕਿ ਹਜ਼ਾਰਾਂ ਸ਼ੋਰ ਸ਼ਰਾਬਿਆਂ ਦੇ ਵਿੱਚ ਵੀ ਉਸ ਪਰਮਾਤਮਾ ਦੇ ਨਾਲ ਤੁਸੀਂ ਜੁੜ ਸਕਦੇ ਹੋ, ਬਸ਼ਰਤੇ ਉਹ ਅੰਦਰ ਦੀ ਜਿਹੜੀ ਮਨ ਦੀ ਜਿਹੜੀ ਹੈ ਉਹ ਗੱਲ ਅੱਗੇ ਉਹਨਾਂ ਲਾਈਨਾਂ ਵਿੱਚ ਅਗਲੀਆਂ ਪੌੜੀਆਂ ਦੇ ਵਿੱਚ ਉਹ ਆਏਗੀ। ਤੋ ਅੰਮ੍ਰਿਤ ਵੇਲੇ ਦੀ ਮੈਂ ਗੱਲ ਕਰਾਂ ਤਾਂ ਗਾਰੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਬੁਲਾਇਆ। ਕਿ ਗੁਰੂ ਨਾਨਕ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਗੁਰਬਾਣੀ ਸਾਨੂੰ ਸ਼ਬਦ ਗੁਰੂ ਇਹ ਕਹਿ ਰਿਹਾ ਕਿ ਪਰਮਾਤਮਾ ਤਾਂ ਨੇ ਅੰਮ੍ਰਿਤ ਤਾਂ ਤੇਰੇ ਅੰਦਰ ਪਾਇਆ, ਤੂੰ ਜਿਸ ਦਿਨ ਉਸ ਅੰਮ੍ਰਿਤ ਨੂੰ ਅਹਿਸਾਸ ਕਰ ਲਿਆ ਉਹ ਅੰਮ੍ਰਿਤ ਵੇਲਾ। ਜਿਸ ਸਮੇਂ ਤੂੰ ਉਸ ਅੰਮ੍ਰਿਤ ਦੇ ਅੰਦਰ ਰੂਪੀ ਅੰਮ੍ਰਿਤ ਨੂੰ ਤੂੰ ਅਹਿਸਾਸ ਕਰ ਲੇਗਾ ਉਹ ਅੰਮ੍ਰਿਤ ਵੇਲਾ ਹੋਏਗਾ। ਨੋ ਨਿਦ ਅੰਮ੍ਰਿਤ ਪ੍ਰਭ का नाम देही में इसका विश्राम, इस देही में, ਅੱਗੇ ਇੱਕ ਲਾਈਨ ਹੈ, इस देही में पंच चोर वसे काम करो लो मोह हंकारा ਅੰਮ੍ਰਿਤ ਲੂਟੇ। ਇਹ ਜਿਹੜੀਆਂ 5 ਵਾਈਸਿਸ ਨੇ ਨਾ, ਇਹ ਤੁਹਾਨੂੰ ਅਹਿਸਾਸ ਨਹੀਂ ਦਵਾ ਪਾ ਰਹੀਆਂ ਕਿ ਤੁਹਾਡੇ ਅੰਦਰ ਅੰਮ੍ਰਿਤ ਹੈ। ਜਿਸ ਦਿਨ ਤੁਸੀਂ ਇਹਨਾਂ ਕਾਮ ਕਰੋ ਲੋ ਮੋਹ ਹੰਕਾਰ ਨੂੰ ਮੈਨੇਜ ਕਰ ਲਓਗੇ, ਜਿਹੜਾ ਹੂਜ਼ ਐਵਰ ਡਿਸਿਪਲਿਨ ਇਜ਼ ਮਾਈਂਡ। ਇਹ ਕਈ ਲੋਕ ਕਹਿੰਦੇ ਨੇ ਕਿ ਜਿਹੜੀਆਂ 5 ਵਾਈਸਿਸ ਨੇ ਇਹ ਤੁਹਾਡੇ ਸਰੀਰ 'ਚੋਂ ਅਸੀਂ ਖ਼ਤਮ ਕਰ ਦਿਆਂਗੇ। ਇੱਕ ਗੱਲ ਸਮਝ ਲੈਣਾ ਕਿ ਇਹ 5 ਵਾਈਸਿਸ ਵੀ ਉਸ ਕ੍ਰੀਏਟਰ ਦੀਆਂ ਕ੍ਰੀਏਟ ਕੀਤੀਆਂ ਹੋਈਆਂ ਨੇ, ਇਹ ਕਦੀ ਖ਼ਤਮ ਨਹੀਂ ਹੋ ਸਕਦੀਆਂ। ਉੱਤੋਂ ਪਾਣੀ ਗਿਰ ਰਿਹਾ, ਯੂ ਕੈਨ ਨਾਟ ਸਟੋਪ ਦੈਟ ਵਾਟਰ,
ਯੂ ਕੈਨ ਡਾਇਵਰਟ ਦਾ ਅਟੈਂਸ਼ਨ ਡਾਇਰੈਕਸ਼ਨ ਆਫ ਦੈਟ ਵਾਟਰ। ਅਤੇ ਇਹਨਾਂ ਪੰਜਾਂ ਦੀ ਜਿਹੜੀ ਡਾਇਰੈਕਸ਼ਨ ਨੂੰ ਜਿਹੜਾ ਹੈ ਅਗਰ ਅਸੀਂ ਮੈਂ ਸਮਝਦਾ ਕਿ ਡਿਸਿਪਲਨ ਕਰ ਲਵਾਂਗੇ, ਉਦੋਂ ਫਿਰ ਜਿਹੜਾ ਅੰਦਰ ਦਾ ਅੰਮ੍ਰਿਤ ਨਾਮ ਸਾਡੇ ਅੰਦਰ ਹੈ। ਤਾਂ ਮੈਂ ਇੱਥੇ ਇਸ ਗੱਲ ਨੂੰ ਇੱਥੇ ਹੀ ਜਿਹੜੀ ਸਮਝਾਉਣ ਦੀ ਕੋਸ਼ਿਸ਼ ਕਰਨਾ ਕਿ ਜਿਹੜੀ ਆਈਡੀਅਲ ਸਿਚੁਏਸ਼ਨ ਹੈ, ਕੁਦਰਤ ਦਾ ਤੋਹਫਾ ਹੈ, ਉਹ ਸਵੇਰ ਦਾ ਟਾਈਮ ਹੈ, ਇਹਦੇ ਵਿੱਚ ਕੋਈ ਰਾਏ ਨਹੀਂ ਹੈ। ਪਰ ਉਸ ਪਰਮਾਤਮਾ ਦਾ ਅਹਿਸਾਸ ਜਿਸ ਸਮੇਂ ਵੀ ਹੋਵੇ, ਮੈਨੂੰ ਲੱਗਦਾ ਹੈ ਕਿ ਅੰਮ੍ਰਿਤ ਵੇਲਾ ਉਹ ਸਮਾਂ ਹੋ ਸਕਦਾ ਹੈ। ਤਾਂ ਇਹ ਪਤਾ ਕਿਵੇਂ ਲੱਗੇਗਾ? ਇਹ ਇਨਰ ਇੰਜੀਨੀਅਰਿੰਗ ਨਾਲ ਲੱਗੇਗਾ ਕਿ ਇਹ ਸਾਧਨ ਉਸ ਪਰਮਾਤਮਾ ਨੂੰ ਅੱਗੋਂ ਗੱਲ ਇਹ ਕਹਿ ਰਹੇ ਨੇ ਕਿ ਇਹ ਜਿਹੜਾ ਸਾਧਨ ਹੈ, ਜਦੋਂ ਤੁਹਾਨੂੰ ਅੰਮ੍ਰਿਤ ਵੇਲੇ ਦਾ ਅਹਿਸਾਸ ਹੋ ਜਾਏਗਾ, ਬਸ ਤੁਸੀਂ ਉਸ ਦੇ ਨਾਮ ਨੂੰ ਜਦੋਂ ਅੰਦਰ ਵਸਾ ਲਓਗੇ, ਇਹ ਉਸ ਨੂੰ ਖੁਸ਼ ਕਰਨ ਦਾ ਇੱਕ ਸਾਧਨ ਹੈ। ਬਈ ਕੋਈ ਜਿਹੜੀ ਭਗਤੀ ਹੈ, ਹੋਰ ਕੋਈ ਭਗਤੀ ਦਾ ਤਰੀਕਾ ਨਹੀਂ। ਬੁੱਤ ਪੂਜਾ ਕਰ ਲਓ ਜਾਂ ਹੋਰ ਕੋਈ ਸਾਧਨ ਕਰਮ ਕਾਂਡ ਕਰ ਲਓ, ਕੇਵਲ ਉਸ ਦੀ ਸੇਵਾ ਕਰਨੀ, ਪ੍ਰੇਮ ਨਾਲ ਉਸ ਦੇ ਗੁਣ ਗਾਉਣਾ, ਆਪਣੇ ਅੰਦਰ ਤੱਕ ਉਸ ਦੇ ਨਾਮ ਨੂੰ ਲਿਜਾਣਾ ਅੰਮ੍ਰਿਤ ਵੇਲਾ ਹੈ। ਤੀਰਥ ਇਸ਼ਨਾਨਾਂ ਨਾਲ ਜਿਹੜੇ ਕਰਮ ਕਾਂਡਾਂ ਦੀ ਗੱਲ ਮੈਂ ਪਹਿਲੇ ਕਰ ਦਿੱਤੀ ਹੈ। ਫਿਰ ਨਾਲ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਗੁਰੂ ਨਾਨਕ ਦੀ ਸਾਰੀ ਫਿਲਾਸਫੀ ਜਿਹੜੀ ਹੈ ਉਹ ਅਮਲ ਹੈ, ਪ੍ਰੈਕਟਿਸ ਹੈ। ਸਿਰਫ ਨਾਮ ਨੂੰ ਉਸ ਵਾਰ-ਵਾਰ ਪਾਠ ਕਰ ਲੈਣੇ, ਵਾਰ-ਵਾਰ ਨਾਮ ਜਪ ਲੈਣਾ ਮੂੰਹ ਤੋਂ, ਇਹ ਇਸ ਨਾਲ ਜੋ ਹੈ ਜਿਹੜੀ ਜੇ ਉਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਤਾਂ ਉਸ ਨਾਲ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਫਿਰ ਉਹਦਾ ਕੋਈ ਫਾਇਦਾ ਨਹੀਂ। ਤੁਹਾਡੀ ਮੱਤ ਵਿੱਚ ਰਤਨ ਵੀ ਨੇ, ਜਵਾਹਰ ਵੀ ਨੇ, ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਇੱਕ ਸੁਖਨੀ। ਇੱਕ ਗੱਲ ਵੀ ਸੁਣ ਲੋਗੇ, ਇੱਕ ਗੱਲ ਵੀ ਸਮਝ ਲੋਗੇ, ਇੱਕ ਗੱਲ ਵੀ ਆਪਣੇ ਅੰਦਰ ਪਾ ਲਓਗੇ ਤਾਂ ਤੁਹਾਨੂੰ ਜਿਹੜੀ ਹੈ ਉਸ ਅੰਮ੍ਰਿਤ ਦਾ ਅਹਿਸਾਸ ਆਪਣੇ ਅੰਦਰ ਹੋ ਜਾਏਗਾ। ਹਜ਼ਾਰਾਂ ਗੱਲਾਂ ਸੁਣਨ ਨਾਲ ਕੁਝ ਨਹੀਂ ਹੁੰਦਾ, ਇੱਕੋ ਹੀ ਸੁਣਨ ਨਾਲ ਸਭ ਕੁਝ ਹੋ ਜਾਏਗਾ। ਦੋ ਰਾਹ ਹਨ ਸੁਣਨ ਦੇ, ਇੱਕ ਰਾਹ ਹੈ ਬੁੱਧੀ ਦਾ, ਦੂਸਰਾ ਰਾਹ ਹੈ ਹਿਰਦੇ ਦਾ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਆਰਟ ਆਫ ਲਿਸਨਿੰਗ। ਹੁਣ ਜਿਹੜੀਆਂ ਸੁਣੀਏ ਦੀਆਂ 4 ਪੌੜੀਆਂ ਨੇ, ਉਹਦੇ 'ਚ ਆਰਟ ਆਫ ਲਿਸਨਿੰਗ ਦੀ ਗੱਲ ਹੁਣ ਆ ਰਹੀ ਹੈ ਕਿ ਪੌੜੀਆਂ, ਇਹਨਾਂ 4 ਪੌੜੀਆਂ ਵਿੱਚ ਜਿਹੜੀਆਂ ਸੁਣਨ ਦੀਆਂ ਪੌੜੀਆਂ ਨੇ, ਇਹਦੇ ਵਿੱਚ ਸੁਣਨ ਦੀ ਮਹਿਮਾ, ਇਹਨੂੰ ਸਰਵਨ ਭਗਤੀ ਕਹਿੰਦੇ ਨੇ। ਅਤੇ ਇਹ ਬੜੀ ਉੱਚ ਅਵਸਥਾ ਹੈ। ਅਸੀਂ ਆਮ ਤੌਰ 'ਤੇ ਪਾਠ ਕਰਦੇ ਹਾਂ ਅਤੇ ਇਸ ਨੂੰ ਬੜਾ ਸਹਿਜ ਨਾਲ ਪੜ੍ਹ ਲੈਂਦੇ ਹਾਂ, ਲੇਕਿਨ ਜੇ ਇਸ ਨੂੰ ਬੜੇ ਗਹਿਰੇ ਤਰੀਕੇ ਨਾਲ ਬਿਹਾਈਂਡ ਦੀ ਲਾਈਨ ਸੋਚੀਏ, ਦੇਖੋ ਮਹਾਵੀਰ ਜੈਨਿਜ਼ਮ ਦੇ ਬਹੁਤ ਵੱਡੇ ਜੇ ਉਸ ਨੂੰ ਰੱਬ ਮੰਨਦੇ ਨੇ ਮਹਾਵੀਰ ਨੂੰ, ਉਸਨੇ ਮੋਕਸ਼ ਲਈ 4 ਘਾਟ ਦੱਸੇ, ਜਿਨ੍ਹਾਂ ਵਿੱਚੋਂ ਇੱਕ ਸ਼ਰਾਵਕ ਹੈ, ਸੁਣਨ ਵਾਲਾ ਚੇਲਾ, ਜੋ ਸੁਣਨ ਵਿੱਚ ਸਮਰੱਥ ਹੈ, ਜਿਹੜਾ ਸੁਣਨ ਦੀ ਕਲਾ ਆਰਟ ਸਿੱਖ ਗਿਆ, ਜਿਸ ਨੇ ਜਾਣ ਲਿਆ ਕਿ ਕਿਵੇਂ ਸੁਣਨਾ ਹੈ ਔਰ ਜਿਸ ਨੇ ਤੇ ਪਛਾਣ ਲਿਆ ਕਿ ਕੀ ਸੁਣਨਾ ਹੈ, ਉਹ ਜਿਹੜਾ ਹੈ ਕਹਿੰਦੇ ਕਿ ਉਹਨੂੰ ਮੁਕਤੀ ਜਿਹੜੀ ਹੈ ਉਹ ਮਿਲ ਜਾਏਗੀ। ਅਤੇ ਅੱਜ ਕੱਲ੍ਹ ਦੇ ਸਾਇੰਟਿਸਟਾਂ ਨੇ ਇਹਨਾਂ ਦੀਆਂ ਸੈਂਸਿਸ ਦੀਆਂ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਇਹਨਾਂ ਦੀ ਜਿਹੜੀ ਖੋਜ ਕੀਤੀ ਤਾਂ ਉਹਨਾਂ ਨੇ ਪਾਇਆ ਕਿ ਜੋ ਕੁਛ ਅਸੀਂ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਸੁਣਦੇ ਹਾਂ, ਉਹਦਾ 98% ਅਸੀਂ ਇੱਧਰੋਂ ਸੁਣਦੇ ਹਾਂ ਔਰ ਇੱਧਰੋਂ ਕੱਢ ਦਿੰਦੇ ਹਾਂ। ਇਹ ਅੱਜ ਦੇ ਜਿਹੜੇ ਸਾਈਕੋਲੋਜਿਸਟ ਨੇ ਵੱਡੇ ਵੱਡੇ, ਇਹ ਉਹਨਾਂ ਦੀ ਗੱਲ ਹੈ ਕਿ ਕਿਉਂਕਿ ਉਹ ਕਹਿੰਦੇ ਨੇ ਕਿ ਲਿਸਨਿੰਗ ਇਜ਼ ਦਾ ਮੋਸਟ ਡਿਫੀਕਲਟ ਐਕਟੀਵਿਟੀ। ਤਾਂ ਸ਼ਰਵਣ ਦੀ ਕਲਾ ਜਾਂ ਸੁਣਨ ਦੀ ਸ਼ਕਤੀ ਜਿਹੜੀ ਹੈ, ਇਹ ਤਦ ਹੀ ਮਿਲਦੀ ਹੈ ਜਦੋਂ ਅੰਦਰਲਾ ਜਿਹੜਾ ਸਾ ਵਾਰਤਾਲਾਪ ਹੋ ਰਿਹਾ ਨਾ ਸਾਡਾ, ਜਦੋਂ ਉਸ ਨੂੰ ਤੁਸੀਂ ਕੰਟਰੋਲ ਕਰ ਲਓਗੇ ਤਾਂ ਤੁਹਾਨੂੰ ਸੁਣਨ ਦਾ ਜਿਹੜਾ ਆਰਟ ਹੈ, ਜਿਹੜਾ ਗੁਰੂ ਨਾਨਕ ਸਾਹਿਬ ਤੁਹਾਨੂੰ ਸਮਝਾਉਣਾ ਚਾਹੁੰਦੇ ਨੇ। ਔਰ ਜਿਹੜੇ ਸੁਣਨ ਦੀ ਸ਼ਕਤੀ ਪ੍ਰਾਪਤ ਕਰ ਲੈਂਦੇ ਨੇ ਨਾ, ਉਹ ਆਪਣੀਆਂ ਹਿਰਦੇ ਦੀਆਂ ਧੜਕਣਾਂ, ਬਲੱਡ ਦੀ ਜਿਹੜੀ ਚੱਲ ਰਿਹਾ ਅੰਦਰ, ਉਹਦੀ ਵੀ ਆਵਾਜ਼ ਸੁਣ ਲੈਂਦੇ ਨੇ। ਇਤਨੀ ਸੈਂਸ ਆ ਜਾਂਦੀ ਹੈ ਅੰਦਰ। ਤੋ ਜੀਸਸ ਕ੍ਰਾਈਸਟ ਕ੍ਰਿਸਚੈਨਿਟੀ ਦੇ ਵਿੱਚ ਉਹ ਆਪਣੇ ਲੋਕਾਂ ਨੂੰ ਜਦੋਂ ਪ੍ਰੇ ਕਰਨ ਲਈ ਪ੍ਰੇਰਦੇ ਨੇ, ਅਰਦਾਸ ਕਰਨ ਲਈ ਕਹਿੰਦੇ ਨੇ, ਤਾਂ ਉਹ ਕਹਿੰਦੇ ਨੇ ਕਿ ਪ੍ਰੇ ਉਹ ਹੀ ਕਰ ਸਕਦਾ, ਅਰਦਾਸ ਉਹ ਹੀ ਕਰ ਸਕਦਾ ਜਿਸ ਵਿੱਚ ਸੁਣਨ ਦੀ ਆਦਤ ਹੋਵੇ। ਉਹ ਪਹਿਲੇ ਹੀ ਕੰਡੀਸ਼ਨ ਰੱਖ ਦਿੰਦੇ ਨੇ ਸੁਣਨ ਦੀ। ਤੋ ਜੇ ਮਨ ਸੁਣਨਾ ਬੰਦ ਕਰ ਦੇਵੇ ਤਾਂ ਬਾਹਰ ਦਾ ਸ਼ੋਰ ਆਪੇ ਹੀ ਸੁਣਨਾ ਬੰਦ ਹੋ ਜਾਏਗਾ। ਅਤੇ ਮਨ ਇੱਕੋ ਸਮੇਂ ਇੱਕੋ ਕੰਮ ਕਰ ਸਕਦਾ, ਜਾਂ ਅੰਦਰ ਦੀ ਸੁਣ ਸਕਦਾ ਅਤੇ ਜਾਂ ਬਾਹਰ ਦਾ ਸ਼ੋਰ ਸੁਣ ਸਕਦਾ। ਤਾਂ ਮਨ ਨੂੰ ਧਿਆਨ ਦੇ ਨਾਲ ਕੰਨਾਂ ਨਾਲ ਜੋੜਨਾ। ਇੱਥੇ ਸੁਣੀਆਂ ਦੀਆਂ ਪੌੜੀਆਂ ਗੁਰੂ ਨਾਨਕ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਕਿ ਮਨ ਦਾ ਜਿਹੜਾ ਕੰਟਰੋਲਰ ਹੈ ਜਾਂ ਮਨ ਦੇ ਜਿਹੜਾ ਰਾਜਾ ਹੈ, ਜਿਹੜਾ ਮਨ ਨੂੰ ਕੰਟਰੋਲ ਕਰਦਾ, ਉਹ ਫਿਰ ਉਹੀ ਗੱਲ ਆ ਗਈ, ਭੁੱਖਿਆਂ ਭੁੱਖਣਾ ਉਤਰੀ, ਡਿਜ਼ਾਇਰਸ ਨੇ। ਤਾਂ ਡਿਜ਼ਾਇਰ ਜੋ ਚਾਹੁੰਦੀ ਹੈ
ਸਾਨੂੰ ਉਸ ਅਨੁਸਾਰ ਜਿਹੜਾ ਮਨੁੱਖ ਚੱਲਦਾ ਹੈ, ਜੋ ਦੇਖਣਾ ਚਾਹੇ, ਜੋ ਸੁਣਨਾ ਚਾਹੇ, ਡਿਜ਼ਾਇਰਸ ਉਹੀ ਤੁਹਾਨੂੰ ਸੁਣਾਉਂਦੀਆਂ ਜਾਂ ਦਿਖਾਉਂਦੀਆਂ ਨੇ। ਤਾਂ ਇਹਨਾਂ ਇੰਦਰੀਆਂ ਦੇ ਬਗੈਰ, ਇਹਨਾਂ ਇੰਦਰੀਆਂ ਦਾ ਰਸ ਵੀ ਲਿਆ ਜਾ ਸਕਦਾ ਹੈ। ਜਿਹੜਾ ਹੈ ਮਨ ਹੈ, ਇਹ ਇਤਨੀਆਂ ਇਸ ਇਨਸਾਨ ਦੇ ਉੱਤੇ ਜਿਹੜੀ ਹੈ ਉਹਨਾਂ ਦਾ ਗਲਬਾ ਹੋ ਜਾਂਦਾ। ਤੁਸੀਂ ਅੱਖਾਂ ਬੰਦ ਕਰ ਲਓ ਤਾਂ ਤੁਸੀਂ ਜੋ ਦੇਖਣਾ ਚਾਹੁੰਦੇ ਹੋ ਅੱਖਾਂ ਬੰਦ ਕਰਕੇ ਵੀ ਦੇਖ ਲਓਗੇ, ਜੋ ਸੁਣਨਾ ਚਾਹੁੰਦੇ ਹੋ ਅੱਖਾਂ ਕੰਨ ਬੰਦ ਕਰਕੇ ਵੀ ਸੁਣ ਸਕਦੇ ਹੋ। ਤਾਂ ਇਸੇ ਲਈ ਗੁਰਬਾਣੀ ਕਹਿ ਰਹੀ ਹੈ ਮਨ ਮਾਰੇ ਜੀਵਤ ਮਰ ਜਾਣ, ਜਿਹੜਾ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀਗਾ। ਤਾਂ ਹੁਣ ਗੁਰੂ ਸਾਹਿਬ ਇਸ ਲਈ ਧਿਆਨ ਨਾਲ ਸੁਣਨ ਦੀ ਗੱਲ ਕਰ ਰਹੇ ਨੇ, ਯਾਨੀ ਮਨ ਨੂੰ ਕੰਟਰੋਲ ਕਰਕੇ ਕਿਸੇ ਵੀ ਮੰਤਰ, ਕਿਸੇ ਵੀ ਵਿਚਾਰ ਨੂੰ ਮਨ ਵਿੱਚ ਟਿਕਾ ਲੈਣਾ ਅਤੇ ਉਸ ਟਿਕਾਈ ਰੱਖ ਲੈਣਾ ਉਸ ਨੂੰ। ਇਹ ਜਿਹੜੀ ਗੱਲ ਸੁਣਨ ਤੋਂ ਉਹਨਾਂ ਨੇ ਗੱਲ ਕੀਤੀ ਹੈ। ਜਿਹੜੇ ਸਾਈਕੋਲੋਜਿਸਟ ਦੀ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੇ ਹੁਣੇ ਇੱਕ ਆਰਟੀਕਲ ਆਇਆ ਸੀ, ਮੈਂ ਉਸ ਨੂੰ ਥੋੜ੍ਹਾ ਜਿਹਾ ਜ਼ਿਕਰ ਕਰ ਦਿੰਦਾ ਕਿ ਉਹ ਉਸ ਦੇ ਵਿੱਚ ਇੱਕ ਵੱਡੀ ਤੋਂ ਵੱਡੀ ਕੋਈ ਸੰਸਾਰ ਦੀ ਪ੍ਰੋਬਲਮ ਹੋਵੇ, ਜੇ ਕੋਈ ਉਸ ਦੀ ਜਿਹਦੀ ਪ੍ਰੋਬਲਮ ਹੈ ਉਹਦੀ 50% ਵੀ ਕੋਈ ਵੇਦਨਾ ਜਾਂ ਜਿਹੜੀ ਪ੍ਰੋਬਲਮ ਸੁਣ ਲਵੇ ਨਾ, ਤਾਂ 50% ਪ੍ਰੋਬਲਮ ਉਹਦੀ ਉੱਥੇ ਹੀ ਹੱਲ ਹੋ ਜਾਂਦੀ ਹੈ। ਜੇ ਉਹਨੂੰ ਮੌਕਾ ਦੇ ਦਿੱਤਾ ਜਾਵੇ ਅਤੇ ਉਹਦੀ ਸਮੱਸਿਆ ਨੂੰ ਦਿਲੋਂ ਸੁਣ ਲਿਆ ਜਾਵੇ ਤਾਂ 50% ਉਹਦੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਇਹ ਵੱਡੇ ਵੱਡੇ ਸਾਈਕੋਲੋਜਿਸਟ ਜਿਹੜੇ ਨੇ ਉਹ ਕਹਿ ਰਹੇ ਨੇ। ਔਰ ਇਸ ਨੂੰ ਜਿਹੜੀ ਟਰਮ ਦਿੱਤੀ ਗਈ ਹੈ ਉਹ ਕਹਿੰਦੇ ਨੇ ਸਹਿ ਹਿਰਦੇ ਸੁਣਨਾ, ਆਪਣੇ ਦਿਲ ਨਾਲ ਸੁਣਨਾ ਕਿਸੇ ਦੀ ਗੱਲ। ਤਾਂ ਦੂਸਰੇ ਨੂੰ ਦਿਲ ਖੋਲ੍ਹ ਕੇ ਆਪਣੇ ਅੰਦਰ ਪਹਿਲੇ ਪ੍ਰਵੇਸ਼ ਕਰਵਾਓ ਔਰ ਫਿਰ ਇਜਾਜ਼ਤ ਦਿਓ ਕਿ ਦਿਲ ਖੋਲ੍ਹ ਕੇ ਫਿਰ ਉਹਦੀ ਗੱਲ ਨੂੰ ਅਗਰ ਸੁਣ ਲਓ ਤਾਂ ਕੁਦਰਤ ਨੂੰ ਦੇਖੀਏ ਤਾਂ ਇਫ ਗੋਡ ਹੈਡ ਵਾਂਟਡ ਅਸ ਟੂ ਟਾਕ ਮੋਰ ਦੈਨ ਲਿਸਨ, ਅਗਰ ਪਰਮਾਤਮਾ ਇਹ ਚਾਹੁੰਦਾ ਕਿ ਅਸੀਂ ਬੋਲੀਏ ਜ਼ਿਆਦਾ ਅਤੇ ਸੁਣੀਏ ਘੱਟ, ਤਾਂ ਹੀ ਵੁੱਡ ਹੈਵ ਗਿਵਨ ਅਸ 2 ਮਾਊਥਸ ਐਂਡ 1 ਈਅਰ। ਪਰਮਾਤਮਾ ਨੇ ਸਾਨੂੰ 2 ਕੰਨ ਅਤੇ 1 ਮੂੰਹ ਦਿੱਤਾ। ਅਤੇ ਇਹਦਾ ਇਹ ਵੀ ਇੱਕ ਬਿਹਾਈਂਡ ਦੀ ਲਾਈਨ ਤੁਹਾਨੂੰ ਇਹ ਮੈਸੇਜ ਹੈ ਕਿ ਬੋਲੋ ਘੱਟ ਅਤੇ ਸੁਣੋ ਜ਼ਿਆਦਾ। ਫਿਰ ਸੁਣਨ ਦੀ ਮਹੱਤਤਾ ਨੂੰ ਗੁਰਬਾਣੀ ਦੇ ਵਿੱਚ ਬੜੀ ਕਮਾਲ ਦੇ ਸੁਣਤੇ ਪੁਨੀਤ ਕਹਿਤੇ ਪਵਿੱਤ। ਅਤੇ ਪਵਿੱਤ ਅਤੇ ਪੁਨੀਤ ਵਿੱਚ ਫਰਕ ਕੀ ਹੈ? ਪਵਿੱਤਰ 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 ਪੁਨੀਤ 3 ਟਾਈਮ ਜਿਹੜੀ ਹੈ ਪਵਿੱਤ ਤੋਂ ਪੁਨੀਤ ਜਿਹੜੀ ਹੈ ਉਹ ਉਤਲੀ ਸਟੇਜ ਹੈ। ਅਤੇ ਇਹ ਵੀ ਮੈਸੇਜ ਹੈ ਕਿ ਜਿਹੜਾ ਸੁਣਨਾ ਜਿਹੜਾ ਹੈ ਇਹ ਜ਼ਿਆਦਾ ਪਵਿੱਤਰ ਹੈ ਬੋਲਣ ਨਾਲੋਂ। ਤਾਂ ਸੁਣਨ ਦੀ ਕਲਾ ਨਾਲ ਜੋ ਤਬਦੀਲੀਆਂ ਮਨੁੱਖ ਵਿੱਚ ਆਉਂਦੀਆਂ ਨੇ ਜਾਂ ਉਹਦਾ ਬੁੱਧ ਦੇ ਵਿਚਾਰ ਵਿੱਚ ਜਿਹੜੀਆਂ ਚਾਲ ਚੱਲਣ ਦੇ ਵਿੱਚ ਫਰਕ ਆ ਜਾਂਦਾ ਹੈ, ਇਹ ਗੁਰੂ ਨਾਨਕ ਸਾਹਿਬ ਸਾਨੂੰ ਕਹਿੰਦੇ ਨੇ। ਤਾਂ ਫਿਰ ਉਸ ਤੋਂ ਬਾਅਦ ਜਦੋਂ ਸੁਣਨ ਦੀ ਕਲਾ ਆ ਗਈ ਤਾਂ ਫਿਰ ਮੰਨਣ ਦੀ ਮੰਨੇ ਦੀਆਂ 4 ਪੌੜੀਆਂ ਨੇ। ਹੁਣ ਇੱਥੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਮੰਨਣ ਤੋਂ ਲਿਆ, ਇਹ ਚਿੰਤਨ ਤੋਂ ਲਿਆ ਕਿ ਮੰਨਣ ਕਰਨਾ ਹੈ, ਵਾਸਤਵ ਇਸ ਨੂੰ ਸਮਝਣਾ ਹੈ। ਜੋ ਕੁਝ ਤੁਸੀਂ ਸੁਣਿਆ ਹੈ ਫਿਰ ਉਸ ਨੂੰ ਚਿੰਤਨ ਕਰੋ। ਮੰਨਣ ਨਾਲ ਅੰਤਿਆਕਰਨ ਸ਼ੁੱਧ ਹੁੰਦਾ ਹੈ। ਜੇ ਚਿੰਤਨ ਕਰੋਗੇ ਨਾ ਜੋ ਸੁਣ ਕੇ, ਫਿਰ ਤੁਹਾਡਾ ਜਿਹੜਾ ਇਨਰ ਜਿਹੜਾ ਅੰਤਿਆਕਰਨ ਹੈ ਉਹ ਸ਼ੁੱਧ ਹੋਏਗਾ। ਮੰਨਣ ਕਰਨ ਨਾਲ ਵਿਜ਼ਨ ਆ ਜਾਂਦੀ ਹੈ, ਦਿਵ ਦ੍ਰਿਸ਼ਟੀ ਕਹਿੰਦੇ ਨੇ ਇਸ ਨੂੰ। ਤਾਂ ਸਾਰੀਆਂ ਤ੍ਰਿਸ਼ਨਾਵਾਂ ਜਿਹੜੀਆਂ ਨੇ ਇਹ ਮੰਨਣ ਕਰਨ ਨਾਲ ਫਿਰ ਸ਼ਾਂਤ ਹੋ ਜਾਂਦੀਆਂ ਨੇ। ਮੰਨਣ ਵਿਚਾਰ ਨਹੀਂ ਹੈ। ਵਿਚਾਰ ਵਿੱਚ ਅਸੀਂ ਇੱਕ ਸ਼ਬਦ ਤੋਂ ਦੂਜੇ ਸ਼ਬਦ 'ਤੇ ਜਾਂਦੇ ਹਾਂ, ਲੇਕਿਨ ਮੰਨਣ ਇੱਕੋ ਸ਼ਬਦ ਆਪਣੇ ਅੰਦਰ ਲਿਜਾ ਕੇ ਫਿਰ ਉਸ ਦਾ ਚਿੰਤਨ ਕਰਨਾ ਹੈ। ਇਸ ਗੱਲ ਨੂੰ ਜ਼ਰਾ ਸਮਝਣਾ, ਉਸ ਸ਼ਬਦ ਦੀ ਡੂੰਘਾਈ ਦੇ ਵਿੱਚ ਜਾ ਕੇ ਡੁੱਬੀ ਮਾਰਨੀ ਹੈ। ਜਿਸ ਤਰ੍ਹਾਂ ਜਦੋਂ ਤੁਸੀਂ ਮੰਨਣ ਜਾਂ ਚਿੰਤਨ ਕਰੋਗੇ ਤਾਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਸੁਰਤ ਹੈ ਉਹ ਸੁਰ ਦਾ ਉਦੇ ਹੁੰਦਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਤੁਹਾਨੂੰ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਕੀ ਪਹਿਨਣਾ ਚਾਹੀਦਾ, ਕੀ ਨਹੀਂ ਪਹਿਨਣਾ ਚਾਹੀਦਾ, ਇਸ ਦਾ ਸੰਬੰਧ ਧਰਮ ਨਾਲ ਨਹੀਂ ਹੈ। ਧਰਮ ਨਾਲ ਸੰਬੰਧ ਕੇਵਲ ਅਤੇ ਕੇਵਲ ਸੁਰਤ ਨਾਲ ਹੈ। ਤਾਂ ਗੁਰਬਾਣੀ ਪੜ੍ਹਨ ਨਾਲ, ਮੱਥੇ ਟੇਕਣ ਨਾਲ, ਗੁਰਦੁਆਰਿਆਂ ਮੰਦਰਾਂ ਵਿੱਚ ਜਾਣ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ। ਧਰਮ ਦਾ ਸੰਬੰਧ ਕੇਵਲ ਅਤੇ ਕੇਵਲ ਸੁਰਤ ਨਾਲ ਹੈ, ਜਿਹੜੀ ਸੁਣਨ ਅਤੇ ਮੰਨਣ ਦੀਆਂ ਜਿਹੜੀਆਂ 4 ਪੌੜੀਆਂ ਤੋਂ ਬਾਅਦ ਤੁਹਾਡੇ ਅੰਦਰ ਆਉਣਗੀਆਂ। ਚਿੰਤਨ ਨਾਲ ਹੈ, ਮੈਂਟਲ ਅਟੈਚਮੈਂਟ ਨਾਲ ਹੈ। ਅਤੇ ਮੈਂਟਲ ਅਟੈਚਮੈਂਟ 'ਤੇ ਜ਼ੋਰ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਦੀਆਂ ਸਾਰੀਆਂ ਫਿਲੋਸਫੀਆਂ ਜਿਹੜੀਆਂ ਨੇ ਉਹਦਾ ਸਾਰ ਮੰਨਣ ਹੈ, ਚਿੰਤਨ ਹੈ। ਤੋ ਦੇਖੋ 2 ਤਰ੍ਹਾਂ ਦੇ ਆਰਟ ਨੇ, ਇੱਕ ਸਬਜੈਕਟਿਵ ਆਰਟ ਹੈ, ਇੱਕ ਜਿਹੜਾ ਹੈ ਓਬਜੈਕਟਿਵ ਆਰਟ ਹੈ। ਗੁਰੂ ਸਾਹਿਬ ਸਬਜੈਕਟਿਵ ਆਰਟ ਦੀ ਗੱਲ ਕਰ ਰਹੇ ਨੇ ਕਿ ਮਨੁੱਖ ਇਸ ਆਰਟ ਦੇ ਵਿੱਚ ਮਨੁੱਖ ਅੰਦਰੋਂ ਜਾਗਦਾ ਹੈ। ਗੁਰੂ ਸਾਹਿਬ ਮਨੁੱਖ ਨੂੰ ਅੰਦਰ ਜਗਾਉਣ ਦੀ ਅੰਦਰੋਂ ਜਗਾਉਣ ਦੀ ਜਿਹੜੀ ਜੁਗਤ ਹੈ ਮੰਨਣ ਦੀ, ਚਿੰਤਨ ਦੀ, ਗੁਰੂ ਸਾਹਿਬ ਉਸ ਨੂੰ ਸਟ੍ਰੈਸ ਦੇ ਰਹੇ ਨੇ ਕਿ
ਸੁਣਨ ਤੇ ਮੰਨਣ ਦੀਆਂ ਗੱਲਾਂ ਜਿਹੜੀਆਂ ਨੇ ਇੱਕ ਮਨੁੱਖ, ਆਦਰਸ਼ਕ ਮਨੁੱਖ ਲਈ ਬਹੁਤ ਜ਼ਰੂਰੀਆਂ ਨੇ। ਅਸੀਂ ਆਪਣੇ ਆਸ-ਪਾਸ ਦੀ ਸਮਾਜਿਕ ਤੇ ਧਾਰਮਿਕ ਲੀਡਰਸ਼ਿਪ ਨੂੰ ਅੱਜ ਜੋ ਦੇਖ ਰਹੇ ਹਾਂ, ਤੇ ਸਾਡੀ ਜਿਹੜੀ ਸਮਾਜਿਕ ਲੀਡਰਸ਼ਿਪ ਹੈ, ਧਾਰਮਿਕ ਲੀਡਰਸ਼ਿਪ ਹੈ, ਇਹਨਾਂ 'ਤੇ ਸਵਾਲੀਆ ਨਿਸ਼ਾਨ ਨੇ ਅੱਜ ਕੌਮੀ ਤੌਰ 'ਤੇ। ਤੇ ਗੁਰੂ ਸਾਹਿਬ ਨੇ ਉਸ ਸਮੇਂ ਦੇ ਸਮਾਜ ਦੇ ਔਰ ਧਰਮ ਦੇ ਜਿਹੜੇ ਆਗੂ ਨੇ, ਹੁਣ ਉਹ ਕਿਹੋ ਜਿਹੇ ਹੋਣੇ ਚਾਹੀਦੇ ਨੇ, ਉਸ ਬਾਰੇ ਵੀ ਜਪਜੀ ਸਾਹਿਬ ਦੇ ਵਿਚਾਰ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਔਰ ਸਮਝਾ ਦਿੱਤਾ ਹੈ ਕਿ ਸਮਾਜਿਕ ਤੇ ਧਾਰਮਿਕ ਜਿਹੜੀ ਲੀਡਰਸ਼ਿਪ ਹੈ, ਜਿਹੜੀ ਇਸ ਸੁਸਾਇਟੀ ਨੂੰ, ਸਾਡੀ ਸੁਸਾਇਟੀ ਨੂੰ, ਸਾਡੇ ਧਰਮ ਦੇ ਜਿਹੜੇ ਹੈੱਡ ਨੇ ਉਹ ਕਿਹੋ ਜਿਹੇ ਹੋਣੇ ਚਾਹੀਦੇ ਨੇ। ਉਹ ਪੰਚ ਦੀ ਗੱਲ ਉੱਥੇ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਪੰਚ ਨੇ, ਇਹ ਪੰਚ ਕੀ ਹੋਇਆ, ਜੇ ਇਹਨੂੰ ਦੁਨਿਆਵੀ ਤੌਰ 'ਤੇ ਦੇਖੀਏ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ, ਇਹ ਪੰਚ ਸ਼ਬਦ ਜਿਹੜਾ ਇਹ ਸੰਸਕ੍ਰਿਤ ਦਾ ਸ਼ਬਦ ਹੈ ਔਰ ਇਹ ਪਚ ਧਾਤੀ ਤੋਂ ਨਿਕਲਿਆ, ਜਿਹਦਾ ਅਰਥ ਹੁੰਦਾ ਫੈਲਾਉਣਾ। ਮਨੁੱਖ ਜਦੋਂ ਹੱਥ ਫੈਲਾਉਂਦਾ ਤੇ 5 ਉਂਗਲੀਆਂ ਨੇ। ਇਹ ਜਿਹੜੇ ਪੰਜ ਬੜਾ ਪਵਿੱਤਰ ਮੰਨਿਆ ਜਾਂਦਾ ਨਾ ਪੁਰਾਤਨ ਤੋਂ। ਇਸਲਾਮ ਦੇ ਵਿੱਚ ਹੀ ਪੰਜ ਦੀ ਬੜੀ ਜਿਹੜੀ ਹੈ ਮਹੱਤਤਾ ਹੈ, ਬੁੱਧਿਜ਼ਮ ਵਿੱਚ ਵੀ ਹੈ, ਹਿੰਦੂਇਜ਼ਮ ਵਿੱਚ ਵੀ ਹੈ, ਸਿੱਖੀਜ਼ਮ ਵਿੱਚ ਵੀ ਹੈ। 5 ਪਿਆਰੇ, 5 ਤਖਤ, ਅੰਮ੍ਰਿਤ ਦੀਆਂ ਵੀ ਜਿਹੜੀਆਂ 5 ਬਾਣੀਆਂ, 5 ਹੀ ਸਾਡੇ ਕਕਾਰ। ਇਹ ਨੰਬਰ 5 ਨੂੰ ਮਾਨਤਾ ਮਿਲੀ ਹੋਈ ਹੈ। ਤਾਂ ਨੰਬਰ 5 ਇੱਕ ਸ਼ੁਭ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਕੋਈ ਬਰਾਦਰੀਆਂ ਦੇ ਕੋਈ ਝਗੜੇ ਆਉਣ ਤਾਂ ਪੰਚ ਬੈਠਦੇ ਨੇ, 5 ਬੰਦੇ ਬੈਠਦੇ ਨੇ। ਤਾਂ ਪ੍ਰਮਾਤਮਾ ਅੱਗੇ ਮੱਥਾ ਟੇਕਣਾ ਵੀ ਕਈ 5 ਸਿੱਕੇ ਟੇਕਦੇ ਨੇ। ਕਿਸੇ ਗਰੀਬ ਨੂੰ ਵਸਤਰ ਦੇਣੇ ਹੋਣ ਤਾਂ 5 ਵਸਤਰ ਦਿੰਦੇ ਨੇ। ਇਹ ਪਰੰਪਰਾ ਸੈਂਕੜੋਂ ਹਜ਼ਾਰਾਂ ਸਾਲਾਂ ਤੋਂ ਕਿਸੇ ਪੁਜਾਰੀਆਂ ਨੂੰ 5, ਕਿਸੇ ਪ੍ਰੀਸਟ ਨੂੰ, ਗ੍ਰੰਥੀਆਂ ਨੂੰ ਜਾਂ ਬ੍ਰਾਹਮਣਾਂ ਨੂੰ ਖਾਣਾ ਤੇ 5 ਨੂੰ ਬੁਲਾ ਕੇ ਅਸੀਂ ਖਵਾਉਂਦੇ ਹਾਂ। ਇਹ ਬੜੇ ਹਜ਼ਾਰਾਂ ਸਾਲਾਂ ਤੋਂ ਇਹ ਸ਼ੁਭ ਇੱਕ ਅੰਕ ਹੈਗਾ। ਪਰ ਅਧਿਆਤਮਕਤਾ ਦੇ ਵਿੱਚ ਪੰਚ ਉਹ ਹੈ ਜਿਹੜਾ ਸਤ, ਸੰਤੋਖ, ਦਇਆ, ਧਰਮ, ਧੀਰਜ, ਜਿਹੜੇ 5 ਗੁਣ ਨੇ, ਉਸ ਨੂੰ ਧਾਰਨ ਕਰਨ ਵਾਲਾ ਹੋਵੇ। ਮੇਨ ਸਾਡੀ ਸੁਸਾਇਟੀ ਨੂੰ, ਸਾਡਾ ਸਮਾਜਿਕ ਲੀਡਰਸ਼ਿਪ ਔਰ ਧਾਰਮਿਕ ਲੀਡਰਸ਼ਿਪ ਉਹ ਹੋਣੀ ਚਾਹੀਦੀ ਹੈ, ਉਹ ਪੰਚ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਇਹ 5 ਗੁਣ ਹੋਣ, ਜਾਂ ਨਾਲ ਕਹਿ ਲਓ ਕਿ ਜਿਹੜੇ 5 ਵਾਈਸਿਸ ਨੇ, ਇਹਨਾਂ ਨੂੰ ਕੰਟਰੋਲ ਕਰਨ ਵਾਲਾ ਜਾਂ ਇਹਨਾਂ ਨੂੰ ਤਿਆਗਣ ਵਾਲਾ। ਫਿਰ 5 ਜਿਹੜੇ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ 5 ਇੰਦਰੀਆਂ ਦਾ ਜਿਹੜਾ ਸਾਡੇ ਗਿਆਨ ਇੰਦਰੀਆਂ ਨੇ, ਇਸ ਦਾ ਗਿਆਨ ਹੋਵੇ। ਫਿਰ ਪੰਚ ਉਹ ਵੀ ਹੁੰਦੇ ਨੇ ਕਿ ਜਿਨ੍ਹਾਂ ਵਿੱਚ 5 ਤੱਤਾਂ ਦੇ ਗੁਣ ਹੋਣ। ਜਿਹੜਾ ਸਰੀਰ ਸਾਡਾ 5 ਤੱਤ ਦਾ ਬਣਿਆ। ਇਹ ਗੁਣ ਕੀ ਨੇ? ਆਕਾਸ਼, ਇਹ ਵਿਸ਼ਾਲਤਾ ਦਾ ਪ੍ਰਤੀਕ ਹੈ, ਸਭ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੈ। ਹਵਾ, ਇਹ ਵਾਯੂ, ਸ਼ੁਭ ਗੁਣ ਹੈ ਕਿ ਇੱਕ ਪ੍ਰਾਣੀ ਨਾਲ ਜੋ ਹੈ ਸਪਰਸ਼ ਕਰਨਾ, ਸਮੱਤੀ ਰੱਖਣਾ, ਅਤੇ ਨਾਲ ਮੂਵਮੈਂਟ, ਹਵਾ ਹਮੇਸ਼ਾ ਚੱਲਦੀ ਹੈ। ਫਿਰ ਅਗਨੀ ਦਾ ਸ਼ੁਭ ਗੁਣ ਪ੍ਰਕਾਸ਼ ਹੈ, ਜਾਂ ਕਹਿ ਲਵਾਂ ਕਿ ਇਹ ਇੱਕ ਸੈਲਫ ਰਿਸਪੈਕਟ ਦਾ ਵੀ ਇੱਕ ਸਿੰਬਲ ਹੈ, ਜਿਹਦੇ ਵਿੱਚ ਸੈਲਫ ਰਿਸਪੈਕਟ ਹੋਵੇ। ਫਿਰ ਜਲ ਹੈ, ਪਵਿੱਤਰਤਾ ਦਾ ਪ੍ਰਤੀਕ ਹੈ। ਫਿਰ ਕਿਉਂਕਿ ਜਲ ਦਾ ਇੱਕ ਸ਼ੁਭ ਗੁਣ ਹੋਰ ਹੈ ਕਿ ਇਸ ਨਾਲ ਜੋ ਹੈ ਅਭੇਦ ਹੋਇਆ ਜਾ ਸਕਦਾ ਹੈ। ਮਲ ਨੂੰ ਤਿਆਗ ਦੇਣਾ, ਭਾਵ ਪਾਣੀ ਮੈਲ ਨੂੰ ਥੱਲੇ ਕਰ ਦਿੰਦਾ ਹੈ, ਪਵਿੱਤਰਤਾ ਦਾ ਸੰਕੇਤ ਹੈ, ਉਹ ਪਵਿੱਤਰ ਵੀ ਹੋਣਾ ਚਾਹੀਦਾ ਹੈ। ਫਿਰ ਪ੍ਰਿਥਵੀ ਦਾ ਸ਼ੁਭ ਗੁਣ ਹੈ ਧੀਰਜ, ਖਿਮਾ ਨੂੰ ਧਾਰਨ ਕਰਨਾ। ਇਹ ਜਿਹੜੀ 5 ਗੁਣ, 5 ਵਿਕਾਰਾਂ ਵਾਲੇ, 5 ਸ਼ੁਭ ਗੁਣ, 5 ਗਿਆਨ ਇੰਦਰੀਆਂ, ਜਾਂ 5 ਜਿਹੜੇ ਤੱਤ ਨੇ, ਜਿਨ੍ਹਾਂ ਦੇ ਵਿੱਚ ਇਹਨਾਂ ਦੀ ਸਮਝ ਹੋਵੇ, ਜਿਹੜੇ ਇਹਨਾਂ ਨੂੰ ਅਬਜ਼ਰਵ ਕਰਨ ਵਾਲੇ ਹੋਣ, ਸਾਡੀ ਸਮਾਜਿਕ ਤੇ ਧਾਰਮਿਕ ਲੀਡਰਸ਼ਿਪ ਉਹਨਾਂ ਦੇ ਹੱਥ ਹੋਣੀ ਚਾਹੀਦੀ ਹੈ। ਫਿਰ ਨਾਲ ਅੱਗੇ ਕਹਿ ਦਿੱਤਾ ਪੰਚ ਉਹ ਨੇ ਕਿ ਪੰਚਾਂ ਕਾ ਗੁਰ ਏਕ ਧਿਆਨ, ਜਿਹਦਾ ਧਿਆਨ ਜਿਹੜਾ ਹੈ ਉਸ ਪਰਮਾਤਮਾ ਨਾਲ। ਤਾਂ ਇਹ ਧਿਆਨ ਤੋਂ ਬਿਨਾਂ ਇਹ ਸਾਰੇ ਜਿਹੜੇ 5 ਨੇ, ਇਹਨਾਂ ਦੇ ਕੋਈ ਅਹਿਮੀਅਤ ਨਹੀਂ ਹੁੰਦੀ ਜੇ ਪਰਮਾਤਮਾ ਵੱਲ ਉਸ ਪੰਚ ਦਾ ਧਿਆਨ ਨਹੀਂ ਹੈ। ਔਰ ਇੱਥੇ ਧਿਆਨ ਨੂੰ ਨਿਧਿਆਸਨ ਕਹਿੰਦੇ ਨੇ। ਤਾਂ ਇਹ ਨਿਧਿਆਸਨ ਅਵਸਥਾ ਗੁਰੂ ਸਾਹਿਬ ਨੇ ਜਿਹੜੀ ਹੈ ਇਹ ਸਾਨੂੰ ਸਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਸੂਰਜ ਤਾਂ ਹੈ ਜੇ ਉਹਦੇ 'ਚ ਰੋਸ਼ਨੀ ਹੈ, ਅਤੇ ਅੱਗ ਤਾਂ ਹੈ ਜੇ ਉਹਦੇ 'ਚ ਤਪਸ਼ ਹੈ, ਤਾਂ ਮਨੁੱਖ ਤਾਂ ਹੈ ਕਿ ਜੇ ਉਹਦੇ ਵਿੱਚ ਧਿਆਨ ਹੈ। ਬਸ ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਵਾਲਾ। ਗੁਰੂ ਸਾਹਿਬ ਨੇ ਉਸ ਪਰਮ ਪਿਤਾ ਪਰਮਾਤਮਾ ਦੀਆਂ ਅਮੁੱਲਤਾ ਦੀਆਂ, ਫਿਰ ਅਮੁੱਲ ਦੀ ਜਿਹੜੀਆਂ ਪੌੜੀਆਂ ਨੇ, ਉਹਨੂੰ ਬਿਆਨ ਕੀਤਾ ਕਿ ਪਰਮਾਤਮਾ ਦੀ ਗ੍ਰੇਸ, ਪਰਮਾਤਮਾ ਦੀ ਨਦਰ ਬੜੀ ਜਾਣਕਾਰੀ ਦੇ ਰਹੇ ਨੇ ਕਿ ਪਰਮਾਤਮਾ ਦੀ ਗ੍ਰੇਸ ਕਿਵੇਂ ਹੁੰਦੀ ਹੈ। ਤਾਂ ਉਸ ਲਈ ਫਿਰ ਪਰਮਾਤਮਾ ਅਮੁੱਲ ਹੈ, ਉਸ ਦਾ ਸ਼ੁਭ ਜਿਹੜਾ ਉਸ ਦਾ ਸਭ ਕੁਝ ਅਮੁੱਲ ਹੈ। ਅਮੁੱਲ ਹੁੰਦਾ ਜਿਹਦੀ ਕੋਈ ਕੀਮਤ ਹੀ ਨਹੀਂ ਹੈ।
ਤੁਹਾਨੂੰ ਹਰ ਚੀਜ਼ ਅਮੁੱਲ ਹਵਾ ਹੈ, ਅਮੁੱਲ ਪਾਣੀ ਹੈ, ਅਮੁੱਲ ਆਬੋ ਸਾਰੀ ਸਪੇਸ ਹੈ ਜਿਹੜੀ ਸਭ ਤੁਹਾਨੂੰ ਫ੍ਰੀ ਮਿਲ ਰਹੀ ਹੈ, ਅਮੁੱਲ ਧੁੱਪ ਹੈ, ਲਾਈਫ ਸੇਵਿੰਗ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਅਮੁੱਲ ਨੇ ਔਰ ਤੁਹਾਨੂੰ ਫ੍ਰੀ ਮਿਲ ਰਹੀਆਂ ਨੇ। ਇੱਥੇ ਇਸ ਪੌੜੀ ਦੇ ਵਿੱਚ ਪ੍ਰਮਾਤਮਾ ਗੁਰੂ ਨਾਨਕ ਸਾਹਿਬ ਸਾਨੂੰ ਇਹ ਅਹਿਸਾਸ ਦਿਵਾ ਰਹੇ ਨੇ ਕਿ ਇਸ ਪਰਮਾਤਮਾ ਦੀਆਂ ਜਿੰਨੀਆਂ ਨਿਆਮਤਾਂ ਨੇ ਇਹ ਅਮੁੱਲ ਨੇ, ਉਹ ਜਿਹੜੀਆਂ ਤੁਹਾਨੂੰ ਮਿਲ ਰਹੀਆਂ ਨੇ। ਫਿਰ ਗੁਰੂ ਸਾਹਿਬ ਨੇ ਉਸ ਪਰਮਾਤਮਾ ਦੀ ਹੋਰ ਵਡਿਆਈ ਦ੍ਰਿੜ ਕਰਵਾਉਣ ਨੂੰ ਇੱਕ ਨਜ਼ਾਰਾ ਪੇਸ਼ ਕੀਤਾ ਸੋਦਰ ਦੀ ਪੌੜੀਆਂ ਦੇ ਵਿੱਚ। ਅਤੇ ਉਸ ਵਿੱਚ ਉਹ ਕਹਿੰਦੇ ਨੇ ਕਿ ਇੱਕ ਅਜਬ ਝਾਕੀ ਦਿਖਾ ਰਹੇ ਨੇ ਤੁਹਾਨੂੰ ਕਿ ਉਸ ਮਾਲਕ ਦੇ ਦਰਬਾਰ ਦਾ ਜਦੋਂ ਵਰਣਨ ਕਰਦੇ ਨੇ ਕਿ ਉਹ ਕਿਹੜਾ ਦਰਬਾਰ ਹੈ, ਕਿਹੜਾ ਘਰ ਹੈ ਜਿੱਥੇ ਉਹ ਪਰਮਾਤਮਾ ਦਾ ਨਿਵਾਸ ਹੈ। ਤਾਂ ਉਸ ਬਾਰੇ ਫਿਰ ਕਹਿ ਰਹੇ ਨੇ ਕਿ ਜਿੱਥੇ ਵੱਡੇ ਦੇਵੀ ਦੇਵਤੇ ਅਵਤਾਰ ਮਹਾਤਮਾ ਲੋਕ ਉਸ ਦੀ ਉਪਮਾ ਕਰਦੇ ਦਿਸਦੇ ਨੇ। ਇਸ ਤੋਂ ਭਾਵ ਇਹ ਪੈਦਾ ਹੁੰਦਾ ਕਿ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ ਹੈ, ਸਭ ਉਸ ਦੇ ਹਨ ਅਤੇ ਉਹ ਸਭ ਦਾ ਹੈ। ਮੈਂ ਬੜੀ ਵਾਰ ਹੈਰਾਨ ਹੁੰਦਾ ਕਿ ਜਿਹੜੀਆਂ ਅਸੰਖ ਦੀਆਂ ਪੌੜੀਆਂ ਨੇ ਕਿ ਇੱਕ ਵਿੱਚ ਤਾਂ ਕਹਿੰਦੇ ਨੇ ਅਸੰਖਾਂ ਜਿਹੜੇ ਨੇ ਉਹ ਗੁਣੀ ਗਿਆਨੀ ਨੇ, ਫਿਰ ਦੂਜੀ ਪੌੜੀ 'ਚ ਅਸੰਖ ਚੋਰ ਹਰਾਮਖੋਰ ਕਹਿ ਦਿੰਦੇ ਨੇ ਕਿ ਇਹ ਪਰਮਾਤਮਾ ਦੀ ਸਭ ਕ੍ਰੀਏਸ਼ਨ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਚਾਹੇ ਉਹ ਵਿਦਵਾਨ ਨੇ, ਚਾਹੇ ਉਹ ਗੁਣੀ ਗਿਆਨੀ ਨੇ, ਚਾਹੇ ਉਹ ਮਹਾਤਮਾ ਨੇ, ਅਤੇ ਫਿਰ ਅਸੰਖਾਂ ਜਿਹੜੇ ਵੈਰ ਵਿਰੋਧੀ ਨੇ, ਜਿਹੜੇ ਕੂੜ ਕੁੜਿਆਰ ਹੈਗੇ, ਉਹਨਾਂ ਨਾਲ ਵੀ ਉਹਨੂੰ ਫਿਨਿਸ਼ ਨਹੀਂ ਕਰਨਾ। ਉਹਨਾਂ ਨਾਲ ਵੀ ਤੁਸੀਂ ਆਪਣਾ ਜਿਹੜਾ ਇੱਥੇ ਪਰਮਾਤਮਾ ਦੀ ਜਿਹੜੀ ਦੇਣ ਹੈ ਉਸ ਦੇ ਨਾਲ ਆਪਣੇ ਰਿਲੇਸ਼ਨ ਜਿਹੜੇ ਨੇ ਉਹਨਾਂ ਨੂੰ ਐਕਸੈਪਟ ਕਰਨਾ। ਇੱਕ ਆਏਗਾ ਸਾਡਾ ਅਗਲਾ ਐਕਸੈਪਟ ਰਿਸਪੈਕਟ ਐਂਡ ਪ੍ਰੋਟੈਕਟ ਦੇ ਵਿੱਚ, ਉਹਦੇ ਵਿੱਚ ਇਹ ਗੱਲ ਕਰਾਂਗੇ। ਤਾਂ ਸਭ ਕੁਛ ਉਹਦੇ ਹੁਕਮ ਦੇ ਅਧੀਨ ਹੈ ਔਰ ਇਹ ਹੁਕਮ ਦੇ ਨਾਲ ਹੀ ਸਭ ਕੁਛ ਹੋ ਰਿਹਾ। ਤਾਂ ਫਿਰ ਸਵਾਲ ਵੀ ਤਾਂ ਇਹੀ ਕੀਤਾ ਸੀ ਪਹਿਲੇ। ਮੈਂ ਫਿਰ ਕਹਿਣਾ ਗੁਰੂ ਸਾਹਿਬ ਸਵਾਲ ਅਤੇ ਜਵਾਬ ਕਿਵੇਂ ਕਰਦੇ ਨੇ। ਸੋਦਰ ਕਿਹਾ ਸੋ ਘਰ ਕਿਹਾ। ਪਰਮਾਤਮਾ ਤੁਹਾਡੇ ਦਰਸ਼ਨ ਜਿਹੜੇ ਨੇ ਉਹਦਾ ਦਰਵਾਜ਼ਾ ਕਿਹੋ ਜਿਹਾ, ਔਰ ਇਹ ਕਿਹੜੇ ਦੀਦਾਰ ਪਾਉਣ ਲਈ ਤੇਰੇ ਦਰਸ਼ਨ ਦੇ ਵੰਜਾਰੇ ਕਿਸ ਤਰ੍ਹਾਂ ਤੇਰਾ ਦੀਵਾਰ ਪਾਉਣ। ਜੀਸਸ ਕ੍ਰਾਈਸਟ ਇੱਕ ਥਾਂ 'ਤੇ ਲਿਖਦਾ ਹੈ ਕਿ ਪਰਮਾਤਮਾ ਦਾ ਦਰਵਾਜ਼ਾ ਤਾਂ ਸਾਹਮਣੇ ਦਿਖਦਾ ਹੈ, ਯੂ ਜਸਟ ਨੋਕ ਇਟ ਐਂਡ ਦਰਵਾਜ਼ਾ ਵਿਲ ਓਪਨ, ਡੋਰ ਵਿਲ ਓਪਨ। ਪਰ ਗੁਰੂ ਨਾਨਕ ਕਹਿੰਦੇ ਨੇ ਕਿ ਦਰਵਾਜ਼ਾ ਤਾਂ ਉਹਦਾ ਹਮੇਸ਼ਾ ਖੁੱਲ੍ਹਾ ਹੈ, ਬਸ ਤੁਹਾਨੂੰ ਜਿਹੜੀਆਂ ਅੱਖਾਂ ਚਾਹੀਦੀਆਂ ਨੇ ਉਹਨੂੰ ਦੇਖਣ ਦੀਆਂ, ਤੁਹਾਨੂੰ ਅੰਦਰ ਦੀਆਂ ਜਿਹੜੀਆਂ ਫੀਲਿੰਗਸ ਤੁਹਾਡੇ ਅੰਦਰ ਹੋਣੀਆਂ ਚਾਹੀਦੀਆਂ ਨੇ ਉਹ ਵਾਲੀਆਂ, ਉਹ ਕਿੱਥੋਂ ਆਉਣਗੀਆਂ? ਉਹ ਸੁਣਨ ਮੰਨਣ ਤੋਂ ਬਾਅਦ ਤੁਹਾਨੂੰ ਉਹ ਫੀਲ ਹੋਏਗਾ ਕਿ ਉਹਦਾ ਜਿਹੜਾ ਹੈ ਕਿ ਡੋਰ ਇਜ਼ ਓਪਨ। ਪਰ ਤੁਸੀਂ ਦੇਖਣਾ ਉਸ ਨੂੰ ਕਿ ਉਹ ਦਰਵਾਜ਼ੇ ਦੇ ਅੰਦਰ ਤੁਸੀਂ ਕਿਸ ਤਰ੍ਹਾਂ ਐਂਟਰ ਹੋ ਸਕਦੇ ਹੋ। ਐਂਟਰ ਤਾਂ ਹੋ ਜਾਓਗੇ ਜਦੋਂ ਸਚਿਆਰ ਬਣਨ ਦੀ ਜਿਹੜੀ ਭਾਵਨਾ ਤੁਹਾਡੇ ਵਿੱਚ ਆ ਜਾਏਗੀ। ਤਾਂ ਕ੍ਰੀਏਟਰ ਦੀ ਕ੍ਰੀਏਸ਼ਨ ਵਿੱਚ ਉਸ ਦੀ ਹੋਂਦ ਹੈ, ਔਰ ਇਹ ਜਿਹੜੇ ਭੇਦ ਉਸ ਦੇ ਕ੍ਰੀਏਸ਼ਨ ਦੇ ਭੇਦ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ ਕਿ ਅਣਗਿਣਤ ਰਾਗ ਨੇ, ਅਣਗਿਣਤ ਰਾਗ ਗਾਉਣ ਵਾਲੇ ਨੇ। ਇਹ ਜਿਹੜੇ 5 ਤੱਤ ਨੇ ਇਹ ਸਭ ਦੇ ਸਭ ਵਿੱਚੋਂ ਸੰਗੀਤ ਨਿਕਲ ਰਿਹਾ ਹੈ, ਜਿਹੜੇ ਬ੍ਰਹਮੰਡ ਦੇ 5 ਚੀਜ਼ਾਂ ਨਾਲ ਬਣਿਆ ਹੈ। ਹਵਾ ਵਿੱਚ ਵੀ ਸੰਗੀਤ ਨਿਕਲ ਰਿਹਾ ਹੈ, ਪਵਨ ਜਿਹੜੀ ਹੈ, ਪਾਣੀ ਜਿਹੜਾ ਹੈ, ਹਜ਼ਾਰਾਂ ਤਰੀਕੇ ਦੀਆਂ ਪਵਨਾਂ ਨੇ, ਗੈਸਾਂ ਨੇ। ਇਹ ਸਾਰੀ ਦੀ ਸਾਰੀ ਜਿਹੜੀ ਇਹਦੇ ਵਿੱਚੋਂ ਜਿਹੜੀ ਪਰਮਾਤਮਾ ਦੀ ਕ੍ਰੀਏਸ਼ਨ ਹੈ ਇਹਦੇ ਵਿੱਚੋਂ ਇੱਕ ਸੰਗੀਤ ਨਿਕਲ ਰਿਹਾ। ਮੈਂ ਫਿਰ ਕਹਾਂ ਇਹ ਸੰਗੀਤ ਉਹ ਹੀ ਸੁਣ ਸਕਦਾ ਹੈ ਜਿਹੜਾ ਆਪਣੇ ਅੰਦਰ ਦੇ ਨੂੰ ਸ਼ਾਂਤ ਕਰ ਲਏਗਾ, ਜਿਹੜਾ ਅੰਦਰ ਮਨਨ ਕਰੇਗਾ। ਬਲਿਆਰੀ ਕੁਦਰਤ ਵਸਿਆ ਜਿਹੜੀ ਗੱਲ ਹੈ, ਅਤੇ ਉਸ ਨੂੰ ਅਸੀਂ ਇਸ ਤਰ੍ਹਾਂ ਹੀ ਦੇਖ ਸਕਾਂਗੇ। ਫਿਰ ਉਸ ਤੋਂ ਬਾਅਦ ਜਿਹੜਾ ਗੁਰੂ ਨਾਨਕ ਸਾਹਿਬ ਉਸ ਸਮੇਂ ਦੀ ਸੁਸਾਇਟੀ ਦੇ ਵਿੱਚ ਜਿਹੜੇ ਇੰਟਲੈਕਚੁਅਲ ਸੀ, ਜਿਹੜੇ ਸਕੋਲਰਸ ਨੇ, ਜਿਹੜੇ ਵੱਡੇ ਵਿਦਵਾਨ ਨੇ, ਹੁਣ ਉਹਨਾਂ ਨੂੰ ਮੁਖਾਤਬ ਹੋ ਰਹੇ ਨੇ। ਹੁਣ ਉਹ ਇੰਟਲੈਕਚੁਅਲ, ਉਹ ਵਿਦਵਾਨ ਕੌਣ ਨੇ? ਉਹ ਵਿਦਵਾਨ ਨੇ ਸਿੱਧ, ਨਾਥ, ਜੋਗੀ, ਜਿਨ੍ਹਾਂ ਦਾ ਪੂਰਾ ਸਮਾਜ 'ਤੇ ਉਸ ਟਾਈਮ ਗਲਬਾ ਸੀ। ਦੇਖੋ ਚੰਗੀ ਤਰ੍ਹਾਂ ਧਿਆਨ ਨਾਲ ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਨਾ, ਤਾਂ ਕਿਸੇ ਟਾਈਮ ਇੰਡੀਆ ਦੇ ਵਿੱਚ ਗਲਬਾ ਹੀ ਇਹਨਾਂ ਦਾ ਸੀ, ਸਿੱਧਾਂ ਦਾ, ਨਾਥਾਂ ਦਾ, ਜੋਗੀਆਂ ਦਾ। ਔਰ ਇਤਨਾ ਜ਼ਿਆਦਾ ਸੁਸਾਇਟੀ ਨੂੰ ਇਹਨਾਂ ਨੇ ਪ੍ਰਭਾਵਿਤ ਕੀਤਾ ਹੋਇਆ ਸੀ ਕਿ ਹਰ ਬੰਦਾ ਜਿਹੜਾ ਹੈ ਉਹਨਾਂ ਨੂੰ ਫੋਲੋ ਕਰਦਾ ਸੀ। ਤਾਂ ਗੁਰੂ ਸਾਹਿਬ ਨੇ ਉਹਨਾਂ ਸਕੋਲਰਸ ਨੂੰ, ਉਹਨਾਂ ਇੰਟਲੈਕਚੁਅਲ ਅਤੇ ਵਿਦਵਾਨਾਂ ਨੂੰ ਸੰਬੋਧਨ ਕੀਤਾ, ਕਿਉਂਕਿ ਲੋਕ ਉਹਨਾਂ ਨਾਲ ਜੁੜੇ ਹੋਏ ਸੀ ਕਿ ਉਹਨਾਂ ਨੂੰ ਕਿਵੇਂ ਬਦਲਿਆ ਜਾ ਸਕੇ ਜਿਹੜੇ ਉਹ ਕਰਮਕਾਂਡ ਅਤੇ ਰਿਚੁਅਲਸ ਦੇ ਵਿੱਚ ਲਿਪਤ ਹਨ। ਤਾਂ ਮੀਨਿੰਗਸ ਐਜ਼ ਰਿਚੁਅਲਸ ਕਰ ਰਹੇ ਨੇ ਉਹ। ਤਾਂ ਅਗਲੀਆਂ ਜਿਹੜੀਆਂ 4 ਪੌੜੀਆਂ ਇਹ ਸਿੱਧਾਂ ਅਤੇ ਨਾਥਾਂ ਨੂੰ ਗੁਰੂ ਸਾਹਿਬ ਮੁਖਾਤਬ ਹੋ ਰਹੇ ਨੇ। ਜੋ ਜੋਗੀ ਲੋਕ ਨੇ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਨੇ, ਸਰੀਰ ਉੱਤੇ ਵਿਭੂਤ ਮਲ ਰਹੇ ਨੇ, ਸਵਾਹ ਮਲਦੇ ਨੇ, ਗਲ ਵਿੱਚ ਗੁਦੜੀ ਅਤੇ ਹੱਥ ਵਿੱਚ ਡੰਡਾ ਰੱਖਦੇ ਨੇ। ਇਹ ਸਭ ਪ੍ਰਤੀਕ ਮੰਨੇ ਜਾਂਦੇ ਨੇ। ਪ੍ਰਤੀਕਾਂ ਨੂੰ ਵੀ ਸਮਝਣਾ ਪਏਗਾ। ਅਗਰ ਤੁਸੀਂ ਬਹੁਤ ਪੁਰਾਣੇ ਇਤਿਹਾਸਕ ਤਰੀਕੇ ਦੇਖੋਗੇ, ਅੱਜ ਅਸੀਂ ਜ਼ਰੂਰ ਕਹਿੰਦੇ ਹਾਂ ਮੂਰਤੀ ਪੂਜਾ
ਜਾਂ ਜਿਹੜੀਆਂ ਮੰਦਰਾਂ ਵਿੱਚ ਟੱਲੀਆਂ ਨੇ, ਇਹ ਸਾਰੇ ਪ੍ਰਤੀਕ ਸੀ ਕਿ ਜੇ ਕਿਸੇ ਚੀਜ਼ ਨੂੰ ਵੇਖ ਕੇ ਤੁਹਾਨੂੰ ਰੱਬ ਯਾਦ ਆਉਂਦਾ, ਇਹ ਪ੍ਰਤੀਕ ਬਣਾਏ ਗਏ ਸੀ ਉਸ ਟਾਈਮ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਸੀ। ਪਰ ਉਹਨਾਂ ਪ੍ਰਤੀਕਾਂ ਨੂੰ ਇਹ ਜਿਹੜੀ ਪ੍ਰੀਸਟਿਜ਼ਮ ਹੈ, ਇਹ ਜਿਹੜਾ ਪੁਜਾਰੀਵਾਦ ਹੈ, ਉਹਨਾਂ ਨੇ ਐਕਸਪਲੋਇਟ ਕਰਕੇ ਤੁਹਾਨੂੰ ਪ੍ਰਤੀਕਾਂ ਨਾਲ ਜੋੜ ਦਿੱਤਾ। ਐਕਚੁਅਲੀ ਇਹ ਪ੍ਰਤੀਕ ਪੂਜਣ ਲਈ ਨਹੀਂ ਸੀ ਬਣਾਏ, ਜਦੋਂ ਜਿਸ ਟਾਈਮ ਵੀ ਮਨੁੱਖ ਨੇ ਇਹ ਪ੍ਰਤੀਕ ਜਿਹੜੇ ਨੇ ਇਨਵੈਂਟ ਕੀਤੇ ਸੀ। ਤੋ ਇੱਥੇ ਪ੍ਰਤੀਕ ਜਿਹੜੇ ਨੇ ਉਹ ਧਰਮ ਦੇ ਮੂਲ ਸਰੋਤ ਦੇ ਨੇੜੇ ਕੇਵਲ ਪ੍ਰਤੀਕ ਹੁੰਦੇ ਨੇ। ਅੱਜ ਅਸੀਂ ਭਾਵੇਂ ਮੈਂ ਫਿਰ ਕਹਿ ਰਿਹਾ, ਕਰਮ ਕਾਂਡਾਂ ਦੀ ਅਸੀਂ ਤਾਂ ਹੁਣ ਤਸਵੀਰਾਂ ਗੁਰੂਆਂ ਦੀਆਂ ਬਣਾ ਲਈਆਂ, ਅਤੇ ਪਰ ਇਹ ਗੱਲ ਤਾਂ ਪੱਕੀ ਹੈ ਨਾ ਕਿ ਤਸਵੀਰ ਦੇਖ ਕੇ, ਚਾਹੇ ਉਹ ਗੁਰੂ ਨਾਨਕ ਦੀ ਦੇਖੀਏ ਅਤੇ ਚਾਹੇ ਕਿਸੇ ਵੀ ਗੁਰੂ ਗੋਬਿੰਦ ਸਿੰਘ ਜਾਂ ਕਿਸੇ ਵੀ ਗੁਰੂ ਦੀ ਦੇਖੀਏ, ਅਤੇ ਇੱਕ ਵਾਰੀ ਧਿਆਨ ਅਤੇ ਯਾਦ ਤਾਂ ਜ਼ਰੂਰ ਆਉਂਦੀ ਹੈ। ਇਹ ਅਲੱਗ ਗੱਲ ਹੈ ਕਿ ਅਸੀਂ ਫਿਰ ਉਹਨਾਂ ਤਸਵੀਰਾਂ ਅੱਗੇ ਹੀ ਮੱਥੇ ਟੇਕ ਦਿੰਦੇ ਹਾਂ ਅਤੇ ਉਸ ਦਾ ਕੀ ਐਨਫ ਹੋ ਜਾਂਦਾ, ਲੇਕਿਨ ਉਹਨਾਂ ਦੀਆਂ ਜਿਹੜੀਆਂ ਦਿਖਾਏ ਹੋਏ ਰਸਤੇ ਨੇ, ਉਹਨਾਂ ਰਸਤਿਆਂ ਨੂੰ ਅਸੀਂ ਉਸ ਵੱਲ ਜਾਣ ਦੀ ਜਿਹੜੀ ਹੈ ਤਕਲੀਫ ਨਹੀਂ ਕਰਦੇ ਹਾਂ। ਤਾਂ ਜਿਵੇਂ ਸੰਨਿਆਸ ਵਿੱਚ ਪ੍ਰਤੀਕਾਂ ਦੀ ਮੈਂ ਗੱਲ ਕਹਿ ਰਿਹਾ, ਗੇਰੂ ਕੱਪੜੇ ਪਾਏ ਜਾਂਦੇ ਨੇ, ਤਾਂ ਗੇਰੂ ਕੱਪੜੇ ਪ੍ਰਤੀਕ ਹਨ, ਸੁਰਤ ਦਾ ਉਪਾਏ ਹਨ ਕਿ ਹੁਣ ਅਸੀਂ ਆਤਮਾ ਨੂੰ ਵੀ ਰੰਗਣਾ। ਗੇਰੂਏ ਕੱਪੜੇ ਪਾਉਣ ਦਾ ਪ੍ਰਤੀਕ ਹੈ। ਸਰੀਰ 'ਤੇ ਜਿਹੜੀ ਸੁਆਹ ਮੱਲੀ ਜਾਂਦੀ ਹੈ, ਇਹ ਇੱਕ ਪ੍ਰਤੀਕ ਸੀ ਕਿ ਇਹ ਸਰੀਰ ਮਿੱਟੀ ਹੈ ਔਰ ਅਸੀਂ ਚਲਦੀਆਂ ਫਿਰਦੀਆਂ ਲਾਸ਼ਾਂ। ਇਸ ਪ੍ਰਤੀਕ ਕਰਕੇ ਇਸ ਇੰਡੀਆ ਦੇ ਵਿੱਚ, ਇਸ ਭਾਰਤ ਦੇ ਵਿੱਚ ਇਸ ਬੋਡੀ ਦਾ ਇਤਨਾ ਸ਼ੋਸ਼ਣ ਹੋਇਆ ਕਿ ਮਹਾਤਮਾ ਬੁੱਧ ਵਰਗੇ ਨੇ 7 ਸਾਲ ਆਪਣੇ ਸਰੀਰ ਨੂੰ ਦੁੱਖ ਦਿੱਤੇ ਨੇ, ਨਾ ਰੋਟੀ ਖਾ ਕੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਰਹੇ ਕਿ ਸ਼ਾਇਦ ਇਹ ਸਰੀਰ ਨੂੰ ਕਸ਼ਟ ਕਰਨ, ਆਤਮਾ ਅਤੇ ਪਰਮਾਤਮਾ ਤੱਕ ਜਾਣ ਲਈ ਉਹ ਸਮਝਦੇ ਸੀ ਕਿ ਓਬਸਟੈਕਲ ਇਹ ਸਰੀਰ ਹੈ, ਇਹ ਬੋਡੀ ਹੈ। ਬੋਡੀ ਡਿਨਾਇਲ ਦਾ ਜਿਹੜਾ ਸੀ ਉਹ ਏਰਾ ਸੀ ਕਿ ਇਸ ਬੋਡੀ ਨੂੰ ਡਿਨਾਇਲ ਕਰੋ। ਇਹ ਆ ਕੇ ਸ਼ਬਦ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਨੇ ਆ ਕੇ ਕਿਹਾ ਹਰਮੰਦਰ ਇਹ ਸਰੀਰ ਹੈ, ਕਿ ਜਿਸ ਸਰੀਰ ਵਿੱਚ ਆਤਮਾ ਵਸਦੀ ਹੈ ਯਾਰ, ਉਹ ਤਾਂ ਹਰਮੰਦਰ ਹੈ, ਇਸ ਨੂੰ ਕਿਉਂ ਤੁਸੀਂ ਕਸ਼ਟ ਦਿੰਦੇ ਹੋ। ਇਹ ਇੱਕ ਬੜਾ ਵੱਡਾ ਰੈਵੋਲੂਸ਼ਨ ਗੁਰੂ ਨਾਨਕ ਸਾਹਿਬ ਨੇ ਲਿਆਇਆ ਸੀ। ਤੋ ਇਹ ਹੈ ਕਿ ਯੂ ਆਰ ਨਾਟ ਯੂਅਰ ਬੋਡੀ। ਇਹ ਉਸ ਟਾਈਮ ਇਹ ਕਲਚਰ ਸੀ ਬੋਡੀ ਡਿਨਾਇਲ ਵਾਲਾ, ਕਿ ਤਾਂ ਹੀ ਇਹ ਸਾਰੇ ਤੁਸੀਂ ਪੁਰਾਣੇ ਦੇਖਦੇ ਹੋ, ਕੋਈ ਕੇਸਾਂ ਨੂੰ ਕਿੱਲੀ ਨਾਲ ਬੰਨ ਲੈਣਾ, ਇੱਕ ਟੰਗ 'ਤੇ ਖੜੇ ਹੋ ਜਾਣਾ, ਅਸੀਂ ਛੋਟੇ ਛੋਟੇ ਦੇਖਦੇ ਸੀ। ਉਹ ਸਾਰੇ ਇਹ ਕਿ ਅਸੀਂ ਪਰਮਾਤਮਾ ਵੱਲ ਮਨ ਕਰ ਸਕੀਏ। ਇੱਥੇ ਗੁਰੂ ਨਾਨਕ ਸਾਹਿਬ ਨੇ ਡਿਨਾਈ ਕੀਤਾ ਕਿ ਇਸ ਤਰ੍ਹਾਂ ਪਰਮਾਤਮਾ ਦਾ ਖਿਆਲ ਆ ਹੀ ਨਹੀਂ ਸਕਦਾ। ਤਾਂ ਹੀ ਫਿਰ ਇਹ ਗੱਲ ਕਿ ਇਫ ਯੂ ਆਰ ਨਾਟ ਯੂਅਰ ਬੋਡੀ ਦੇ ਵਿਸ਼ਵਾਸਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ, ਸਾਲਵੇਸ਼ਨ ਤੁਹਾਨੂੰ ਨਹੀਂ ਮਿਲ ਸਕਦੀ। ਤਾਂ ਮਹਾਤਮਾ ਬੁੱਧ ਦੀ ਵੀ ਮੈਂ ਗੱਲ ਕਰ ਦਿੱਤੀ। ਅਤੇ ਇਸ ਲਈ ਗੁਰੂ ਨਾਨਕ ਸਾਹਿਬ ਨੇ, ਜਾਂ ਮੈਂ ਕਹਿ ਲਵਾਂ ਗੁਰੂ ਗ੍ਰੰਥ ਸਾਹਿਬ ਨੇ, ਬੋਡੀ ਨੂੰ ਗਲੋਰੀਫਾਈ ਕੀਤਾ। ਫਿਰ ਪਹਿਲੇ ਬੋਡੀ ਜਿਹੜੀ ਹੈ ਇਹਦਾ ਡਿਨਾਇਲ ਹੋ ਰਿਹਾ ਹੈ, ਪਰ ਹੁਣ ਬੋਡੀ ਨੂੰ ਗਲੋਰੀਫਾਈ ਕਰਨ ਦੀ ਗੱਲ ਕਰ ਰਹੇ ਨੇ ਕਿ ਜੇ ਬੋਡੀ ਨੂੰ ਗਲੋਰੀਫਾਈ ਕਰੋਗੇ, ਅੱਜ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਅਗਰ ਤੁਸੀਂ ਡੈਫੀਨੇਸ਼ਨ ਪੜ੍ਹੋ ਕਿ ਇੱਕ ਤੰਦਰੁਸਤ ਆਦਮੀ ਕੌਣ ਹੈ, ਤਾਂ ਉਹ ਸਾਫ਼ ਕਹਿੰਦੇ ਨੇ ਕਿ ਕਿਸੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਹੈ, ਉਹ ਤੰਦਰੁਸਤ ਨਹੀਂ ਹੈ। ਤੰਦਰੁਸਤ ਉਹ ਹੈ ਜਿਹੜਾ ਬਾਡੀ ਵੀ ਉਹਦੀ ਤੰਦਰੁਸਤ ਹੋਵੇ, ਜਿਹਦੀ ਅੰਦਰ ਸਪਿਰਚੁਅਲਿਟੀ ਵੀ ਹੋਵੇ, ਜਿਹੜਾ ਸੋਸ਼ਲ ਵੀ ਹੋਵੇ। ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਡੈਫੀਨੇਸ਼ਨ ਦੇ ਵਿੱਚ ਇੱਕ ਤੰਦਰੁਸਤ ਬੰਦੇ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇਹ ਦਿੱਤੀ ਗਈ ਹੈ। ਫਿਰ ਜੋਗੀ, ਯੋਗ ਦਾ ਮਤਲਬ ਇਹ ਹੁੰਦਾ ਹੈ, ਯੋਗ ਮੀਨਸ ਦੋ ਦਾ ਇੱਕ ਹੋ ਜਾਣਾ। ਤਾਂ ਬਾਹਰਮੁਖੀ ਪ੍ਰਤੀਕਾਂ ਦੀ ਥਾਂ 'ਤੇ ਮਨ ਦੀ ਸਾਧਨਾ ਦੇ ਅੰਤਰਮੁਖੀ ਸਾਧਨਾ ਦਾ ਜਿਹੜਾ ਉਪਦੇਸ਼ ਹੈ, ਇਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਮੁੰਦਾਂ ਨੂੰ ਜਿਹੜੀਆਂ ਕੰਨਾਂ ਵਿੱਚ ਪਾਈਆਂ ਨੇ, ਗੁਰੂ ਨਾਨਕ ਸਾਹਿਬ ਨੇ ਕਿਹਾ ਇਹਨੂੰ ਸੰਤੋਖ ਬਣਾ, ਕੰਟੈਂਟਮੈਂਟ ਤੇਰੇ ਵਿੱਚ ਹੋਣਾ ਚਾਹੀਦਾ। ਇਹ ਜਿਹੜਾ ਮੁੰਦਾਂ ਨੇ, ਇਹ ਪ੍ਰਤੀਕ ਨੇ ਕੰਟੈਂਟਮੈਂਟ ਦੀਆਂ। ਜਿਹੜਾ ਸਹਿਜ ਹੈ, ਹਿਊਮੈਲਿਟੀ, ਇਹ ਝੋਲੀ ਹੈ ਤੇਰੀ। ਵਿਭੂਤ ਜਿਹੜੀ ਤੂੰ ਹੈ ਮਲਦਾ ਆਪਣੇ ਸਰੀਰ ਦੇ ਉੱਤੇ ਸਵਾ, ਇਹ ਤੇਰਾ ਧਿਆਨ ਹੋਣਾ ਚਾਹੀਦਾ। ਕੁਆਰੀ ਕਾਇਆ ਨਿਰਮਲ ਆਚਰਨ ਹੈ, ਔਰ ਜਿਹੜਾ ਡੰਡਾ ਇਸ ਨੂੰ ਜੁਗਤ ਬਣਾ, ਮੈਥਡ ਬਣਾ। ਤਾਂ ਇਸ ਦੀ ਗੱਲ ਗੁਰੂ ਸਾਹਿਬ ਨੇ ਜੋਗੀਆਂ ਨੂੰ ਕਹੀ। ਅਤੇ ਫਿਰ ਬ੍ਰਹਮ ਗਿਆਨੀਆਂ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਕਾ ਭੋਜਨ ਗਿਆਨ ਅਤੇ ਦਇਆ ਭੰਡਾਰਨ ਦੀ ਗੱਲ ਕਰ ਦਿੱਤੀ ਉੱਥੇ ਅੱਗੇ ਉਹਨਾਂ ਨੇ। ਫਿਰ ਇੱਕ ਮਿੱਥ ਸੀ ਸੰਸਾਰ ਵਿੱਚ ਕਿ ਇੱਕ ਟ੍ਰਿੰਟੀ ਹੈ, ਜਿਹੜੇ 3 ਗੋਡਸ ਮੰਨੇ ਜਾਂਦੇ ਸੀ, ਬ੍ਰਹਮਾ, ਵਿਸ਼ਨੂੰ, ਮਹੇਸ਼। ਇੱਥੇ ਉਹਨਾਂ ਨੇ ਉਹ ਮਿੱਥ ਤੋੜੀ ਕਿ ਜਿਹੜੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨੇ, ਇਹ ਜਿਹੜੀ ਮਿੱਥ ਨੂੰ ਰਿਜੈਕਟ ਕਰਦੇ ਹੋਏ ਪਰਮਾਤਮਾ ਨੇ
ਜਿਹੜੇ ਆਪਣੇ ਪ੍ਰਿੰਸੀਪਲ ਨਾਲ, ਆਪਣੇ ਸਿਧਾਂਤਾਂ ਨਾਲ ਆਪਣੇ ਹੁਕਮ ਵਰਤਾ ਰਿਹਾ ਹੈ ਕਿ ਇਹ ਸਾਰੇ ਦੇ ਸਾਰੇ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਪਰਮਾਤਮਾ ਦੀ ਉਪਜ ਹੈ। ਇਹ ਕੋਈ ਅਲੱਗ ਬੈਠ ਕੇ ਅਲੱਗ ਗੋਡ ਨਹੀਂ ਨੇ। ਇੱਕ ਇਹ ਉਹਨਾਂ ਨੇ ਮਿੱਥ ਗੁਰੂ ਨਾਨਕ ਸਾਹਿਬ ਨੇ ਤੋੜੀ। ਔਰ ਹਰ ਪੌੜੀ ਦੇ ਅੰਤ ਵਿੱਚ ਇੱਥੇ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭਾਵ ਨਮਸਕਾਰ ਹੈ ਉਸ ਨੂੰ ਜੋ ਮੁੱਢ ਤੋਂ ਸੀ, ਗਿਣਤੀ ਤੋਂ ਰਹਿਤ ਹੈ, ਜੋ ਨਾਮ ਜੋ ਨਾਸ਼ ਨਹੀਂ ਹੁੰਦਾ, ਜੋ ਜੁਗਾਂ ਜੁਗਾਂ ਤੋਂ ਹੈ। ਅਖੀਰ ਵਿੱਚ ਹਰ ਪੌੜੀ ਦੇ ਵਿੱਚ ਇਹ ਹੈ। ਹੁਣ ਗੁਰੂ ਸਾਹਿਬ ਉਸ ਸਮੇਂ ਦੀ ਇੱਕ ਹੋਰ ਮਿੱਥ ਹੈ ਇਸੇ ਪੌੜੀਆਂ ਦੇ ਵਿੱਚ, ਉਹ ਵਿਚਾਰਨ ਵਾਲੀ ਗੱਲ ਹੈ। ਨਾਥ ਜੋਗੀ ਸਿੱਧ ਜਿਹੜੇ ਨੇ ਇਹ ਹਜ਼ਾਰਾਂ ਸਾਲਾਂ ਤੋਂ ਇਹ ਇੱਕ ਰਟਨ ਕਰਦੇ ਆ ਰਹੇ ਸੀ ਕਿ ਪਰਮਾਤਮਾ ਦਾ ਵਾਰ-ਵਾਰ ਨਾਮ ਲੈਣਾ, ਜਿਹਦਾ ਕੱਲ੍ਹ ਵੀ ਸਾਡਾ ਇਹ ਟੌਪਿਕ ਸੀ, ਇਸ ਦੇ ਨਾਲ ਜਾਂ ਮਨਕਿਆਂ ਨੂੰ ਰਾਮ ਰਾਮ ਕਰਨ ਨਾਲ ਜਾਂ ਰਟਨ ਨਾਲ ਜਾਂ ਇਸ ਨੂੰ ਪਰਮਾਤਮਾ ਪਾਇਆ ਜਾ ਸਕਦਾ ਹੈ। ਇਹ ਅੱਜ ਵੀ ਅਸੀਂ ਕਰ ਰਹੇ ਹਾਂ। ਕੱਲ੍ਹ ਇਸ ਬਾਰੇ ਹੋਇਆ ਇੱਥੇ ਜਿਹੜਾ ਗੁਰੂ ਸਾਹਿਬ ਫਿਰ ਇਹ ਸਪਸ਼ਟ ਕਰ ਰਹੇ ਨੇ ਕਿ ਸੁਣਨ ਮੰਨਣ ਅਤੇ ਨਿਧਿਆਸਨ ਤੋਂ ਬਾਅਦ ਪ੍ਰੈਕਟਿਸ, ਅਮਲ ਤੋਂ ਬਿਨਾਂ ਕੁਝ ਨਹੀਂ ਪਾਇਆ ਜਾ ਸਕਦਾ। ਭਾਵੇਂ ਇੱਕ ਜੀਭ ਤੋਂ ਸਾਡੀਆਂ ਲੱਖ ਜੀਭਾਂ ਹੋ ਜਾਣ, 20 ਲੱਖ ਹੋ ਜਾਣ, ਪਰਮਾਤਮਾ ਦਾ ਅਹਿਸਾਸ, ਪਰਮਾਤਮਾ ਦੀ ਪ੍ਰਾਪਤੀ ਬਿਨਾਂ, ਅਮਲ ਤੋਂ ਬਿਨਾਂ ਉਸ ਦੀ ਬਖਸ਼ਿਸ਼ ਨਹੀਂ ਹੋ ਸਕਦੀ। ਇਹ ਇੱਥੇ ਕਲੀਅਰ ਜਪਜੀ ਸਾਹਿਬ ਦੇ ਵਿੱਚ ਉਹਨਾਂ ਨੇ ਜਿਹੜਾ ਕੱਲ੍ਹ ਅਸੀਂ ਵਿਚਾਰ ਕਰ ਰਿਹਾ ਸੀ, ਇੱਥੇ ਉਹਨਾਂ ਨੇ ਕਰ ਦਿੱਤਾ ਹੈ ਕਿ ਗੁਰੂ ਸਾਹਿਬ ਕਹਿ ਰਹੇ ਹਨ ਕਿ ਲੱਖਾਂ ਵਾਰ ਜਗਦੀਸ਼ ਨਾਮ ਰਟਨ ਨਾਲ ਉਸ ਦੀ ਪ੍ਰਾਪਤੀ ਠੀਕ ਉਸੇ ਤਰ੍ਹਾਂ ਹੈ ਜਿਵੇਂ ਕੀੜਾ ਇਹ ਸਮਝ ਲਵੇ ਕਿ ਮੈਂ ਅਸਮਾਨ ਤੱਕ ਪਹੁੰਚ ਜਾਵਾਂਗਾ। ਇਹ ਇੱਕ ਸਮਝਾਉਣ ਦਾ ਤਰੀਕਾ ਉਹਨਾਂ ਨੇ ਦੱਸਿਆ ਕਿ ਛੋਟੇ ਛੋਟੇ ਪੰਖਾਂ ਨਾਲ ਆਕਾਸ਼ ਤੱਕ ਜਾ ਸਕਦਾ ਹੈ ਕੀੜਾ। ਇਹ ਇੱਕ ਜਿਹੜੀ ਹੈ ਉਹਦੀ ਇੰਪੋਸੀਬਲ ਗੱਲ ਨੂੰ ਪੋਸੀਬਲ ਇਹ ਨਹੀਂ ਹੋ ਸਕਦੀ, ਸਿਰਫ ਜਗਦੀਸ਼ ਜਗਦੀਸ਼ ਕਹਿਣ ਨਾਲ, ਇਹ ਅਮਲ ਨਾਲ ਹੋਏਗੀ। ਇੱਕ ਤਰੀਕਾ ਹੈ ਸਮਝਾਉਣ ਦਾ ਸਾਨੂੰ, ਕੂੜੇ ਕੂੜੀ ਠੀਸ, ਸਿੱਧਾ ਤੁਹਾਨੂੰ ਮੈਸੇਜ ਦਿੱਤਾ ਕਿ ਫਾਲਸ ਮੈਥਡਸ ਲੀਡਸ ਟੂ ਬੇਸਲੈਸ ਕਨਕਲੂਜ਼ਨ। ਜਿੰਨੇ ਫਾਲਸ ਮੈਥਡ ਯੂਜ਼ ਕਰੋਗੇ ਇਹ ਬੇਸਲੈਸ ਕਨਕਲੂਜ਼ਨ ਕਹਿ ਕੇ ਗੁਰੂ ਨਾਨਕ ਸਾਹਿਬ ਨੇ ਇਸ ਨੂੰ, ਨਾਨਕ ਨਦਰੀ ਪਾਈਏ ਕੂੜੀ ਕੂੜੀ ਠੀਕ, ਉਸ ਦੀ ਕਦਰ ਨਾਲ ਸਭ ਕੁਝ ਮਿਲੇਗਾ, ਬਾਕੀ ਸਭ ਝੂਠ ਹੈ, ਬੇਸਲੈਸ ਹੈ। ਇੱਥੇ ਉਹਨਾਂ ਨੇ ਡਿਸੀਜ਼ਨ ਦੇ ਦਿੱਤਾ ਗੁਰੂ ਨਾਨਕ ਸਾਹਿਬ ਨੇ। ਔਰ ਮੁੰਦਾਂ ਵਾਲੀਆਂ ਜਿਹੜੀਆਂ ਚਾਰੇ ਪੌੜੀਆਂ ਨੇ, ਇਸ ਵਿੱਚ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜਿਹੜਾ ਵਿਵਹਾਰ ਹੈ ਇਹ ਧਰਮ ਤੋਂ ਵੱਖਰਾ ਨਹੀਂ ਹੋ ਸਕਦਾ। ਤੁਹਾਡਾ ਜਿਹੜਾ ਬਿਹੇਵੀਅਰ ਹੈ, ਤੁਹਾਡਾ ਜਿਹੜਾ ਵਿਚਰਨ ਹੈ ਸਮਾਜ ਦੇ ਵਿੱਚ, ਇਹ ਧਰਮ ਨਾਲੋਂ ਅਲੱਗ ਨਹੀਂ ਹੋ ਸਕਦਾ। ਕਿਧਰੇ ਅਸੀਂ ਸੋਚੀਏ ਕਿ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਆਏ ਤਾਂ ਫਿਰ ਸਾਡਾ ਬਿਹੇਵੀਅਰ ਹੋਰ ਹੋ ਜਾਏ, ਗੁਰਦੁਆਰੇ ਅੰਦਰ ਹੋ ਜਾਏ। ਤੋ ਸਮਝਣਾ ਹੁਣ ਇਸ ਗੱਲ ਹੈ ਕਿ ਚੰਗੀ ਤਰ੍ਹਾਂ ਦੁਨੀਆਦਾਰੀ ਦਾ ਨਾਮ ਹੀ ਧਰਮ ਹੈ। ਦੁਨੀਆ ਅਤੇ ਧਰਮ ਦਾ ਉਹੀ ਸੰਬੰਧ ਹੈ ਜਿਵੇਂ ਫੁੱਲ ਅਤੇ ਸੁਗੰਧ ਦਾ। ਇੱਕੋ ਲਾਈਨ ਦੇ ਵਿੱਚ ਜਿਹੜੀ ਇਹ ਗੱਲ ਸਮਝਾਤੀ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧ ਹੈ, ਇਸ ਤਰ੍ਹਾਂ ਹੀ ਇਨਸਾਨ ਧਰਮ, ਦੁਨੀਆਦਾਰੀ ਦਾ ਅਤੇ ਧਰਮ ਦਾ ਇਹ ਸੰਬੰਧ ਹੈ। ਉਸ ਤੋਂ ਬਾਅਦ ਅੱਗੇ ਗੁਰੂ ਨਾਨਕ ਸਾਹਿਬ ਇੱਕ ਕ੍ਰਾਂਤੀਕਾਰੀ ਵਚਨ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਨਾ ਬੋਲਣ ਵਿੱਚ ਜ਼ੋਰ ਹੈ, ਸ਼ਕਤੀ ਹੈ, ਨਾ ਤੁਸੀਂ ਬੋਲ ਬੋਲ ਕੇ ਉਸ ਨੂੰ ਪਾ ਸਕਦੇ ਹੋ। ਸਾਰੀਆਂ ਆਖਣ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਇਹ ਸਾਰੀ ਜਿਹੜੀ ਲਾਈਨ, ਜਿਹੜੀ ਪੌੜੀ ਹੈ, ਇਹ ਇਸ ਗੱਲ ਦੇ ਉੱਤੇ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਜ਼ੋਰ ਨਾਲ ਕੁਝ ਨਹੀਂ ਹੋਣਾ। ਜ਼ੋਰ ਭਾਵ ਹੱਠ ਕਰਨ ਨਾਲ ਜਾਂ ਕਿਸੇ ਢੰਗ ਨਾਲ ਜ਼ੋਰ ਕਰਨ ਨਾਲ ਜਾਂ ਬਲ ਪ੍ਰਦਰਸ਼ਨ ਕਰਨ ਨਾਲ, ਬਹੁਤ ਤਪਸਵੀ ਜੋ ਹੱਠ ਕਰਕੇ ਸਰੀਰ ਨੂੰ ਕਸ਼ਟ ਵੀ ਪਾਉਂਦੇ ਰਹੇ, ਕਸ਼ਟ ਵੀ ਦਿੰਦੇ ਰਹੇ, ਤਾਂ ਸਰੀਰਕ ਕਸ਼ਟਾਂ ਕਰਕੇ ਮਨ 'ਤੇ ਕਾਬੂ ਨਹੀਂ ਹੋ ਸਕਦਾ। ਇੱਥੇ ਗੁਰੂ ਨਾਨਕ ਸਾਹਿਬ ਇਹ ਸਮਝਦੇ, ਗੁਰੂ ਨਾਨਕ ਸਾਹਿਬ ਦਾ ਰਸਤਾ ਜ਼ੋਰ ਦਾ ਨਹੀਂ ਹੈ। ਇਸ ਗੱਲ ਨੂੰ ਅਸੀਂ ਇਸ ਪੌੜੀ ਤੋਂ ਸਮਝਣਾ ਹੈ। ਗੁਰੂ ਨਾਨਕ ਸਾਹਿਬ ਦਾ ਰਸਤਾ ਹੈ ਸੰਜਮ ਦਾ। ਗੁਰੂ ਨਾਨਕ ਸਾਹਿਬ ਦਾ ਰਸਤਾ ਹੈ ਪ੍ਰੇਮ ਦਾ। ਜੇ ਜੰਮਣ ਮਰਨ ਵਿੱਚ ਮਨੁੱਖ ਦਾ ਕੋਈ ਜ਼ੋਰ ਨਹੀਂ ਤਾਂ ਫਿਰ ਜੀਵਨ ਅਤੇ ਮੌਤ ਦੇ ਵਿਚਲਾ ਜਿਹੜਾ ਜੀਵਨ ਅਸੀਂ ਜੀ ਰਹੇ ਹਾਂ ਜਾਂ ਹੋਰ ਕਰਨੀਆਂ ਅਸੀਂ ਕਰ ਰਹੇ ਹਾਂ, ਇਸ 'ਤੇ ਜ਼ੋਰ ਕਿਵੇਂ ਚੱਲ ਸਕਦਾ? ਇਹ ਗੁਰੂ ਨਾਨਕ ਸਾਹਿਬ ਸਾਨੂੰ ਕਹਿ ਰਹੇ ਨੇ ਕਿ ਜ਼ੋਰ ਹੈ ਤਾਂ ਮਨੁੱਖ ਤੇਰੇ ਹੰਕਾਰ ਦਾ, ਤੇਰੇ ਅੰਦਰ ਜਿਹੜੀ ਈਗੋ ਹੈ, ਇਹ ਉਸ ਦਾ ਜ਼ੋਰ ਹੈ। ਬਾਕੀ ਕੋਈ ਹੋਰ ਜ਼ੋਰ ਨਾਲ ਕੋਈ ਕਵੇ ਕਿ ਮੈਂ ਆਪਣਾ ਵਰਗਾ ਸਾਰਿਆਂ ਨੂੰ ਬਣਾ ਦੇਵਾਂ, ਇਹ ਨਹੀਂ ਹੋ ਸਕਦਾ। ਮਨੁੱਖ ਆਪਣੇ ਵਰਗਾ ਤਾਂ ਬਣੇਗਾ ਜੇ ਅੰਦਰੋਂ ਜੋ ਤੁਸੀਂ ਸੋਚਦੇ ਹੋ ਉਹੀ ਜੋ ਮੈਂ ਸੋਚਦਾ ਉਹੀ ਤੁਸੀਂ ਸੋਚਣਾ ਸ਼ੁਰੂ ਕਰ ਦਿਓ। ਇਸ ਤਰ੍ਹਾਂ ਦਾ ਜ਼ੋਰ ਨਾਲ ਨਹੀਂ ਹੋਣਾ। ਇੱਥੇ ਗੁਰੂ ਸਾਹਿਬ ਜਿਹੜੇ ਨੇ ਇਹ ਗੱਲ ਇੱਥੇ ਸਾਨੂੰ ਸਮਝਾ ਰਹੇ ਨੇ। ਅਤੇ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਰਮਾਤਮਾ ਦੇ ਹੱਥ ਵਿੱਚ ਸਾਰਾ ਜ਼ੋਰ ਹੈ, ਸਾਰੀ ਤਾਕਤ ਉਸ ਪਰਮ ਪਿਤਾ ਪਰਮਾਤਮਾ ਵਿੱਚ ਹੈ। ਜਿਹੜਾ ਆਪਣੇ ਆਪ ਨੂੰ ਗਵਾਏਗਾ,
ਜਿਹੜੀ ਆਪਣੀ ਹੋਮੇ ਛੱਡ ਦੇਗਾ ਉਹ ਉਸ ਨੂੰ ਪਾ ਲੇਗਾ, ਜਿਹੜਾ ਆਪਣੇ ਆਪ ਨੂੰ ਵਜਾਏਗਾ ਮਤਲਬ ਸ਼ੋਅ ਆਫ ਕਰੇਗਾ ਉਹ ਉਸ ਲਈ ਸਭ ਕੁਝ ਗਵਾ ਦੇਗਾ। ਇੱਥੇ ਇਹ ਪੌੜੀਆਂ ਦਾ ਮਤਲਬ ਇਹ ਹੈ, ਪਰਮਾਤਮਾ ਅੱਗੇ ਆਤਮ ਸਮਰਪਣ, ਪਰਮਾਤਮਾ ਦੇ ਹੁਕਮ ਨਾਲ ਮਨੁੱਖ ਉੱਤਮ ਅਤੇ ਨੀਚ ਮੰਨਿਆ ਜਾਂਦਾ। ਮਨੁੱਖ ਦੀ ਕ੍ਰੀਏਸ਼ਨ ਨਹੀਂ ਹੈ। ਜੇ ਉਸ ਪਰਮਾਤਮਾ ਦਾ ਨਿਵਾਸ ਤੁਹਾਡੇ ਅੰਦਰ ਹੈ, ਜਾਂ ਕਈ ਧਰਮੀ ਨੇ ਕਈ ਅਧਰਮੀ ਨੇ। ਧਰਮੀ ਬੰਦਾ ਸੋਚਦਾ ਹੈ ਕਿ ਚੰਗਾ ਕੀ ਹੈ, ਅਧਰਮੀ ਇਹ ਸੋਚਦਾ ਕਿ ਫਾਇਦਾ ਕਿਹਦੇ ਵਿੱਚ ਹੈ। ਇੱਥੇ ਜਿਹੜਾ ਨੀਚ ਜਿਹੜੀ ਇਹ ਉੱਤਮ ਅਤੇ ਨੀਚਤਾ ਹੈ, ਇਸ ਗੱਲ ਨਾਲ ਗੁਰੂ ਸਾਹਿਬ ਕਹਿ ਰਹੇ ਨੇ। ਹੁਣ ਅਖੀਰ ਵਿੱਚ ਜਿਹੜਾ ਸਵਾਲ ਪਹਿਲੇ ਸ਼ੁਰੂਆਤ ਜਪਜੀ ਨੇ ਸਚਿਆਰ ਦੀ ਕੀਤੀ ਸੀ, ਹੁਣ ਜਿਹੜੀਆਂ ਅਖੀਰ ਦੇ ਵਿੱਚ ਪੌੜੀਆਂ ਆ ਰਹੀਆਂ ਨੇ ਉਹ ਸੱਚਖੰਡ ਤੱਕ, ਜਿਹੜੀ 5 ਖੰਡ ਨੇ, ਇਹ ਉਹਨਾਂ ਦਾ ਗੁਰੂ ਨਾਨਕ ਸਾਹਿਬ ਉੱਥੇ ਆ ਰਹੇ ਨੇ ਕਿ ਅੰਤਲੇ ਭਾਗ ਵਿੱਚ 5 ਖੰਡਾਂ ਦਾ ਜੋ ਵਰਣਨ ਗੁਰੂ ਨਾਨਕ ਸਾਹਿਬ ਨੇ ਕੀਤਾ। ਤੋ ਇੱਕ ਹੈ ਅਧਿਆਤਮਕ ਪ੍ਰਾਪਤੀ ਦੇ ਜਿਹੜੇ 5 ਪੜਾਅ ਨੇ, ਇਹ ਬੜੇ ਸਮਝਣ ਵਾਲੇ ਨੇ। ਮੈਂ ਸਮਝਦਾ ਕਿ ਪੂਰੇ ਜਪਜੀ ਸਾਹਿਬ ਦਾ ਕਰਕਸ ਜਿਹੜਾ ਹੈ ਇਹ ਖੰਡਾਂ ਦੇ ਵਿੱਚ ਹੈ ਕਿ ਮਨੁੱਖ ਦੀ ਪ੍ਰਗਤੀ ਦਾ ਜਿਹੜਾ ਮਾਰਗ ਹੈ, ਇਹਨਾਂ ਪੜਾਵਾਂ ਵਿੱਚ ਪਹਿਲਾ ਸਥਾਨ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਉਹ ਹੈ ਧਰਮ ਖੰਡ। ਮਨੁੱਖ ਦੇ ਨੈਤਿਕਤਾ ਦਾ ਫਰਜ਼ਾਂ ਦਾ ਇਹ ਖੰਡ ਹੈ। ਔਰ ਇਸ ਵਿਸ਼ੇ ਨੂੰ ਸਮਝਾਉਣ ਲਈ ਬੜੀ ਬਰੀਕੀ ਸਮਝਣਾ ਇਸ ਗੱਲ ਨੂੰ ਕਿ ਇਸ ਵਿਸ਼ੇ ਨੂੰ ਸਮਝਾਉਣ ਲਈ ਗੁਰੂ ਨਾਨਕ ਸਾਹਿਬ ਨੇ ਟੈਲੀਸਕੋਪਿਕ ਅਪਰੋਚ ਲਈ ਹੈ। ਇਸ ਨੂੰ ਸਾਇੰਟੀਫਿਕ ਵਿਜ਼ਨ ਵੀ ਕਹਿੰਦੇ ਨੇ। ਕੁਦਰਤ ਵੱਲੋਂ ਜੋ 4 ਤੱਤਾਂ ਦੀ 5 ਤੱਤਾਂ ਦੀ ਰਚਨਾ ਹੈ, ਉਹਨਾਂ ਵਿੱਚੋਂ 4 ਤੱਤਾਂ ਦੀ ਉਹ ਬੜੇ ਸੂਖਮ ਅਤੇ ਵਿਸ਼ਾਲ ਨੇ। ਉਹ ਤੱਤ ਪਵਨ, ਪਾਣੀ, ਅਗਨੀ ਅਤੇ ਪਤਾਲ। ਪਤਾਲ ਤੋਂ ਭਾਵ ਆਕਾਸ਼ ਤੋਂ ਹੈ। ਇਹਨਾਂ ਵਿਸ਼ਾਲ ਤੱਤਾਂ ਵਿੱਚ ਉਸ ਪਰਮਾਤਮਾ ਨੇ ਇੱਕ ਜਿਹੜੀ ਹੈ ਸੂਖਮ ਜਿਹੜੀ 5ਵਾਂ ਤੱਤ ਹੈ ਧਰਤੀ, ਉਹਨੂੰ ਸਥਾਪਿਤ ਕੀਤਾ। ਗੁਰੂ ਸਾਹਿਬ ਇਸ ਪੌੜੀ ਵਿੱਚ ਇਹ ਕਹਿਣਾ ਚਾਹ ਰਹੇ ਨੇ। ਔਰ ਧਰਤੀ ਠੋਸ ਹੈ। ਗੁਰੂ ਸਾਹਿਬ ਇਸ ਨੂੰ ਧਰਮਸਾਲ ਕਿਹਾ, ਜਿਹੜਾ ਮੈਂ ਪਹਿਲੇ ਸ਼ੁਰੂਆਤ ਵਿੱਚ ਕਿਹਾ ਕਿ ਇਹਨਾਂ 4 ਤੱਤਾਂ 'ਚ 5ਵਾਂ ਤੱਤ ਜਿਹੜਾ ਪ੍ਰਵੇਸ਼ ਕਰਾ ਕੇ ਇਸ ਨੂੰ ਧਰਮਸਾਲ ਕਹਿ ਦਿੱਤਾ। ਅਤੇ ਇਸ ਨੂੰ ਇਹ ਕਿਹਾ ਕਿ ਨਿਯਮ ਅਨੁਸਾਰ ਜੀਵਨ ਜੀਣਾ ਧਰਮ ਹੈ। ਧਰਤੀ ਜਿਹੜੀ ਹੈ ਜਾਂ ਇਹ ਧਰਮਸਾਲ ਹੈ, ਇਹ ਹਮੇਸ਼ਾ ਲਈ ਜੀਣ ਲਈ ਨਹੀਂ ਹੈ। ਧਰਤੀ ਉੱਤੇ ਵਸਣ ਵਾਲੇ ਜੀਵਾਂ ਨੂੰ ਵਿਸ਼ੇਸ਼ ਰੂਪ ਵਿੱਚ ਧਰਮ ਕਰਨ ਦੀ ਥਾਂ ਦੱਸਿਆ ਗਿਆ। ਅਤੇ ਧਰਤੀ ਦਾ ਇੱਕ ਵਿਸ਼ੇਸ਼ ਗੁਣ ਹੁੰਦਾ ਕਿ ਇਸ ਵਿੱਚ ਜੋ ਬੀਜੋਗੇ ਨਾ ਉਹੀ ਫਲ ਪ੍ਰਾਪਤ ਹੋਣਾ। ਇਹ ਇਸ਼ਾਰਾ ਹੈ ਮਨੁੱਖ ਨੂੰ ਕਿ ਤੂੰ ਧਰਮਸਾਲ ਦੇ ਵਿੱਚ ਜਦੋਂ ਪ੍ਰਗਟ ਹੋ ਗਿਆ, ਤੂੰ ਆ ਗਿਆ, ਤਾਂ ਇੱਥੇ ਜੋ ਕੁਝ ਬੀਜੇਗਾ ਤੈਨੂੰ ਉਹੀ ਕੁਝ ਮਿਲੇਗਾ। ਤੋ ਇਸ ਲਈ ਮਨੁੱਖ ਨੂੰ ਇਸ ਧਰਤੀ ਰੂਪੀ ਸਕੂਲ ਵਿੱਚੋਂ ਨਿਯਮ ਅਨੁਸਾਰ ਜੀਵਨ ਜੀਣ ਦੇ ਢੰਗ ਸਿੱਖਣੇ ਨੇ। ਇਹ ਧਰਮਖੰਡ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ। ਅਕਾਲ ਪੁਰਖ ਦੀ ਸਿਰਜੀ ਇਸ ਧਰਤੀ ਉੱਤੇ ਅਨੇਕਾਂ ਤਰੀਕੇ ਦੇ ਜੀਵ ਵਸਦੇ ਨੇ, ਜਿਨ੍ਹਾਂ ਦੇ ਵਿੱਚ ਅਨੇਕਾਂ ਨਾਮ ਨੇ, ਜਿਨ੍ਹਾਂ ਦੇ ਉਹਨਾਂ ਜੀਵਾਂ ਨੂੰ ਧਰਮ ਦੀ, ਡਿਸਿਪਲਨ ਦੀ, ਫਰਜ਼ਾਂ ਦੀ ਜਿਹੜੀ ਪ੍ਰੇਰਨਾ ਵਾਸਤੇ ਜਿਹੜੀ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਪਰਮਾਤਮਾ ਨੇ ਵਿਸ਼ੇਸ਼ ਰਾਤਾਂ, ਵਾਰ, ਮੌਸਮ, ਤਿੱਥਾਂ ਦੀ ਰਚਨਾ ਕੀਤੀ। ਔਰ ਗੁਰੂ ਸਾਹਿਬ ਮਨੁੱਖ ਨੂੰ ਸਮਝਾ ਰਹੇ ਨੇ ਕਿ ਇਹ ਧਰਤੀ ਧਰਮਸਾਲ ਹੈ। ਔਰ ਇਹ ਧਰਮਸਾਲ ਰੂਪੀ ਧਰਤੀ ਮਨੁੱਖ ਦੀ ਅਨੰਤ ਯਾਤਰਾ ਆਰਾਮ ਨਾਲ ਜੀਵਨ ਜੀਣ ਲਈ ਹੈ। ਘਰ ਬਣਾ ਕੇ ਬਹਿ ਜਾਣ ਲਈ ਨਹੀਂ ਹੈ। ਜਿਹੜੀ ਮੈਂ ਕਹੀ ਹੈ ਕਿ ਮਨੁੱਖ ਇਹ ਸੋਚ ਲਵੇ ਹਮੇਸ਼ਾ ਮੌਤ ਦਾ ਅਹਿਸਾਸ, ਜਿਹੜੀ ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ ਕਿ ਮੌਤ ਦਾ ਅਹਿਸਾਸ ਦਿਵਾਉਣ ਦਾ ਮਨੁੱਖ ਨੂੰ ਇਹੀ ਮਤਲਬ ਹੈ ਬਿਹਾਈਂਡ ਦੀ ਲਾਈਨ, ਕਿ ਤੂੰ ਹਮੇਸ਼ਾ ਲਈ ਜਿੰਦੇ ਨਹੀਂ ਰਹਿਣਾ। ਤੂੰ ਜਿਤਨਾ ਚਿਰ ਜੀਣਾ ਉਹ ਇੱਕ ਆਈਡੀਅਲ ਜੀਵਨ ਜੀ। ਤੋ ਹਮੇਸ਼ਾ ਇਹ ਸਮਝਣਾ ਔਰ ਇਸ ਨੂੰ ਯਾਦ ਰੱਖਣਾ ਕਿ ਧਰਮਸਾਲ ਦੇ ਵਿੱਚ ਸਮਰਪਣ ਕਰਕੇ ਰਹਿਣਾ। ਜੀਵਨ ਦੀ ਨੀਤੀ ਨਿਰਧਾਰਤ ਕਰਨ ਲਈ ਜਿਹੜੀ ਹੈ ਇਹ ਇੱਥੇ ਤੁਸੀਂ ਧਰਮਸਾਲ ਦੇ ਵਿੱਚ ਜਿਹੜੀ ਇਹ ਗੱਲ ਕਰਨੀ ਹੈ। ਜਿਵੇਂ ਪੂਰੀ ਸ੍ਰਿਸ਼ਟੀ ਨਿਯਮਬੱਧ ਹੈ, ਮੈਂ ਪਹਿਲੇ ਦੱਸਿਆ, ਹਰ ਚੀਜ਼ ਨਿਯਮ ਨਾਲ ਚੱਲ ਰਹੀ ਹੈ, ਡਿਸਿਪਲਨ ਨਾਲ ਚੱਲ ਰਹੀ ਹੈ। ਇਸੇ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਡਿਸਿਪਲਨ ਨਾਲ ਚਾਹਣੀ ਹੈ। ਜਿਵੇਂ ਪੂਰੀ ਕੁਦਰਤ ਵਿੱਚ ਜਿਹੜੀ ਹੈ ਰੰਗੀ ਬਾਤੀ ਕਰ ਡਾਇਵਰਸਿਟੀ, ਅਨੇਕਾਂ ਤਰੀਕੇ ਦੇ ਮਨੁੱਖ ਨੇ, ਅਨੇਕਾਂ ਤਰੀਕੇ ਦੀ ਬਨਸਪਤੀ ਹੈ, ਅਨੇਕਾਂ ਤਰੀਕੇ ਦੇ ਜਿਹੜੇ ਨੇ ਜਾਨਵਰ ਨੇ। ਤੂੰ ਸਭ ਦੇ ਨਾਲ ਹਾਰਮਨੀ ਨਾਲ ਰਹਿਣਾ। ਜਿਹੜੇ ਅੱਜ ਅਸੀਂ ਉਸ ਤਰੀਕੇ ਇਹ ਜਿਤਨੀ ਪੂਰੇ ਵਰਲਡ ਦੇ ਵਿੱਚ ਅਸੀਂ ਕਤਲੋ ਗਾਰਤ, ਅਨਰੈਸਟ ਦੇਖ ਰਹੇ ਹਾਂ ਨਾ, ਉਹ ਇਸੇ ਲਈ ਹੈ।
ਅਸੀਂ ਤਾਂ ਹੀ ਪਹਿਲਾ ਲੈਕਚਰ ਹੀ ਇਹ ਰੱਖਿਆ ਸੀ ਕਿ ਧਰਮ ਕਿਹੜਾ ਗੁਰੂ ਗ੍ਰੰਥ ਸਾਹਿਬ ਦਾ। ਗੁਰੂ ਗ੍ਰੰਥ ਸਾਹਿਬ ਦਾ ਧਰਮ ਹੈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ, ਕਿ ਹਜ਼ਾਰਾਂ ਤਰੀਕਾਂ ਦੇ ਇੱਥੇ ਜਿਹੜੀਆਂ ਨੇ ਅਲੱਗ-ਅਲੱਗ ਨਸਲਾਂ ਨੇ, ਅਲੱਗ-ਅਲੱਗ ਫੁੱਲ ਨੇ, ਅਲੱਗ-ਅਲੱਗ ਬਨਸਪਤੀ ਹੈ, ਅਲੱਗ-ਅਲੱਗ ਫਲ ਨੇ, ਅਲੱਗ-ਅਲੱਗ ਤਰੀਕੇ ਦੇ ਮਨੁੱਖ ਨੇ। ਇਹਨਾਂ ਵਿੱਚ ਜਿਹੜੀ ਡਾਇਵਰਸਿਟੀ ਹੈ, ਇਸ ਡਾਇਵਰਸਿਟੀ ਨੂੰ ਦੇ ਵਿੱਚ ਹਾਰਮੋਨੀ ਲਿਆਉਣੀ ਹੈ, ਇੱਕ ਸੁਰਤਾ ਹੁੰਦੀ ਹੈ ਹਾਰਮੋਨੀ। ਆਪਣਾ ਆਪਾਂ ਨਹੀਂ ਕਰਕੇ ਕਿ ਇਸ ਨੂੰ ਬਰਬਾਦ ਜਾਂ ਵਾਇਲੇਟ ਨਹੀਂ ਕਰਨਾ, ਅਤੇ ਉਸ ਤਰ੍ਹਾਂ ਮਨੁੱਖਤਾ ਵਿੱਚ ਵੀ ਹਾਰਮੋਨੀ ਹੋਵੇ। ਇਸ ਖੰਡ ਦੇ ਵਿੱਚ ਗੁਰੂ ਸਾਹਿਬ ਇਹ ਸਮਝਾ ਰਹੇ ਨੇ ਕਿ ਪੂਰੀ ਯੂਨੀਵਰਸ ਜਿਹੜੀ ਹੈ ਇੱਕ ਡੂੰਘੇ ਅਨੁਸ਼ਾਸਨ ਦੇ ਵਿੱਚ, ਡਿਸਿਪਲਨ ਦੇ ਵਿੱਚ ਜੀ ਰਹੀ ਹੈ, ਅਤੇ ਡਿਸਿਪਲਨ ਜਿਹੜਾ ਹੈ ਇਸ ਨੂੰ ਪਛਾਣਨਾ ਹੈ, ਔਰ ਇਹ ਪਛਾਣ ਜਿਹੜੀ ਹੈ ਇਸ ਦੀ ਜਿਹੜੀ ਪਛਾਣ ਹੈ ਇਹੀ ਧਰਮ ਹੈ। ਕੁਦਰਤ ਦੇ ਮੁਤਾਬਕ ਆਉਣਾ ਧਰਮ ਹੈ। ਇਸ ਨੂੰ ਗੁਰੂ ਨਾਨਕ ਨੇ ਧਰਮ ਖੰਡ ਕਿਹਾ, ਔਰ ਇਸ ਨੂੰ ਅਸੀਂ ਅਗਰ ਕਹੀਏ ਤਾਂ ਰਾਈਟਸਨੈਸ ਦਾ ਖੰਡ ਵੀ ਕਹਿ ਸਕਦੇ ਹਾਂ, ਇਸ ਨੂੰ ਸੈਲਫ ਅਵੇਅਰਨੈਸ ਦਾ ਖੰਡ ਵੀ ਕਹਿ ਸਕਦੇ ਹਾਂ, ਅਤੇ ਇਸ ਨੂੰ ਜਿਸ ਦੇ ਵਿੱਚ 5 ਗੱਲਾਂ ਜੋ ਮੈਨੂੰ ਲੱਗਦੀਆਂ ਨੇ, ਇੱਕ ਤਾਂ ਹੈ ਫਰਜ਼ਾਂ ਦੀ ਗੱਲ, ਡਿਊਟੀ ਦੀ ਗੱਲ, ਇੱਕ ਹੈ ਡਿਸਿਪਲਨ ਦੀ ਗੱਲ, ਇੱਕ ਹੈ ਜਸਟਿਸ ਦੀ ਗੱਲ, ਹਰ ਇੱਕ ਨਾਲ ਜਸਟਿਸ ਕਰਨਾ, ਔਰ ਇੱਕ ਹੈ ਗਾਈਡੈਂਸ। ਫਿਰ ਆਪ ਜਦੋਂ ਇਹਨੂੰ ਸਮਝ ਲੈਣਾ ਫਿਰ ਦੂਸਰਿਆਂ ਨੂੰ ਵੀ ਜੋ ਹੈ ਗਾਈਡ ਕਰਨਾ ਹੈ। ਤਾਂ ਇੱਕ ਹੈ ਫਿਰ ਅਖੀਰਲਾ 5ਵਾਂ ਟਰੁੱਥ, ਜਿਹਦਾ ਸਾਡਾ ਇੱਕ ਲੈਕਚਰ 7, ਕਿ ਆਪਣੇ ਸੱਤ ਨੂੰ ਸਮਝਣਾ, ਇਸ ਕੁਦਰਤ ਦੀ ਸੱਚ ਨੂੰ ਸਮਝਣਾ। ਤਾਂ ਗੁਰੂ ਸਾਹਿਬ ਨੇ ਇਸ ਖੰਡ ਵਿੱਚ ਸਰੈਂਡਰ ਵਨ ਸੈਲਫ ਕੰਪਲੀਟਲੀ ਟੂ ਦਿਸ ਲਾ ਕਰਕੇ ਅਗਲੇ ਖੰਡ ਵਿੱਚ ਪ੍ਰਵੇਸ਼ ਕੀਤਾ, ਅਤੇ ਦੱਸਿਆ ਕਿ ਧਰਮ ਖੰਡ ਕਾ ਇਹ ਉਹ ਧਰਮ ਕਹਿ ਕੇ ਅਗਲਾ ਖੰਡ ਵਿੱਚ ਆ ਜਾਂਦੇ ਨੇ ਕਿ ਜਿਹੜੀ ਗੱਲ ਗਿਆਨ ਖੰਡ ਦੀ ਹੈ। ਪਰ ਉਸ ਤੋਂ ਪਹਿਲੇ ਗੁਰੂ ਸਾਹਿਬ ਇੱਕ ਗੱਲ ਸਾਨੂੰ ਬਿਹਾਈਂਡ ਦੀ ਲਾਈਨ ਹੋਰ ਸਮਝਾ ਰਹੇ ਨੇ ਕਿ ਕੁਦਰਤ ਦੀਆਂ ਇਹ ਨਿਆਮਤਾਂ ਇਸ ਪੂਰੀ ਕਾਇਨਾਤ ਦੇ ਵਿੱਚ, ਇਹ ਤਾਕੀਦ ਹੈ ਕਿ ਜੀਵ ਨੂੰ ਜਿਹੜੀਆਂ ਇਹ ਨਿਆਮਤਾਂ ਨੇ ਇਹ ਕਿਸੇ ਦੀ ਮਲਕੀਅਤ ਨਹੀਂ ਹੈ। ਯੋਗੀ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਨੂੰ, ਮੈਂ ਪਹਿਲੇ ਸ਼ਾਇਦ ਇੱਥੇ ਗੱਲ ਕੀਤੀ ਹੈ, ਇਸ ਸਿਰਜਣਾ ਨੂੰ ਵਿਸ਼ ਕਿਹਾ ਕਿ ਇਹ ਸਾਰਾ ਸੰਸਾਰ ਜ਼ਹਿਰ ਹੈ, ਇਸ ਲਈ ਇਹਨੂੰ ਤਿਆਗਣ ਦੀ ਗੱਲ ਕੀਤੀ। ਪਰ ਗੁਰੂ ਸਾਹਿਬ ਨੇ ਇਸ ਨੂੰ ਹਰ ਕਾ ਰੂਪ ਕਿਹਾ ਕਿ ਜੋ ਵੀ ਕੁਦਰਤ ਵਿੱਚ ਹੈ ਇਹ ਮਨੁੱਖ ਦੀ ਜ਼ਰੂਰਤਾਂ ਲਈ ਹੈ। ਜਦੋਂ ਮਨੁੱਖ ਇਸ ਨੂੰ ਇੰਜੋਏ ਕਰਨਾ ਸ਼ੁਰੂ ਕਰਦੇ ਆਪਣੇ ਸੁੱਖ ਸੁਵਿਧਾ ਲਈ, ਤਾਂ ਇਹ ਵਿਸ਼ ਬਣ ਜਾਂਦਾ। ਤੋ ਇਸ ਨੂੰ ਜਿਹੜੀ ਹੈ ਡਿਜ਼ਾਇਰਸ ਦੀ ਗੱਲ ਵੀ ਇੱਥੇ ਥੋੜ੍ਹੀ ਜਿਹੀ ਉਹਨਾਂ ਨੇ ਲੈ ਲਈ, ਔਰ ਇਹ ਤਾਕੀਦ ਕੀਤੀ ਕਿ ਆਪਣੇ ਫਰਜ਼ਾਂ ਦਾ ਪਾਲਨ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਕੁਦਰਤ ਦੀਆਂ ਅਨੇਕ ਸ਼ਕਤੀਆਂ, ਸੂਰਜ, ਹਵਾ, ਪਾਣੀ ਜਿਹੜੀਆਂ ਨੇ ਇਹ ਆਪਣੀਆਂ ਜਿਹੜੀਆਂ ਨੇ ਸ਼ਕਤੀਆਂ ਆਪਣੀਆਂ ਸਾਨੂੰ ਦੇ ਰਹੇ ਨੇ। ਹੁਣ ਧਰਮ ਦੀ ਭੂਮਿਕਾ ਤੋਂ ਬਾਅਦ ਫਿਰ ਗਿਆਨ ਦੀ ਗੱਲ ਆਈ, ਤਾਂ ਇਸ ਯੂਨੀਵਰਸ ਵਿੱਚ ਧਰਮ ਤਾਂ ਹੋਏਗਾ ਪਰ ਗਿਆਨ ਨਹੀਂ ਹੋਏਗਾ ਜੇ ਮਨੁੱਖ ਨਹੀਂ ਹੋਏਗਾ ਤਾਂ। ਤੋ ਇਸ ਲਈ ਧਰਤੀ ਰਾਹੀਂ ਨੈਤਿਕਤਾ ਅਤੇ ਫਿਰ ਗਿਆਨ ਦੀ ਭੂਮਿਕਾ ਦੀ ਜ਼ਰੂਰਤ ਪਈ, ਅਤੇ ਇਹ ਖੰਡ ਮਾਨਵ ਦੀ ਚੇਤਨਾ ਦਾ ਵਿਸਥਾਰ ਹੈ। ਮੈਂ ਪਹਿਲੇ ਇਹ ਗੱਲ ਕੀਤੀ ਹੈ ਕਿ ਇੱਕ ਗਿਆਨ ਜਿਹੜਾ ਆਤਮ ਗਿਆਨ ਹੈ ਔਰ ਇੱਕ ਗਿਆਨ ਵਿਗਿਆਨ ਹੈ। ਇਹ ਖੰਡ ਆਤਮ ਗਿਆਨ ਦਾ ਖੰਡ ਹੈ। ਇਸ ਵਿੱਚ ਭਾਰਤੀ ਪਰੰਪਰਾ ਵਿੱਚ 16 ਕਲਾਵਾਂ ਆਉਂਦੀਆਂ ਨੇ ਕਿਸੇ ਪਰਸਨੈਲਿਟੀ ਲਈ, ਅਤੇ ਸਭ ਤੋਂ ਪਹਿਲੀ ਕਲਾਵਾਂ ਜਿਹੜੀ ਹੈ ਕਲਾ ਉਹ ਗਿਆਨ ਦੀ ਹੈ, ਕਿ ਮਨੁੱਖ ਵਿੱਚ ਗਿਆਨ ਹੋਣਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ। ਕਾਦਰ ਦੀ ਕੁਦਰਤ ਦੀਆਂ ਸਮੂਹ ਜੂਨਾਂ ਵਿੱਚ ਮਨੁੱਖ ਗਿਆਨ ਕਰਕੇ ਹੀ ਸ੍ਰੇਸ਼ਟ ਹੈ, ਜਿਹੜੀ ਹੁਕਮ ਮਿਲੇ ਵਡਿਆਈ ਦੀ ਗੱਲ ਸੀ, ਅਤੇ ਉਸ ਕਰਕੇ ਹੀ ਇਹ ਉੱਤਮ ਹੈ। ਜੇਕਰ ਮਨੁੱਖ ਵਿੱਚ ਗਿਆਨ ਨਹੀਂ ਤਾਂ ਫਿਰ ਗਿਆਨ ਬਿਨਾਂ ਪਸ਼ੂ ਜਾਨ ਵਾਲੀ, ਪਸ਼ੂਆਂ ਵਰਗੀ ਗੱਲ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ ਦੀ ਜਿਹੜੀ ਗੱਲ, ਉਹ ਇਸੇ ਕਰਕੇ ਜਿਹੜੀ ਗੱਲ ਸਾਨੂੰ ਕਹੀ ਗਈ ਹੈ। ਕਬੀਰ ਸਾਹਿਬ ਨੇ ਬੜਾ ਸੁੰਦਰ ਕਿਹਾ, ਕਬੀਰ ਜਹਾਂ ਗਿਆਨ ਤੈ ਧਰਮ ਹੈ, ਜਿੱਥੇ ਗਿਆਨ ਹੈ ਉੱਥੇ ਧਰਮ ਨਿਭ ਸਕਦਾ ਹੈ। ਜੇ ਗਿਆਨ ਨਹੀਂ ਤਾਂ ਫਿਰ ਧਰਮ ਵੀ ਜਿਹੜਾ ਹੈ ਉਹ ਨਿਭ ਨਹੀਂ ਸਕਦਾ। ਗਿਆਨ ਖੰਡ ਭਾਵੇਂ ਭਾਵ ਇਹਦਾ ਇਹ ਹੁੰਦਾ ਜਾਗ ਜਾਣਾ, ਜਾਗ ਕੇ ਆਪਣੇ ਅੰਦਰੋਂ ਜਾਗਣਾ। ਯੂਨੀਵਰਸ ਵਿੱਚ, ਬ੍ਰਹਮੰਡ ਵਿੱਚ, ਇਹ ਚਾਰੇ ਪਾਸੇ ਇਹ ਜਿਹੜਾ ਜੋ ਕੁਛ ਹੋ ਰਿਹਾ ਇਹ ਉਸ ਦਾ ਗਿਆਨ ਤੁਸੀਂ ਲੈਣਾ। ਪਹਿਲੇ ਲੈਕਚਰ ਵਿੱਚ ਵੀ ਪ੍ਰਿੰਸੀਪਲ, ਇਹ ਮੈਂਟਲ ਪਲੇਨ ਦਾ ਖੰਡ ਹੈ। ਧਰਮ ਖੰਡ ਜਿਹੜਾ ਇਹ ਨੈਤਿਕ ਬੁਨਿਆਦਾਂ 'ਤੇ ਉਸ ਰਿਹਾ, ਪਰ ਗਿਆਨ ਖੰਡ ਸ਼ੁੱਧ ਗਿਆਨ ਦਾ ਖੰਡ ਹੈ। ਔਰ ਇਸ ਜਿਹੜੀ ਹੈ ਨਾਸ਼ਮਾਨ ਜਿਹੜਾ ਪਸਾਰ ਹੈ, ਇਹਦਾ ਗਿਆਨ ਜਿਹੜਾ ਹੈ ਇਹ ਗਿਆਨ ਖੰਡ ਵਿੱਚ ਤੁਹਾਨੂੰ ਮਿਲਣਾ ਹੈ। ਬ੍ਰਹਮ ਦੀ ਬ੍ਰਹਮੰਡੀ ਰਚਨਾ ਵਿੱਚ ਬੇਅੰਤ ਪਦਾਰਥ ਹਨ, ਇਹਨਾਂ ਸਭ ਨੂੰ ਸਮਝਣਾ। ਇਹ ਗੁਰੂ ਨਾਨਕ ਸਾਹਿਬ ਸਾਨੂੰ ਕਹਿ ਰਹੇ ਨੇ, ਕੇਤੇ ਪਵਨ ਪਾਣੀ ਬੇਸੰਤਰ। ਅੱਜ ਵੀ ਸਾਇੰਸ ਦੇਖ ਰਹੀ ਹੈ ਕਿੰਨੇ ਤਰੀਕੇ ਦੀਆਂ ਗੈਸਿਸ ਨੇ, ਕਿੰਨੇ ਤਰੀਕੇ ਦੀ ਇਹ ਪਵਨ ਹੈ, ਕਿੰਨੇ ਤਰੀਕੇ ਦੇ ਪਾਣੀ ਨੇ, ਕਿੰਨੇ ਤਰੀਕੇ ਦੇ
ਜਿਹੜੀਆਂ ਅਗਨੀਆਂ ਨੇ, ਇਹ ਸਾਰੀਆਂ ਅੱਜ ਵੀ ਸਾਇੰਟਿਸਟ ਜਿਹੜੇ ਨੇ ਇਸ ਨੂੰ ਇਹਦੇ ਉੱਤੇ ਕੰਮ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਇਹ ਸਾਨੂੰ ਇਹ ਉਸ ਟਾਈਮ ਕਹਿ ਰਹੇ ਨੇ ਕਿ ਸਭ ਦੇ ਸਭ ਦਾ ਗਿਆਨ ਰੱਖਣਾ ਇਹ ਜ਼ਰੂਰੀ ਹੈ। ਪਦਾਰਥਾਂ ਦਾ ਗਿਆਨ ਵੀ ਹੋਣਾ ਚਾਹੀਦਾ ਹੈ ਔਰ ਸਪਿਰਚੁਅਲਿਟੀ ਦਾ ਗਿਆਨ ਵੀ ਜਿਹੜਾ ਹੋਣਾ ਚਾਹੀਦਾ ਹੈ। ਇਹ ਗਿਆਨ ਖੰਡ ਦੇ ਵਿੱਚ ਜਿਹੜੀ ਗੱਲ ਹੈ। ਅੱਗੇ ਫਿਰ ਗਿਆਨ ਪ੍ਰਚੰਡ ਦੀ ਗੱਲ ਕਰ ਦਿੰਦੇ ਨੇ। ਇਹ ਪ੍ਰਚੰਡ ਗਿਆਨ ਹੁੰਦਾ ਲਿਮਿਨੀਅਸ ਨੌਲੇਜ। ਪ੍ਰਚੰਡ ਗਿਆਨ ਦੀ ਜਿਹੜੀ ਦਿਵ ਦ੍ਰਿਸ਼ਟੀ, ਦਿਖਦਿਆਂ ਤੋਂ ਪਾਰ ਦੇਖ ਲੈਣਾ, ਇਹ ਗਿਆਨ ਖੰਡ ਜਿਹੜਾ ਇਹ ਦੱਸੇਗਾ। ਬੜੇ ਲੋਕ ਅੱਖਾਂ ਬੰਦ ਕਰਕੇ ਹੀ ਬੜਾ ਕੁਝ ਦੱਸ ਦਿੰਦੇ ਨੇ। ਇਹ ਸਪਿਰਚੁਅਲਿਟੀ ਹੈ, ਉਸ ਪਰਮਾਤਮਾ ਦਾ ਜਿਹਦੇ ਅੰਦਰ ਅਹਿਸਾਸ ਹੁੰਦਾ ਉਹ ਤਾਂ ਹੀ ਦੱਸ ਪਾਉਂਦੇ ਨੇ। ਤੋ ਇਹ ਜਿਹੜੀ ਹੈ ਨਾ ਗਲੋਰੀ ਆਫ ਆਲਮਾਈਟੀ, ਆਲਮਾਈਟੀ ਮੀਨ ਪਰਮਾਤਮਾ, ਇਸ ਵਿੱਚ ਇਸ ਦਾ ਜਿਹੜਾ ਆਨੰਦ ਜਿਹੜਾ ਮਾਹੌਲ ਹੈ ਉਹ ਕ੍ਰੀਏਟ ਕਰਨਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ। ਅਤੇ ਤਾਂ ਹੀ ਜਿਹੜਾ ਮਨੁੱਖ ਨੂੰ ਪਰਮੇਸ਼ਰ ਦੀ ਖੇਡ ਔਰ ਜਿਹੜਾ ਪਰਮੇਸ਼ਰ ਦਾ ਇਹ ਪਸਾਰਾ ਹੈ ਇਹ ਤਾਂ ਸਾਨੂੰ ਸਮਝ ਆਏਗੀ। ਤਾਂ ਇਹ ਗਿਆਨ ਖੰਡ ਦੇ ਵਿੱਚ ਜਿਹੜੀ ਸਪਿਰਚੁਅਲ ਅਟੈਚਮੈਂਟ ਵਿਦ ਗੋਡ, ਉਸ ਦੀ ਗੱਲ ਹੈ। ਸਰਵ ਵਿਆਪਕਤਾ ਦਾ ਜਿਹੜਾ ਗਿਆਨ ਹੈ ਪਰਮਾਤਮਾ ਦੀ, ਇਹ ਤਾਂ ਹੀ ਪਤਾ ਪ੍ਰਾਪਤ ਕਰ ਸਕਦੇ ਹੋ ਜੇ ਤੁਸੀਂ ਸੈਲਫਲੈਸ ਲਓਗੇ। ਹੁਣ ਗਿਆਨ ਖੰਡ ਜਗਿਆਸੂ ਲਈ ਇੱਕ ਪੜਾਓ ਹੈ, ਮੰਜ਼ਿਲ ਨਹੀਂ। ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜਿਹੜੇ ਸਰਮ ਖੰਡ ਵਿੱਚ ਆਉਂਦੇ ਨੇ। ਧਰਮ ਅਤੇ ਗਿਆਨ ਬਹੁਤੀ ਵਾਰ ਇਨਸਾਨ ਨੂੰ ਇਗੋਇਸਟਿਕ ਬਣਾ ਦਿੰਦਾ ਹੈ। ਅਸੀਂ ਆਸ-ਪਾਸ ਦੇਖਦੇ ਵੀ ਹਾਂ ਜਿਹੜੇ ਕੁਝ ਜ਼ਿਆਦਾ ਹੀ ਪਾਠ, ਜਿਨ੍ਹਾਂ ਨੂੰ ਪਾਠ ਕਰਦੇ ਨੇ ਜਾਂ ਜਿਹੜੇ ਜ਼ਿਆਦਾ ਹੀ ਥੋੜ੍ਹੇ ਗੁਰਦੁਆਰੇ ਜਾਂਦੇ ਨੇ, ਉਹ ਆਮ ਤੌਰ 'ਤੇ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਤਰੀਕੇ ਦੇਖਦੇ ਨੇ। ਤਾਂ ਇਸ ਲਈ ਗੁਰੂ ਨਾਨਕ ਅਗਲੇ ਪੜਾਅ ਵਿੱਚ ਸਾਨੂੰ ਜਿਹੜੇ ਧਰਮ ਖੰਡ ਅਤੇ ਗਿਆਨ ਖੰਡ ਤੋਂ ਬਾਅਦ ਸਪਿਰਚੁਅਲ ਐਂਡੋਇਰ ਨੂੰ ਜਾਂ ਸਪਿਰਚੁਅਲ ਐਫਰਟ ਕਹਿ ਲਓ, ਅਸੀਂ ਉਸ ਨੂੰ ਖੰਡ ਦੇ ਵਿੱਚ ਜਿਹੜੇ ਜਾ ਰਹੇ ਹਾਂ। ਇਹਨੂੰ ਇਨਰ ਪਿਊਰੀਫਿਕੇਸ਼ਨ ਦਾ ਖੰਡ ਵੀ ਕਹਿੰਦੇ ਨੇ। ਹਾਇਰ ਮੈਂਟਲ ਵਰਲਡ ਵਿੱਚ ਪਹੁੰਚਾਉਣਾ ਚਾਹੁੰਦੇ ਨੇ ਹੁਣ ਗੁਰੂ ਨਾਨਕ ਸਾਹਿਬ। ਤਾਂ ਇਸ ਖੰਡ ਦੇ ਵਿੱਚ ਟਰਾਂਸਫੋਰਮ ਹੋਣਾ। ਤਾਂ ਟਰਾਂਸਫੋਰਮ ਕੀ ਹੋਣਾ? ਟਰਾਂਸਫੋਰਮ ਦਾ ਮਾਈਂਡ ਐਂਡ ਮੇਕ ਇਟ ਮੋਰ ਐਂਡ ਮੋਰ ਬਿਊਟੀਫੁਲ ਵਿਦ ਡਿਵਾਈਨ ਵਿਰਚੂਜ਼। ਰੱਬੀ ਗੁਣ ਆ ਜਾਣ। ਇਸ ਨੂੰ ਸਪਿਰਚੁਅਲ ਆਰਟ ਵੀ ਕਹਿੰਦੇ ਨੇ ਇਸ ਸਰਮ ਖੰਡ ਨੂੰ। ਤਾਂ ਇਸ ਨੂੰ ਸਪਿਰਚੁਅਲ ਆਰਟ ਨੂੰ ਕਿਵੇਂ ਸਮਝਣਾ, ਇੱਕ ਉਦਾਹਰਨ ਦੱਸ ਦਿੰਦਾ। ਧਰਮ ਖੰਡ ਦੀ ਜਿਹੜੀ ਹੈ, ਇਸ ਨੂੰ ਅਸੀਂ ਸਮਝ ਲੈਂਦੇ ਹਾਂ ਕਿ ਇੱਕ ਮਿੱਟੀ ਹੈ ਔਰ ਗਿਆਨ ਖੰਡ ਪਾਣੀ ਹੈ। ਗਿਆਨ ਖੰਡ ਦੇ ਪਾਣੀ ਨਾਲ ਧਰਮ ਖੰਡ ਦੀ ਮਿੱਟੀ ਨੂੰ ਅਸੀਂ ਗੁੰਦਦੇ ਹਾਂ ਅਤੇ ਉਹ ਇੱਕ ਮਤਲਬ ਇੱਕ ਜਿਵੇਂ ਜਿਹੜੀ ਮਿੱਟੀ ਕੋਮਲ ਅਤੇ ਹੋ ਜਾਏਗੀ। ਉਸ ਮਿੱਟੀ ਤੋਂ ਤੁਸੀਂ ਕਿਹੜੀ ਸ਼ੇਪ ਲਿਆਉਣਾ ਚਾਹੁੰਦੇ ਹੋ, ਇਹ ਗਿਆਨ ਖੰਡ ਤੋਂ ਮਿਲਣਾ ਤੁਹਾਨੂੰ। ਕਿ ਸਪਿਰਚੁਅਲ ਆਰਟ ਨਾਲ, ਇਨਰ ਪਿਓਰੀਫਿਕੇਸ਼ਨ ਨਾਲ, ਬਿਊਟੀ ਆਫ ਮਾਈਂਡ ਨਾਲ ਤੁਹਾਨੂੰ ਡਿਜ਼ਾਇਰਡ ਸ਼ੇਪ ਜਿਹੜੀ ਬਣਾਉਣੀ ਹੋਏਗੀ, ਤਾਂ ਉਹ ਤਾਂ ਹੀ ਬਣਾ ਸਕੋਗੇ ਜੇ ਉਹ ਗਿਆਨ ਖੰਡ ਦੇ ਜਿਹੜੇ ਸਰਮ ਖੰਡ ਦੀ ਗੱਲ ਆਏਗੀ। ਦੇਖੋ ਸੰਸਕ੍ਰਿਤ ਦੇ ਵਿੱਚ ਸਰਮ ਤੋਂ ਭਾਵ ਦੋ ਮਤਲਬ ਨੇ। ਇੱਕ ਹੈ ਐਫਰਟ, ਅਤੇ ਫਾਰਸੀ ਅਨੁਸਾਰ ਸਰਮ ਦਾ ਭਾਵ ਹੈ ਨਮਰਤਾ ਅਤੇ ਬੇਨਤੀ। ਤਾਂ ਮੈਂ ਇਹ ਕਹਿ ਲਵਾਂ ਕਿ ਨਮਰਤਾ ਭਰਪੂਰ ਉਦਯੋਗ ਜਾਂ ਐਫਰਟ ਜਿਹੜੇ ਨੇ ਉਹ ਇਸ ਗਿਆਨ ਖੰਡ ਦੇ ਵਿੱਚ ਨੇ। ਇਸ ਖੰਡ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਧਰਮ ਖੰਡ ਅਤੇ ਗਿਆਨ ਖੰਡ ਵਿੱਚੋਂ ਲੰਘਣ ਨਾਲ ਸੁਰਤ, ਮਤ, ਮਨ ਅਤੇ ਬੁੱਧ, ਪ੍ਰਿੰਸੀਪਲ ਸਰ ਕਹਿ ਰਹੇ ਸੀ, ਉਹਦੇ 'ਚ ਜ਼ਮੀਨ ਅਸਮਾਨ ਦਾ ਪਰਿਵਰਤਨ ਆ ਜਾਂਦਾ। ਘੜੀਏ ਸੁਰਤ, ਮਤ, ਮਨ ਅਤੇ ਬੁੱਧ ਕਿਹਦੇ ਨਾਲ? ਗਿਆਨ ਖੰਡ। ਇਸ ਗਿਆਨ ਖੰਡ ਨਾਲ, ਗਿਆਨ ਨਾਲ, ਆਤਮ ਗਿਆਨ ਦੇ ਨਾਲ। ਅਤੇ ਉਹ ਜੀਵਨ ਜਾਚ ਦੀ ਪ੍ਰੇਰਨਾ ਜਿਹੜੀ ਹੈ ਉਹ ਸਾਨੂੰ ਇੱਥੋਂ ਮਿਲੇਗੀ ਜਦੋਂ ਸਾਡਾ ਸੁਰਤ, ਮਤ ਅਤੇ ਮਨ ਅਤੇ ਬੁੱਧ ਜਿਹੜਾ, ਇਹਨੂੰ ਕਈ ਵਾਰੀ ਕਹਿ ਦਿੰਦੇ ਨੇ ਲੋਕ ਅੱਜ ਕੱਲ੍ਹ, ਚੇਂਜ ਦਾ ਕਲਾਈਮੇਟ ਇਨਸਾਈਡ, ਜਿਹੜਾ ਅੰਦਰ ਦਾ ਵਾਤਾਵਰਨ ਨੂੰ ਚੇਂਜ ਕਰਨਾ। ਬੜੀ ਖੂਬਸੂਰਤ ਇੱਕ ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਲਾਈਨ ਮਿਲੀ ਸਰਮ ਖੰਡ, 'ਤੇ ਮੈਨੂੰ ਬੜੀ ਢੁਕਦੀ ਨਜ਼ਰ ਆਈ। ਉਹ ਕਹਿੰਦਾ, ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਮਤਲਬ ਸਰੀਰ ਰੂਪੀ ਮਟਕੀ ਦੇ ਵਿੱਚ ਜਿਹੜਾ ਸ਼ਬਦ ਦਾ ਗਿਆਨ ਹੈ ਉਸ ਨੂੰ ਬਿਲੋਣਾ ਹੈ। ਹਰ ਕਾ ਬਿਲੋਵਣਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਜਦੋਂ ਬਿਲੋਵੋਗੇ ਨਾ ਮਧਾਣੀ ਨਾਲ ਗਿਆਨ ਨੂੰ ਆਪਣੇ ਅੰਦਰ, ਤਾਂ ਉਹਦੇ ਵਿੱਚੋਂ ਫਿਰ ਹਰ ਕਾ ਗੁਰ ਪ੍ਰਸਾਦ ਅੰਮ੍ਰਿਤ ਪਾਵੇ ਅੰਮ੍ਰਿਤ ਧਾਰਾ, ਉਸ ਵਿੱਚੋਂ ਫਿਰ ਉਹ ਅੰਮ੍ਰਿਤ, ਇਹ ਹੁਣ ਫਾਰਮੂਲਾ ਵੀ ਦੱਸਤਾ ਜਿਹੜਾ ਅੰਦਰ ਦਾ ਅੰਮ੍ਰਿਤ ਹੈ, ਅੰਮ੍ਰਿਤ ਨਾਮ ਹੈ, ਉਹ ਕਿਸ ਤਰ੍ਹਾਂ ਬਾਹਰ ਆਉਣਾ ਹੈ। ਗਿਆਨ ਨੂੰ ਅੰਦਰ ਤੱਕ ਲਿਜਾ ਕੇ ਬਿਲੋਵਣਾ ਤਾਂ ਕਿ ਤੁਹਾਡਾ ਆਚਰਨ, ਤੁਹਾਡਾ ਜਿਹੜਾ ਬਿਹੇਵੀਅਰ ਹੈ ਉਹ ਠੀਕ ਹੋ ਸਕੇ। ਤਾਂ ਇਹ ਪਰਸਨੈਲਿਟੀ ਜੋ ਮਨੁੱਖ ਦੀ ਡਿਵੈਲਪ ਹੋ ਰਹੀ ਹੈ ਤਿੰਨ ਖੰਡਾਂ 'ਚ,
ਇਹ ਸਮਾਜਿਕ ਸ਼ਮੂਲੀਅਤ ਦਾ ਰਾਹ ਅਪਣਾਉਣ ਲਈ ਹੈ ਕਿ ਸੁਸਾਇਟੀ ਦੇ ਵਿੱਚ ਇੱਕ ਆਈਡੀਅਲ ਸੁਸਾਇਟੀ ਦੇ ਵਿੱਚ ਪਹਿਲੇ ਆਪ ਆਈਡੀਅਲ ਬਣੋ ਔਰ ਫਿਰ ਸੁਸਾਇਟੀ ਆਈਡੀਅਲ ਬਣਨ ਲਈ ਆਪਣਾ ਜਿਹੜਾ ਅੰਦਰ ਦਾ ਗਿਆਨ, ਅੰਦਰ ਦੀ ਬਿਊਟੀ ਹੈ, ਜਿਹੜਾ ਉਹ ਐਸਥੈਟਿਕ ਦੀ ਗੱਲ ਅਸੀਂ ਪਹਿਲੇ ਲੈਕਚਰ ਕੀਤੀ, ਉਹ ਫਿਰ ਜਦੋਂ ਤੁਸੀਂ ਬਾਹਰ ਲਿਆਓਗੇ ਤਾਂ ਉਸ ਨਾਲ ਜਿਹੜਾ ਇਹ ਸਮਾਜ ਹੈ ਇਹ ਆਦਰਸ਼ ਬਣੇਗਾ। ਤਾਂ ਸਰਮਖੰਡ ਵਿੱਚ ਸੁਰਤ, ਮਤ, ਮਨ ਅਤੇ ਬੁੱਧ ਨਵੇਂ ਰੂਪ ਵਿੱਚ ਘੜੇ ਜਾਂਦੇ ਨੇ ਔਰ ਇਹਨੂੰ ਵਿਵੇਕ ਬੁੱਧੀ ਵੀ ਕਹਿੰਦੇ ਨੇ, ਦਿਵੇ ਬੁੱਧੀ ਵੀ ਕਹਿੰਦੇ ਨੇ। ਇਹ ਟਰਾਂਸਫਰਮ ਹੋ ਜਾਂਦੇ ਨੇ ਵਿਵੇਕ ਬੁੱਧੀ ਵਿੱਚ ਔਰ ਦਿਵੇ ਬੁੱਧੀ ਵਿੱਚ। ਇਹਨੂੰ ਇਸ ਖੰਡ ਨੂੰ ਟਰੂ ਐਫਰਟ ਵਾਲਾ ਖੰਡ ਕਹਿ ਸਕਦੇ ਹਾਂ, ਇਨਰ ਪਿਉਰੀਫਿਕੇਸ਼ਨ ਦਾ ਖੰਡ ਕਹਿ ਸਕਦੇ ਹਾਂ, ਜਾਂ ਗੋਡ ਰਿਅਲਾਈਜੇਸ਼ਨ ਦਾ ਖੰਡ ਵੀ ਕਹਿ ਸਕਦੇ ਨੇ। ਤਾਂ ਇਸ ਤਰ੍ਹਾਂ ਹਾਇਰ ਕੌਨਸ਼ੀਅਸਨੈਸ ਆ ਜਾਂਦੀ ਹੈ ਔਰ ਸਰਮ ਖੰਡ ਜਿਹੜੀ ਹੈ ਇਨਰ ਪਿਉਰੀਫਿਕੇਸ਼ਨ ਜਾਂ ਅੰਤੇਕਰਨ ਦੀ ਟਿਊਨਿੰਗ ਵੀ ਮੈਂ ਇਸ ਨੂੰ ਅਗਰ ਕਹਿ ਲਵਾਂ ਤਾਂ ਕੋਈ ਇਹਦੇ ਵਿੱਚ ਕੋਈ ਦੂਸਰਾ ਕੋਈ ਹੋਰ ਗੱਲ ਹੋ ਨਹੀਂ ਸਕਦੀ। ਹੁਣ ਧਰਮਖੰਡ, ਗਿਆਨ ਖੰਡ ਅਤੇ ਸਰਮ ਖੰਡ ਤੋਂ ਬਾਅਦ ਕਰਮ ਖੰਡ ਆ ਜਾਂਦਾ। ਇਸ ਖੰਡ ਵਿੱਚ ਵਿਦਵਾਨਾਂ ਦੇ ਵਿੱਚ ਬੜੇ ਭੇਦ ਨੇ। ਮੈਂ ਜਿਤਨੇ ਇੱਕ ਜਪਜੀ ਸਾਹਿਬ ਦੀਆਂ ਇੰਟਰਪ੍ਰੀਟੇਸ਼ਨਸ ਦੇਖੀਆਂ ਨੇ, ਲਗਭਗ 200 ਦੇ ਕਰੀਬ, ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਤਾਦਾਦ ਵਿੱਚ ਕਰਮ ਖੰਡ ਨੂੰ ਗ੍ਰੇਸ ਦਾ ਖੰਡ ਕਿਹਾ ਗਿਆ, ਬਖਸ਼ਿਸ਼ ਦਾ, ਨਦਰ ਦਾ ਖੰਡ ਕਿਹਾ ਗਿਆ। ਪਰ ਜਦੋਂ ਡਿਕਸ਼ਨਰੀਆਂ ਦੇਖੀਆਂ ਤਾਂ ਕਰਮ ਖੰਡ ਦੇ ਵਿੱਚ ਜੇ ਕਰਮ ਸ਼ਬਦ ਹੈ ਇਹਦੇ ਦੋ ਮਤਲਬ ਨੇ। ਇੱਕ ਹੈ ਸੰਸਕ੍ਰਿਤ ਵਿੱਚ, ਉਹਦਾ ਮਤਲਬ ਹੈ ਐਕਸ਼ਨ, ਪ੍ਰੈਕਟਿਸ, ਅਮਲ, ਔਰ ਇੱਕ ਪਰਸ਼ੀਅਨ ਵਿੱਚ ਹੈ ਉਹ ਗ੍ਰੇਸ ਹੈ। ਤਾਂ ਮੇਰਾ ਜਿਹੜਾ ਨਿੱਜੀ ਵਿਚਾਰ, ਜਿੰਨੀ ਮੈਂ ਖੋਜ ਕਰ ਰਿਹਾ ਸੀ, ਤਾਂ ਮੈਨੂੰ ਇਹ ਖੰਡ ਐਕਸ਼ਨ ਦਾ ਔਰ ਅਮਲ ਦਾ ਖੰਡ ਲੱਗਦਾ, ਕਿਉਂਕਿ ਮੇਰਾ ਮੰਨਣਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਟੋਟਲ ਅਤੇ ਟੋਟਲ ਅਮਲ ਦੀ ਅਤੇ ਐਕਸ਼ਨ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਇਸ ਪੂਰੀ ਸੁਸਾਇਟੀ ਨੂੰ, ਪੂਰੇ ਸਮਾਜ ਨੂੰ, ਪੂਰੇ ਬ੍ਰਹਮੰਡ ਨੂੰ ਜੋ ਹੈ ਇੱਕ ਆਈਡੀਅਲ ਬਣਾਉਣ ਦੀ ਜਿਹੜੀ ਗੱਲ, ਐਸਾ ਮਨੁੱਖ ਦੀ ਸਿਰਜਣਾ ਕਰਨ ਦਾ ਉਹਨਾਂ ਨੇ ਇੱਕ ਸੁਪਨਾ ਲਿਆ ਜਿਸ ਦੀ ਰੋਜ਼ ਦੀ ਦਿਨਚਰਿਆ ਹੀ ਆਦਰਸ਼ਕ ਹੋਵੇ। ਤਾਂ ਇਸ ਲਈ ਮੈਨੂੰ ਲੱਗਦਾ ਹੈ ਕਿ ਪ੍ਰੈਕਟਿਸ ਦਾ ਖੰਡ ਹੈ, ਕਿਉਂਕਿ ਗੁਰੂ ਨਾਨਕ ਦੀ ਫਿਲੋਸਫੀ ਅਮਲ ਦੀ ਹੈ। ਪਰ ਧਰਮ ਖੰਡ ਤੋਂ ਗਿਆਨ ਖੰਡ ਤੋਂ ਸਰਮ ਤੱਕ ਦੀ ਯਾਤਰਾ ਕਰਕੇ ਇਨਰ ਪਿਉਰੀਫਿਕੇਸ਼ਨ ਹੋਣ ਤੋਂ ਬਾਅਦ ਇਸ ਨੂੰ ਅਮਲ ਵਿੱਚ ਲਿਆਉਣਾ ਹੈ, ਬਿਹੇਵੀਅਰ ਵਿੱਚ ਲਿਆਉਣਾ ਹੈ। ਤਾਂ ਮੈਂ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਵਿੱਚ ਇੱਕ ਬੜੀ ਖੂਬਸੂਰਤ ਲਾਈਨ ਹੈ, ਹਮੇਸ਼ਾ ਯਾਦ ਰੱਖਣਾ, ਸੱਤ ਸੁਹਾਨ ਸਦਾ ਮਨ ਚਾਓ, ਕਿ ਇਹ ਦੁਨੀਆ ਸੱਤ ਹੈ, ਸੋਹਣੀ ਹੈ, ਪਰ ਇਸ ਨੂੰ ਹੋਰ ਸੁੰਦਰ ਬਣਾਉਣ ਲਈ ਸਦਾ ਮਨ ਦੇ ਵਿੱਚ ਚਾਅ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਇਸ ਦੁਨੀਆ ਨੂੰ ਸੁੰਦਰ ਬਣਾਉਣ ਲਈ ਅਮਲ ਦੀ ਗੱਲ ਜੋ ਹੈ ਉਹ ਕਰਨਾ ਚਾਹ ਰਹੇ ਨੇ। ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਦੀ ਜਿਹੜੀ ਉਹਨਾਂ ਦੇ ਮਤ ਦੀ ਜਿਹੜੀ ਵਿਸ਼ੇਸ਼ਤਾ ਹੈ ਕਿ ਮਨੁੱਖ ਵਿਅਕਤੀਗਤ ਦੁਨੀਆ ਦੇ ਵਿੱਚ ਕੈਦ ਨਾ ਹੋਵੇ। ਆਦਰਸ਼ ਪ੍ਰਵਾਨ ਜਿਹੜਾ ਵਿਅਕਤੀਗਤ ਦੇ ਆਦਰਸ਼ ਨੇ ਨਾ, ਉਹਨੂੰ ਪ੍ਰਵਾਨ ਨਹੀਂ ਗੁਰੂ ਨਾਨਕ ਸਾਹਿਬ ਕਰਦੇ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸਮਾਜਿਕ ਰਾਹ ਅਪਣਾਉਣਾ ਹੈ, ਸੁਸਾਇਟੀ ਨੂੰ ਆਈਡੀਅਲ ਬਣਾਉਣਾ ਹੈ। ਤਾਂ ਇਹ ਗਿਆਨ ਲੈ ਕੇ ਸਿਰਫ ਆਪਣੇ ਅੰਦਰ ਤੱਕ ਨਹੀਂ ਰੱਖਣਾ, ਫਿਰ ਇਸ ਨੂੰ ਬਿਹੇਵੀਅਰ ਵਿੱਚ ਲਿਆਉਣਾ ਹੈ, ਸੁਸਾਇਟੀ ਦੇ ਵਿੱਚ ਲਿਆਉਣਾ ਹੈ। ਪਰ ਮੈਂ ਉਹਨਾਂ ਵਿਦਵਾਨਾਂ ਦੇ ਨਾਲ ਵੀ ਥੋੜ੍ਹਾ ਜਿਹਾ ਜਿਹੜੇ ਇਸ ਨੂੰ ਨਦਰ ਕਹਿੰਦੇ ਨੇ, ਤਾਂ ਮੈਂ ਇਸ ਨੂੰ ਮੰਨਦਾ ਕਿ ਕਰਮ ਖੰਡ ਹੈ ਕਿ ਉਹਦੀ ਬਖਸ਼ਿਸ਼ ਨਾਲ, ਪਰਮਾਤਮਾ ਦੀ ਬਖਸ਼ਿਸ਼ ਨਾਲ ਆਪਣਾ ਬਿਹੇਵੀਅਰ, ਆਪਣੀ ਇਨਰ ਬਿਊਟੀ ਜਿਹੜੀ ਹੈ ਉਸ ਨੂੰ ਅਸੀਂ ਆਪਣੇ ਵਿਵਹਾਰ 'ਚ ਲਿਆਈਏ। ਤਾਂ ਇਹ ਦੋਨੋਂ ਗੱਲਾਂ ਇਸ ਦੇ ਵਿੱਚ ਅਸੀਂ ਲੈ ਲਈਏ ਵੀ ਜਿਤਨੇ ਵੀ ਇਸ ਪੌੜੀ ਦੇ ਵਿੱਚ ਜਦੋਂ ਆਉਂਦੇ ਨੇ ਨਾ ਜੀ, ਜੋਧੇ, ਮਾਂ ਬਲੀ, ਸੂਰਮੇ, ਇਹ ਉਹੀ ਹੋ ਸਕਦੇ ਨੇ ਜੋ ਆਪਣੀਆਂ ਖਾਹਿਸ਼ਾਂ ਨੂੰ, ਆਪਣੀ ਡਿਜ਼ਾਇਰਸ ਨੂੰ ਵਸ ਕਰ ਲੈਣ। ਤਾਂ ਜਿਹੜੇ ਕਾਮ ਕਰੋ ਲੋਭ ਮੋਹ ਅਹੰਕਾਰ ਹੈ ਉਸ ਨੂੰ ਜਿੱਤ ਕੇ ਇਨਰ ਪਿਉਰੀਫਿਕੇਸ਼ਨ ਕਰਨ, ਤਾਂ ਹੀ ਉਹਨਾਂ ਦੇ ਜਿਹੜੇ ਰੋਮ ਦੇ ਵਿੱਚ ਰਾਮ ਵਸ ਜਾਏਗਾ। ਔਰ ਜੋ ਬੇਇਨਸਾਫੀਆਂ ਦੇ ਖਿਲਾਫ ਲੜਨ ਦਾ ਬਲ ਰੱਖਦੇ ਹੋਣ, ਇਹ ਉਹੀ ਹੋ ਸਕਦੇ ਨੇ ਜਿਨ੍ਹਾਂ ਦੇ ਅੰਦਰ ਇਨਰ ਪਿਉਰੀਫਿਕੇਸ਼ਨ ਹੋਏਗੀ। ਇਹ ਤਾਕਤ ਦੇ ਜੋਧ ਮਾਂ ਬਲ ਸੂਰੇ ਨਹੀਂ ਹੈ, ਅੰਦਰ ਦੀ ਤਾਕਤ ਦੇ ਜੋਧ ਮਾਂ ਬਲ ਸੂਰੇ ਇਸ ਪੌੜੀ ਵਿੱਚ ਗੱਲ ਕਰਨੇ ਨੇ। ਅੰਦਰਲਾ ਅਤੇ ਬਾਹਰਲਾ ਜਿਹਦਾ ਸੀਤੋ ਸੀਤਾ ਜਾਏਗਾ, ਇਹ ਉਸ ਦੀ ਗੱਲ ਗੁਰੂ ਨਾਨਕ ਸਾਹਿਬ ਕਰ ਰਹੇ ਨੇ। ਜੋਧਾ ਉਹੀ ਹੁੰਦਾ ਜਿਹੜਾ ਅੰਦਰ ਦੀ ਜਿਹੜੀ ਹੈ, ਅੰਦਰੋਂ ਜਿਹੜਾ ਬਲਵਾਨ ਹੋਏ। ਕਹਿੰਦੇ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਬਹਾਦਰੀ ਹੈ ਜਿਹੜਾ ਆਪਣੇ ਅੰਦਰ ਨੂੰ ਜਿਹੜਾ ਪਿਉਰੀਫਾਈ ਕਰ ਲੈ। ਦੁਨੀਆ ਦਾ ਸਭ ਤੋਂ ਬਹਾਦਰ ਜਿਹੜਾ ਹੈ ਉਹ
ਉਸ ਇਨਸਾਨ ਨੂੰ ਮੰਨਿਆ ਗਿਆ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਮਹਾਂਬਲੀਆਂ ਨੂੰ ਜੋ ਮਹਾਂਬਲੀ ਉਹ ਹੈ ਜੋ ਉਪਦੇਸ਼ ਮੰਨਨ ਕਰੇ, ਜੋ ਸਰਵਨ ਕਰੇ, ਜੋ ਨਿਧਿਆਸਨ ਕਰੇ। ਹੁਣ ਇਸ ਤੋਂ ਬਾਅਦ ਅੰਤਮ ਪੜਾਅ ਆ ਗਿਆ, ਕਰਮਖੰਡ ਤੋਂ ਬਾਅਦ ਸੱਚਖੰਡ। ਸੱਚਖੰਡ ਪ੍ਰਭੂ ਦਾ ਨਿਵਾਸ ਸਥਾਨ ਹੈ, ਐਸਾ ਨਿਵਾਸ ਜਿੱਥੇ ਪਰਮਾਤਮਾ ਆਪਣੇ ਪਿਆਰੇ ਨੂੰ ਨਦਰੀ ਨਿਹਾਲ ਕਰ ਦਿੰਦਾ। ਇਹ ਉਹ ਨਿਵਾਸ ਹੈ ਜਾਂ ਇਹ ਉਹ ਅਹਿਸਾਸ ਹੈ ਸੱਚਖੰਡ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚੇ ਨਾਉ, ਦੂਈ ਕੁਦਰਤ ਸਾਜੀਏ, ਕਰ ਆਸਨ ਡਿੱਠੇ ਚਾਓ। ਸੱਚਖੰਡ ਉਹ ਨਿਵਾਸ ਹੈ ਜਿੱਥੇ ਲੋ ਲੋ ਆਕਾਰ ਦਿਸਦੇ ਹਨ। ਸੱਚਖੰਡ ਉਹ ਅਵਸਥਾ ਹੈ ਜਿਹੜੀ ਅਨਮੜਿਆ ਮੰਦਲ ਬਾਜੇ, ਬਿਨ ਸਾਵਨ ਘਨ ਹਰ ਗਾਜੇ। ਐਸੀ ਅਵਸਥਾ, ਐਸੀ ਸਿਚੁਏਸ਼ਨ ਜਿੱਥੇ ਕਿਸੇ ਤਬਲੇ ਦੇ ਨਾਲ ਸਕਿਨ ਨਹੀਂ ਲੱਗੀ ਪਰ ਫਿਰ ਵੀ ਆਵਾਜ਼ ਆ ਰਹੀ ਹੈ, ਜਿੱਥੇ ਬੱਦਲ ਨਹੀਂ ਹੈ ਪਰ ਫਿਰ ਵੀ ਬੱਦਲ ਦੀਆਂ ਜੇ ਤੁਹਾਨੂੰ ਘਨਘਰ ਗਾਜੇ, ਬਿਨ ਸਾਵਨ ਘਨਹਰ ਗਾਜੇ, ਜਿੱਥੇ ਬੱਦਲਾਂ ਦੇ ਗੱਜਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਦ ਚੇਂਜਲੈਸ ਐਂਡ ਟਾਈਮਲੈਸ ਸਟੇਟ। ਸੱਚਖੰਡ ਇੱਕ ਸਿਚੁਏਸ਼ਨ ਹੈ, ਸੱਚਖੰਡ ਕੋਈ ਸਥਾਨ ਨਹੀਂ ਹੈ। ਬਸ ਇਸ ਗੱਲ ਨੂੰ ਸਮਝਣਾ ਤੁਸੀਂ, ਜਿੱਥੇ ਕਾਇਆ ਹੀ ਬਦਲ ਜਾਂਦੀ ਹੈ, ਜਿੱਥੇ ਤੁਹਾਡੀ ਪੂਰੀ ਸੋਚ ਹੀ ਬਦਲ ਜਾਂਦੀ ਹੈ, ਜਿੱਥੇ ਕੰਨ ਕੰਨ ਦੇ ਵਿੱਚ ਤੁਹਾਨੂੰ ਪਰਮਾਤਮਾ ਦਿਖਦਾ। ਮੈਨੂੰ ਇੱਕ ਗੱਲ ਯਾਦ ਆ ਗਈ ਕਿ ਮੀਰਾ ਜਦੋਂ ਕ੍ਰਿਸ਼ਨ ਦੀ ਮੂਰਤੀ ਅੱਗੇ ਬੈਠੀ ਹੈ ਅਤੇ ਉਹ ਕਹਿੰਦੀ ਮੈਂ ਆਨੰਦ ਵਿੱਚ ਹਾਂ। ਜਦੋਂ ਕ੍ਰਿਸ਼ਨ ਦੀ ਮੂਰਤੀ ਸਾਹਮਣੇ ਨਹੀਂ ਹੈ, ਕਹਿੰਦੀ ਮੈਂ ਪਰਮ ਆਨੰਦ ਵਿੱਚ ਹਾਂ। ਮੈਨੂੰ ਜ਼ਰੇ ਜ਼ਰੇ ਵਿੱਚ, ਮੈਨੂੰ ਪੱਤੇ ਪੱਤੇ ਵਿੱਚ, ਮੈਨੂੰ ਹਵਾ ਦੇ ਹਰ ਝੋਂਕੇ ਵਿੱਚ ਪਰਮਾਤਮਾ ਦਿਖਦਾ। ਸੱਚਖੰਡ ਉਹ ਅਵਸਥਾ ਹੈ। ਸੱਚਖੰਡ ਮਨ ਅਤੇ ਮੁਖ ਵਿੱਚ ਹਰ ਨਾਮ ਰੂਪੀ ਅੰਮ੍ਰਿਤ ਦਾ ਸੰਚਾਰ ਹੋਣ ਲੱਗਦਾ ਹੈ। ਸੱਚਖੰਡ ਉਹ ਸਿਚੁਏਸ਼ਨ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਹਰ ਪਾਸੇ ਪਰਮਾਤਮਾ ਦੀ ਜੋਤ ਜਿਹੜੀ ਹੈ ਉਸ ਦਾ ਪਸਾਰਾ ਦਿਸਦਾ ਹੈ। ਸੱਚਖੰਡ ਮੰਜ਼ਿਲ ਹੈ। ਸ਼ੁਰੂਆਤ ਕਿਵ ਸਚਿਆਰਾ ਤੋਂ ਹੋਇਆ ਅਤੇ ਸੱਚਖੰਡ ਤੱਕ ਦੀ ਯਾਤਰਾ ਦਾ ਰਾਹ। ਹੁਣ ਸਵਾਲ ਇਹ ਹੈ ਕਿ ਆਗਾਜ਼, ਸ਼ੁਰੂਆਤ ਸਚਿਆਰ ਤੋਂ ਹੋ ਰਹੀ ਹੈ, ਮੰਜ਼ਿਲ ਸੱਚਖੰਡ ਹੈ। ਕਾਰਨ ਇਹ ਹੈ ਕਿ ਸੱਚਾ ਹੀ ਸੱਚ ਵਿੱਚ ਵਿਲੀਨ ਹੋ ਸਕਦਾ ਹੈ। ਅਸਲ ਨਕਲ ਵਿੱਚ ਅਤੇ ਨਕਲ ਅਸਲ ਵਿੱਚ, ਝੂਠ ਸੱਚ ਵਿੱਚ ਅਤੇ ਸੱਚ ਝੂਠ ਵਿੱਚ ਵਿਲੀਨ ਨਹੀਂ ਹੋ ਸਕਦਾ। ਤੋ ਸੱਚਖੰਡ ਕੋਈ ਸਥਾਨ ਨਹੀਂ, ਸੱਚਖੰਡ ਕੋਈ ਇੱਕ ਸਿਚੁਏਸ਼ਨ ਹੈ, ਇੱਕ ਸਟੇਜ ਹੈ। ਐਸੀ ਸਟੇਜ ਜਿੱਥੇ ਵਨਨੈਸ ਦਾ ਐਕਸਪੀਰੀਅੰਸ ਹੋ ਜਾਂਦਾ, ਜਿੱਥੇ ਡੁਐਲਿਟੀ ਦਾ ਸਵਾਲ ਹੀ ਨਹੀਂ ਹੈ। ਤੋ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ ਦੀ ਭਾਵਨਾ। ਐਸਾ ਐਕਸਪੀਰੀਅੰਸ ਵਿਚ ਕੈਨ ਨਾਟ ਬੀ ਐਕਸਪ੍ਰੈਸਡ। ਸੱਚਖੰਡ ਉਹ ਸਿਚੁਏਸ਼ਨ ਹੈ। ਤੋ ਪਰਮਾਤਮਾ ਇਸ ਸ੍ਰਿਸ਼ਟੀ ਨੂੰ ਹਰ ਪਲ ਬਣਾ ਰਿਹਾ ਹੈ। ਮੈਂ ਕਿੱਥੇ ਇੱਕ ਡੈਫੀਨੇਸ਼ਨ ਪੜ੍ਹੀ ਸੀ ਬ੍ਰਹਮ ਦੀ, ਅਤੇ ਉਹਦੇ ਅੱਗੇ ਇੱਕੋ ਲਾਈਨ ਲਿਖੀ ਸੀ, ਦਾ ਐਕਸਪੈਂਡਿੰਗ ਵਨ, ਜਿਹੜਾ ਵੱਧ ਹੀ ਰਿਹਾ, ਬ੍ਰਹਮ ਉਹ ਹੈ। ਤੋ ਇੱਥੇ ਉਹ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਹਰ ਪਲ ਇਸ ਸ੍ਰਿਸ਼ਟੀ ਨੂੰ ਪਰਮਾਤਮਾ ਬਣਾ ਰਿਹਾ ਹੈ। ਇਹਦੀ ਜਿਹੜੀ ਇਹ ਕ੍ਰੀਏਸ਼ਨ ਇਹ ਬੰਦ ਨਹੀਂ ਹੋ ਰਹੀ, ਇਹ ਕੰਟੀਨਿਊਇੰਗ ਪ੍ਰੋਸੈਸ ਹੈ। ਉਹ ਜੋ ਬਣਾਉਂਦਾ ਉਸ ਵਿੱਚ ਉਸ ਦਾ ਰਸ ਛੱਡ ਦਿੰਦਾ। ਆਪਣੀ ਹੋਂਦ ਜੋ ਮੈਨੂਫੈਕਚਰ ਕਰ ਰਿਹਾ ਉਹਦੇ 'ਚ ਆਪਣੀ ਹੋਂਦ ਜਿਹੜੀ ਹੈ ਉਹ ਪਾ ਦਿੰਦਾ। ਉਹ ਉਸ ਨੂੰ ਸੁਤੰਤਰ ਛੱਡ ਦਿੰਦਾ ਤਾਂ ਕਿ ਤੁਸੀਂ ਉਸ 'ਤੇ ਸਮਰਪਿਤ ਹੋ ਸਕੋ। ਜੇ ਤੁਹਾਨੂੰ ਮੌਕਾ ਮਿਲਦਾ ਹੈ ਤੁਸੀਂ ਦੂਰ ਜਾ ਸਕਦੇ ਹੋ, ਦੂਰ ਨਹੀਂ ਜਾਓਗੇ ਤਾਂ ਨੇੜੇ ਕਿਵੇਂ ਆਓਗੇ। ਤਾਂ ਪਰਮਾਤਮਾ ਹਰ ਚੀਜ਼ ਬਣਾ ਰਿਹਾ, ਬਣਾ ਕੇ ਉਸ ਨੂੰ ਸੁਤੰਤਰ ਛੱਡ ਦਿੰਦਾ। ਫਿਰ ਉਸ ਤੋਂ ਬਾਅਦ ਮਨੁੱਖ ਨੂੰ ਤਾਂ ਖਾਸ ਕਰਕੇ ਲਿਵਿੰਗ ਬੀਇੰਗਸ ਦੀ ਸ੍ਰੇਸ਼ਟਤਾ ਇਸ ਲਈ ਦਿੱਤੀ ਕਿ ਤੁਹਾਨੂੰ ਸੁਰਤ ਦੇ ਦਿੱਤੀ। ਹੁਣ ਉਸ ਸੁਰਤ ਨਾਲ ਚੰਗਾ ਮੰਦਾ ਤੁਸੀਂ ਆਪ ਪਹਿਚਾਨਣਾ, ਇਹ ਪਰਮਾਤਮਾ ਨੇ ਤੁਹਾਡੇ 'ਤੇ ਛੱਡ ਦਿੱਤਾ। ਇਸ ਤਰ੍ਹਾਂ ਸੱਚਖੰਡ ਜਿਹੜੀ ਸਿਚੁਏਸ਼ਨ ਹੈ ਇਹ ਬਿਆਨ ਕਰਨਾ ਲੋਹੇ ਦੀ ਜ਼ੁਬਾਨ ਜਿਹਦੇ ਲਈ ਸਮਾਨ ਹੈ, ਕਿਉਂਕਿ ਇਹ ਅਵਸਥਾ ਫਿਜ਼ੀਕਲ ਨਹੀਂ ਹੈ, ਸੂਖਮ ਹੈ। ਤੋ ਇਸ ਦਾ ਅਨੁਭਵ ਆਤਮਿਕ ਹੈ, ਇਸ ਦਾ ਅਹਿਸਾਸ ਹਰਮੰਦਰ ਇਹ ਸਰੀਰ ਹੈ। ਔਰ ਅਖੀਰ ਵਿੱਚ ਗੁਰੂ ਸਾਹਿਬ ਨਾਮ ਦੇ ਅਭਿਆਸ ਵਿੱਚ ਜਿਨ੍ਹਾਂ ਸ਼ੁਭ ਗੁਣਾ ਭਾਵ ਉੱਚੇ ਉਚਰਨ ਦੀ ਲੋੜ ਹੈ ਉਸ ਦੀ ਟਕਸਾਲ ਦੀ ਗੱਲ ਕੀਤੀ ਹੈ। ਮੈਂ ਟਕਸਾਲ ਨੂੰ ਸਕੂਲ ਆਫ ਥਾਟ ਕਹਿੰਦਾ। ਜਿਹੜੇ ਨੇ ਉਸ ਦਾ ਸਕੂਲ ਆਫ ਥਾਟ ਦਾ ਜਿਹੜਾ ਮੋਡਲ ਹੈ ਉਹ ਉਹਨਾਂ ਨੇ ਦੱਸਿਆ ਕਿ ਮਨੁੱਖ ਸੰਸਾਰ ਦੇ ਵਿੱਚ ਰਹੇ ਤਾਂ ਦੁੱਖ ਕਲੇਸ਼ਾਂ ਦੀ ਜਿਹੜੀ ਭੱਠੀ ਵਿੱਚ ਉਹ ਡਲ ਕੇ ਪਵਿੱਤਰਤਾ, ਧੀਰਜ ਅਤੇ ਪ੍ਰੇਮ ਆਦਿ ਗੁਣਾਂ ਨਾਲ
ਅਮਲੀ ਤੌਰ 'ਤੇ ਉਸਨੂੰ ਸਾਰੇ ਸਾਦੇ ਅਤੇ ਇਸ ਖੇਲ ਦੇ ਵਿੱਚ ਪਾਰ ਉਹ ਹੀ ਉਤਰ ਸਕਦਾ ਹੈ ਜਿਨ੍ਹਾਂ ਨੇ ਨਾਮ ਧਿਆਇਆ ਹੈ, ਜਿਨ੍ਹਾਂ ਨੇ ਸੇਵਾ ਗਾਲੀ ਹੈ। ਔਰ ਅੰਤ ਵਿੱਚ ਜਿਹੜਾ ਸਲੋਕ ਹੈ ਜਿਸ ਵਿੱਚ ਕਿਹਾ ਗਿਆ ਕਿ ਮਨੁੱਖ ਨੂੰ ਮਾਤਾ ਪਿਤਾ ਅਤੇ ਗੁਰੂ ਇਹਨਾਂ ਤਿੰਨਾਂ ਕੋਲੋਂ ਸਿੱਖਿਆ ਮਿਲਦੀ ਹੈ ਔਰ ਉਸ ਦੇ ਨੂੰ ਗਿਆਨ ਹੋ ਜਾਂਦਾ ਹੈ ਇਹਨਾਂ ਤਿੰਨਾਂ ਕੋਲੋਂ ਸਿੱਖਿਆ ਲੈ ਕੇ। ਸਲੋਕ ਵਿੱਚ ਪਵਨ ਨੂੰ ਗੁਰੂ ਕਿਹਾ, ਜਿਸ ਤਰ੍ਹਾਂ ਗੁਰੂ ਦੇ ਉਪਦੇਸ਼ ਦੇ ਬਿਨਾਂ ਆਤਮਾ ਮੁਰਦਾ ਹੈ, ਉਸੇ ਤਰ੍ਹਾਂ ਪਵਨ ਤੋਂ ਬਿਨਾਂ ਇਹ ਬੋਡੀ ਜਿਹੜੀ ਹੈ ਉਹ ਮੁਰਦਾ ਹੈ, ਉਹ ਚੱਲ ਨਹੀਂ ਸਕਦੀ। ਅਤੇ ਪਾਣੀ ਪਿਤਾ ਕਿਹਾ, ਪਾਣੀ ਤੋਂ ਸਪਰਮ ਅਤੇ ਖੂਨ ਬਣਦਾ ਹੈ, ਇਸ ਲਈ ਉਹ ਪਿਤਾ ਹੈ। ਅਤੇ ਮਹਾਨ ਧਰਤੀ ਮਾਤਾ ਹੈ, ਇਹ ਜੀਵਾਂ ਨੂੰ ਪਾਲਦੀ ਹੈ। ਦਿਨ ਅਤੇ ਰਾਤ ਦੋਏ ਦਾਈ ਦਾਇਆ। ਇੱਥੇ ਦਿਨ ਅਤੇ ਰਾਤ ਜਿਹੜੇ ਨੇ ਮੈਂ ਗਿਆਨ ਅਤੇ ਅਗਿਆਨਤਾ ਨਾਲ ਲੈਣਾ। ਇਸ ਗਿਆਨਤਾ ਅਤੇ ਅਗਿਆਨਤਾ ਦੇ ਵਿੱਚ ਮਨੁੱਖ ਵਿਚਰ ਰਿਹਾ ਅਤੇ ਇਹ ਜਗਤ ਗਿਆਨ ਅਤੇ ਅਗਿਆਨਤਾ ਵਿੱਚ ਖੇਡਾਂ ਖੇਡ ਰਿਹਾ। ਗੁਰੂ ਸਾਹਿਬ ਮਨੁੱਖ ਨੂੰ ਅਗਿਆਨਤਾ ਤੋਂ ਗਿਆਨ ਵੱਲ, ਅੰਧਕਾਰ ਤੋਂ ਰੋਸ਼ਨੀ ਵੱਲ ਲਿਜਾਣ ਦਾ ਇੱਕ ਕੋਸ਼ਿਸ਼ ਕਰ ਰਹੇ ਨੇ। ਜਿਨ੍ਹਾਂ ਨੇ ਪਰਮਾਤਮਾ ਦਾ ਅਹਿਸਾਸ ਕੀਤਾ, ਪਰਮਾਤਮਾ ਦਾ ਧਿਆਨ ਕੀਤਾ, ਉਹ ਆਪਣੀ ਸਾਧਨਾ ਪੂਰੀ ਕਰ ਗਏ ਅਤੇ ਉਹਨਾਂ ਦੇ ਮੁੱਖ ਜਿਹੜੇ ਨੇ ਉਹ ਉਜਲੇ ਹੋ ਕੇ ਉਹ ਮੁਕਤ ਹੋ ਗਏ। ਜਪਜੀ ਗੁਰੂ ਨਾਨਕ ਸਾਹਿਬ ਦੇ ਇੱਕ ਐਸੇ ਆਦਰਸ਼ਕ ਮਨੁੱਖ ਨੂੰ ਬਣਾਉਣ ਦੀ ਗੱਲ ਜਿਸ ਵਿੱਚ ਜਿਹੜਾ ਵਿਕਾਸ ਲਈ ਜਿਹੜੀ ਮੈਂ ਪਹਿਲੇ ਗੱਲ ਕੀ ਸਦਾ ਮਨ 'ਚ ਆਏ ਰਵੇ। ਜਪਜੀ ਡਾਰਕਨੈਸ ਟੂ ਲਾਈਟ ਹੈ, ਜਪਜੀ ਇਗਨੋਰੈਂਸ ਟੂ ਵਿਜ਼ਡਮ ਹੈ, ਜਪਜੀ ਇੰਟਲੈਕਟ ਤੋਂ ਇੰਟਿਊਸ਼ਨ ਹੈ, ਸਾਈਕਲ ਆਫ ਐਵੋਲਿਊਸ਼ਨ ਹੈ ਜਪਜੀ ਦੇ ਵਿੱਚ। ਤਾਂ ਪਰਮਾਤਮਾ ਦੇ ਬਣਾਈ ਇਸ ਸੁੰਦਰ ਸ੍ਰਿਸ਼ਟੀ ਨੂੰ ਹੋਰ ਸੁੰਦਰ ਬਣਾਉਣ ਲਈ ਜਿਹੜੀ ਹੈ ਸੱਚਖੰਡ ਦੇ ਤੱਕ ਦੀ ਯਾਤਰਾ ਜਿਹੜੀ ਹੈ ਉਹ ਸਾਨੂੰ ਕਰਨੀ ਪਏਗੀ। ਸੱਚਖੰਡ ਦੇ ਮਾਰਗ 'ਤੇ ਚੱਲਣ ਲਈ ਅਸੀਂ ਕੋਸ਼ਿਸ਼ ਕਰੀਏ। ਇਹ ਮਾਰਗ ਜਾਣਨ ਨਾਲ ਨਹੀਂ, ਚੱਲਣ ਨਾਲ ਤੈਅ ਹੋਏਗਾ। ਇਸ ਨੂੰ ਸਮਝੀਏ। ਅਸੀਂ ਜਾਣ ਲਿਆ, ਇਟ ਇਜ਼ ਨਾਟ ਐਨਫ। ਜਦ ਤੱਕ, ਮੈਂ ਫਿਰ ਕਹਿ ਰਿਹਾ, ਅਮਲ ਅਤੇ ਪ੍ਰੈਕਟਿਸ, ਜਦ ਤੱਕ ਇਸ ਮਾਰਗ 'ਤੇ ਚੱਲਾਂਗੇ ਨਹੀਂ, ਇਸ ਸਿਚੁਏਸ਼ਨ ਤੱਕ ਨਹੀਂ ਪਹੁੰਚ ਸਕਾਂਗੇ। ਗੁਰੂ ਨਾਨਕ ਸਾਹਿਬ ਨੇ ਜਪਜੀ ਰਾਹੀਂ ਲੋਕਾਂ ਦੀ ਆਤਮਾ ਦੇ ਵਿੱਚ ਇੱਕ ਨਵੀਂ ਜੋਤ ਜਗਾਉਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਦੇ ਅੰਦਰ ਇਹ ਜੋਤ ਜਾਗ ਗਈ, ਉਹਨਾਂ ਦੇ ਵਿੱਚ ਸਵੈਮਾਨ ਜਾਗ ਗਿਆ, ਉਹਨਾਂ ਦੀ ਆਤਮਾ ਜਾਗ ਪਈ। ਉਹਨਾਂ ਨੇ ਇਸ ਜੋ ਹੈ ਸ੍ਰਿਸ਼ਟੀ ਨੂੰ, ਇਸ ਸਮਾਜ ਨੂੰ ਆਦਰਸ਼ਕ ਬਣਾਉਣ ਦੀ ਗੱਲ ਕੀਤੀ। ਅਖੀਰ ਵਿੱਚ ਮੈਂ ਇੱਕੋ ਗੱਲ ਕਰਾਂਗਾ ਕਿ ਇੱਕ ਜਿਹੜਾ ਮੂਲ ਮੰਤਰ ਹੈ, ਉਸ ਮੂਲ ਮੰਤਰ ਬਾਰੇ ਸਿਰਫ 2 ਲਾਈਨਾਂ ਦੇ ਵਿੱਚ ਕਿ ਏਕ ਓਮਕਾਰ ਮੈਸੇਜ ਦੇ ਰਿਹਾ ਹੈ ਇਕਤਾ ਦਾ ਕਿ ਸਭ ਨੇ ਇੱਕ ਹੋ ਕੇ ਰਹਿਣਾ। ਜਿਹੜਾ ਸਤਨਾਮ ਹੈ, ਇਹ ਜਗਤ ਸੱਚ ਹੈ, ਜਗਤ ਦੀ ਅਸਲੀਅਤ ਨੂੰ ਸਮਝਣਾ। ਕਰਤਾ ਪੁਰਖ ਹੈ, ਇਹ ਕਿਰਤ ਨਾਲ ਜੁੜਿਆ ਕਿ ਹਰ ਬੰਦੇ ਨੇ ਕਿਰਤ ਦੇ ਵਿੱਚ ਵੀ ਜਾਣਾ। ਕਿਉਂਕਿ ਕਹਿੰਦੇ ਨਾ ਕਿ ਜਨਮ ਸਾਖੀਆਂ 'ਚੋਂ ਦੇਖੋ ਤਾਂ ਸੰਕੇਤ ਮਿਲਦੇ ਨੇ ਕਿ ਜਿਸ 'ਤੇ ਬਾਬਾ ਜੀ ਖੁਸ਼ ਹੁੰਦੇ ਸੀ ਨਾ, ਉਹਨਾਂ ਨੂੰ ਅਸੀਸ ਦਿੰਦੇ ਸੀ, ਤੈਨੂੰ ਕਰਤਾਰ ਚਿੱਤ ਆਵੇ। ਅਤੇ ਜਿਹੜਾ ਕਰਤਾਰ ਹੈ ਉਹ ਪਰਮਾਤਮਾ ਜੋ ਹੈ ਉਹ ਕਿਰਤੀ ਹੈ। ਜਿਹੜੀ ਰੰਗੀ ਭਾਤੀ ਦੀ ਗੱਲ ਹੈ ਉਹ ਪ੍ਰੋਸੈਸਿੰਗ ਹੋ ਰਹੀ ਹੈ। ਤਾਂ ਕਿਰਤੀ ਦੀ ਬਿਰਤੀ ਰੱਖਣੀ ਹੈ, ਵਿਹਲੜ ਨਹੀਂ ਹੋਣਾ। ਨਿਰਭਉ ਅਤੇ ਨਿਰਵੈਰ ਸਮਾਨਤਾ ਦਾ ਜਿਹੜਾ ਨਿਰਭਉ ਹੋਏਗਾ। ਮੈਂ ਤੁਹਾਨੂੰ ਹੁਣੇ ਗੱਲ ਕਹੀ ਵਿਨੋਬਾ ਭਾਵੇ ਦੀ, ਬੜੀ ਖੂਬਸੂਰਤ ਵਿਨੋਬਾ ਭਾਵੇ ਗੱਲ ਕਰਦਾ ਅੱਗੇ ਪ੍ਰੀਫੇਸ ਦੇ ਵਿੱਚ। ਉਹ ਕਹਿੰਦਾ ਦੁਨੀਆ ਦੀਆਂ ਅੱਜ ਜਿਤਨੀਆਂ ਵੀ ਪ੍ਰੋਬਲਮਸ ਨੇ, ਜਿਤਨੀਆਂ ਸਮੱਸਿਆਵਾਂ ਨੇ, ਇਹ 2 ਸ਼ਬਦਾਂ ਵਿੱਚ ਸਮੋਈਆਂ ਹੋਈਆਂ ਨੇ, ਨਿਰਭਉ ਅਤੇ ਨਿਰਵੈਰ। ਇਹਨਾਂ ਦਾ ਹੱਲ ਇਹਨਾਂ 2 ਸ਼ਬਦਾਂ 'ਚ ਸਮੋਇਆ। ਜਿਹੜਾ ਨਿਰਭਉ ਅਤੇ ਨਿਰਵੈਰ ਅਗਰ ਹਰ ਇਨਸਾਨ ਹੋ ਗਿਆ, ਉੱਥੇ ਸਮਾਨਤਾ ਹੋ ਗਈ। ਨਾਲ ਕਿਸੇ ਨਾਲ ਜਦੋਂ ਵੈਰ ਵਿਰੋਧ ਹੀ ਨਹੀਂ ਹੈ, ਕਿਸੇ ਨਾਲ ਕੋਈ ਡਰ ਹੀ ਨਹੀਂ ਕਿਸੇ ਦਾ, ਅਤੇ ਇਹ ਜਿਹੜਾ ਨਿਰਭਉ ਅਤੇ ਨਿਰਵੈਰ ਹੈ, ਇਹ ਸੰਦੇਸ਼ ਸਮਾਨਤਾ ਦਾ ਦੇ ਰਿਹਾ। ਅਕਾਲ ਮੂਰਤ ਸੌਂਦਰਿਆ, ਬਿਊਟੀਫਿਕੇਸ਼ਨ। ਮੂਰਤ ਜਿਹੜੀ ਇਹ ਅੰਦਰ ਅੰਤ ਦੀ ਕਹਿੰਦੇ ਨੇ, ਅਤ ਸੁੰਦਰ ਹਸਤੀ ਨੂੰ ਕਹਿੰਦੇ ਨੇ। ਔਰ ਜਿਹੜਾ ਅਕਾਲ ਹੈ, ਜਿਹੜਾ ਸਦਾ ਰਹਿਣ ਵਾਲਾ ਹੈ, ਸਦਾ ਰਹਿਣ ਵਾਲੀ ਹਸਤੀ ਹੈ। ਅਤੇ ਜਿਹੜੀ ਮੂਰਤ ਹੈ ਉਹ ਜਿਹੜੀ ਹੈ ਸੁੰਦਰਤਾ ਦੀ ਗੱਲ ਕੀਤੀ ਹੈ। ਐਸੀ ਸੁੰਦਰਤਾ ਜਿਹੜੀ ਸਦੀਵੀ ਸੁੰਦਰਤਾ ਰਵੇ। ਅਤੇ ਅਕਾਲ ਮੂਰਤ ਸਾਨੂੰ ਮੈਸੇਜ ਦੇ ਰਿਹਾ ਕਿ ਸੌਂਦਰਿਆ ਹੋਣਾ ਚਾਹੀਦਾ। ਅਜੂਨੀ ਸਹਿਬੰਗ, ਇਹ ਸਵਾਧੀਨਤਾ ਦਾ ਸਿੰਬਲ ਹੈ ਕਿ ਅਜੂਨੀ ਸਹਿਬੰਗ ਜਿਹੜਾ ਪਰਮਾਤਮਾ ਕਿਸੇ 'ਤੇ ਆਧਾਰਿਤ ਨਹੀਂ, ਕਿਸੇ 'ਤੇ ਨਿਰਭਰ ਨਹੀਂ, ਉਸਦੀ ਸ਼ਕਤੀ ਉਸਦੀ ਆਪਣੀ ਹੈ, ਉਹਨੇ ਕਿਸੇ ਤੋਂ ਉਧਾਰ ਨਹੀਂ ਲਈ। ਤਾਂ ਇਹ ਜਿਹੜੀ ਇਹ ਰਹਿਣੀ ਕਹਿਣੀ ਦੇ ਵਿੱਚ ਸੁਤੰਤਰ ਹੋਣਾ, ਇਹ ਸਾਨੂੰ ਅਜੂਨੀ ਸਾਹਿਬ ਬੈਂਕ ਕਰ ਰਿਹਾ। ਔਰ ਗੁਰਪ੍ਰਸਾਦ ਇਹ ਸਿੰਬਲ ਹੈ ਸ਼ੀਲ ਦਾ। ਪਰਮਾਤਮਾ ਵਿੱਚ ਗੁਰ ਅਤੇ ਪ੍ਰਸਾਦ ਇਹ 2 ਸ਼ਬਦ ਨੇ, ਅਤੇ ਇਹ 2 ਵਿਸ਼ੇਸ਼ ਗੁਣ ਹੋਣੇ ਚਾਹੀਦੇ ਨੇ। ਗੁਰ ਮੈਨੇ
ਗਿਆਨ ਤੇ ਪ੍ਰਸਾਦ ਮੀਨ ਮਧੁਰਤਾ, ਮਿਠਾਸ, ਕਿਰਪਾ, ਦਇਆ, ਸੰਤੋਖ ਦਾ ਸੂਚਕ ਹੈ, ਸਹਿਜ ਦਾ ਸੂਚਕ ਹੈ। ਤਾਂ ਇਹ ਜਿਹੜਾ ਸਾਡਾ ਮੂਲ ਮੰਤਰ ਹੈ, ਇਹ ਇਸ ਦੇ ਚੋਂ ਅਗਰ ਅਸੀਂ ਇਸ ਤੋਂ ਹੀ ਇਸ ਦੁਨੀਆ ਦੇ ਵਿੱਚ ਇਸ ਨੂੰ ਹੀ ਅਸੀਂ ਫੈਲਾ ਸਕੀਏ ਤਾਂ ਮੈਨੂੰ ਲੱਗਦਾ ਹੈ ਕਿ ਜੋ ਅੱਜ ਅਸੀਂ ਦੇਖ ਰਹੇ ਹਾਂ ਉਹ ਸਾਨੂੰ ਐਕਸਪੀਰੀਅੰਸ ਨਾ ਹੋਣ। ਜਪਜੀ ਸਾਹਿਬ ਸਭ ਤੋਂ ਜ਼ਿਆਦਾ ਪੜ੍ਹਨ ਵਾਲੀ ਬਾਣੀ ਪੂਰੇ ਵਰਲਡ ਦੇ ਵਿੱਚ। ਇਕਬਾਲ, ਮੁਹੰਮਦ ਇਕਬਾਲ ਨੇ ਵੀ ਇਸ ਦਾ ਟੀਕਾ ਕਰਨਾ ਚਾਹਿਆ, ਤਾਂ ਇਕਬਾਲ ਨੇ ਹੀ ਇੱਕ ਲਿਖਿਆ ਸੀ ਨਾ ਕਿ ਇਹ ਹਿੰਦੁਸਤਾਨ ਸਭ ਤੋਂ ਸੁੰਦਰ ਜਿਹੜਾ ਹੈ, ਕੀ ਸੀ ਉਹ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ ਜਦੋਂ ਪਾਕਿਸਤਾਨ ਚਲਾ ਗਿਆ ਤਾਂ ਉਸਨੇ ਇਹ ਕਿਹਾ ਸੀ ਕਿ ਸ਼ਰਮ ਸੇ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਉਸ ਇਕਬਾਲ ਨੇ ਜਪਜੀ ਸਾਹਿਬ ਦਾ ਟੀਕਾ ਕਰਨਾ ਚਾਹਿਆ ਤਾਂ ਉਸਦੇ ਮਿੱਤਰ ਨੇ, ਮੁਸਲਮਾਨ ਨੇ, ਉਹਨੂੰ ਚਿੱਠੀ ਲਿਖੀ ਸੀ। ਉਸ ਵਿੱਚ ਕਿਹਾ ਸੀ, ਇਕਬਾਲ ਤੂੰ ਇਹਦਾ ਟੀਕਾ ਤਾਂ ਕਰਨ ਜਾ ਰਿਹਾ ਹੈ ਜਪਜੀ ਸਾਹਿਬ ਦਾ, ਲੇਕਿਨ ਇੱਕ ਗੱਲ ਧਿਆਨ ਰੱਖੀ, ਮੁਤਸਵੀ ਹੋ ਕੇ ਨਾ ਕਰੀ ਕਿ ਤੂੰ ਮੁਸਲਮਾਨ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜਿੰਨੇ ਨੇੜੇ ਇਸ ਧਰਤੀ ਦੇ, ਇਸ ਦੇਸ਼ ਦੇ ਮਨੁੱਖ ਦੇ ਸੀ, ਉਹਨਾਂ ਦੇ ਨੇੜੇ ਪੂਰੇ ਇਸਲਾਮਿਕ ਵੀ ਜਿਹੜੇ ਮੁਸਲਮਾਨ ਵੀ ਸੀ ਉਹ ਵੀ ਉਹਨਾਂ ਦੇ ਬੜੇ ਨੇੜੇ ਸੀ। ਇਹ ਗੱਲ ਸੋਚ ਕੇ ਕਰੀ ਕਿ ਇਹਦੇ ਵਿੱਚ ਜਿਹੜਾ ਹੈ ਉਹਦੇ 'ਚ ਉਹ ਗੱਲ ਨਾ ਆ ਜਾਵੇ ਕਿ ਤੂੰ ਇਹ ਧਰਤੀ ਛੱਡ ਦਿੱਤੀ ਜਾਂ ਤੂੰ ਮੁਸਲਮਾਨ ਹੈ। ਤੂੰ ਹਿੰਦੂ ਮੁਸਲਮਾਨ ਬਣ ਕੇ ਇਹਦਾ ਤਰਜਮਾ ਨਾ ਕਰੀ, ਇਹਦਾ ਤਰਜਮਾ ਐਜ਼ ਏ ਮੈਨ ਕਰੀ। ਤੋ ਜਪਜੀ ਸਾਹਿਬ ਇੱਕ ਐਸੀ ਬਾਣੀ ਹੈ ਜਿਹੜੀ ਬਾਣੀ ਮੈਨੂੰ ਸਮਝਦਾ ਕਿ ਬਹੁਤ ਦੁਨੀਆ ਵਿੱਚ ਪੜ੍ਹੀ ਜਾਂਦੀ ਹੈ, ਬਹੁਤ ਸਮਝੀ ਜਾਂਦੀ ਹੈ। ਇਹਦੇ ਹਜ਼ਾਰਾਂ ਟੀਕੇ ਹੋਏ ਨੇ। ਮੈਨੂੰ 200-250 ਟੀਕੇ ਮਿਲੇ ਸੀ। ਇੱਕ ਟੀਕਾ ਮੈਨੂੰ ਕੋਈ 180 ਸਾਲ ਪਹਿਲੇ ਦਾ ਕਿਸੇ ਬੜੇ ਵੱਡੇ ਸੰਤ ਨੇ ਲਿਖਿਆ ਹੋਇਆ ਸੀ, ਜਿਹੜਾ ਸੰਪਰਦਾਇ ਦਾ ਕੋਈ ਸੰਤ ਸੀ। ਉਸ ਟੀਕੇ ਵਿੱਚ ਵੀ ਬੜੀਆਂ ਕਮਾਲ ਦੀਆਂ ਚੀਜ਼ਾਂ ਸੀ। ਜਿਹੜੀ ਹੈ ਮੈਂ ਤ੍ਰਿਸ਼ਨਾ ਦੀ ਗੱਲ ਭੁੱਖਿਆਂ ਭੁੱਖ ਦੇ ਵਿੱਚ ਕੀਤੀ ਹੈ, ਇਹ ਸ਼ਾਇਦ ਮੈਨੂੰ ਉੱਥੋਂ ਹੀ ਮਿਲੀ ਸੀ। ਆਮ ਮੈਨੂੰ ਕਿਸੇ ਟੀਕਾ 'ਚ ਇਸ ਤਰ੍ਹਾਂ ਦੀ ਗੱਲਾਂ ਨਹੀਂ ਮਿਲਦੀਆਂ। ਤਾਂ ਅੱਜ ਦਾ ਇਹ ਲੈਕਚਰ ਜਪਜੀ ਸਾਹਿਬ ਮੇਰੀ ਸਮਝ ਮੁਤਾਬਕ ਜੋ ਮੈਨੂੰ ਸਮਝ ਆਇਆ ਉਹ ਮੈਂ ਤੁਹਾਡੇ ਅੱਗੇ ਪੇਸ਼ ਕੀਤਾ ਹੈ। ਕੋਈ ਭੁੱਲਾਂ ਚੁੱਕਾ ਹੋਣ ਤਾਂ ਉਹਦੀ ਮੈਂ ਮਾफ़ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।